ਅੱਜ जेकर गल की जाए तो जून का उही हफ्ता चल रहा है जिन्हों पूरा सिख कौम है या सिख इतिहास दे विच साका नीला तारा या घल्लूघारे दे वजों मनाया जाता है। कि सिख कौम ने अपनी बनदी जिम्मेवारी निभाई है कि उदों ਜਿਹੜੇ शहीद साडे लई लड़े सी अपनियां जानां कुर्बान कर गए कि असीं उन्हां दे परिवारां नूं कदे मिले आ। अजिहा ही एक परिवार मेरे नाल मौजूद है। भाई अमरीक सिंह दा नाम तुसीं सारिआं ने सुनिया होऊगा। संत जरनैल सिंह पिंडरांवाले दे परछावें दी तरह हर वक्त उन्हां दे नाल रहिंदे सी। उन्हां दी बेटी सतवंत कौर जी मेरे नाल मौजूद। सब तो पहलां तां इह पुछना चाहांगी कि जदों ਇਹ तशद्दद होया सी सरकार ने तशद्दद कीता सी तुहाडी उम्र किन्नी सी बीबी जी? ਤਾਂ 6 ਜੂਨ 1984 ਦੇ ਸਮੇਂ ਤੁਸੀਂ ਲਾ ਲਓ ਕਿ ਲਗਭਗ 6 ਕੁ ਸਾਲ ਦੀ ਮੇਰੀ ਜਿਹੜੀ ਉਮਰ ਸੀ ਉਸ ਸਮੇਂ। ਜਿਵੇਂ ਜਿਵੇਂ ਅਸੀਂ ਵੱਡੇ ਹੋਏ, ਹਾਦਸੇ ਹੋਏ, ਸ਼ਹੀਦੀਆਂ ਹੋਈਆਂ ਤੇ ਫਾਦਰ ਸਾਹਿਬ ਦਾ ਜਿਹੜਾ ਉਹ ਸਿਰ ਤੋਂ ਹੱਥ ਬੱਚਿਆਂ ਦੇ ਉੱਠ ਜਾਂਦਾ। ਔਰ ਇਹ 6 ਦਿਨਾਂ ਦਾ ਜ਼ਿਕਰ ਜ਼ਰੂਰ ਕਰੋ 1 ਜੂਨ ਤੋਂ ਲੈ ਕੇ 6 ਜੂਨ ਦੇ ਵਿੱਚ ਕੀ ਕੁਝ ਹੋਇਆ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਜਿਹੜੀਆਂ ਯਾਦਾਂ ਦੀ ਗੱਲ ਹੈ ਨਾ, ਬੱਚਾ ਆਪਣਾ ਇਨਸਾਨ ਹੋਰ ਸਭ ਕੁਝ ਭੁੱਲ ਸਕਦਾ ਪਰ ਆਪਣਾ ਬਚਪਨ ਇਨਸਾਨ ਤੋਂ ਕਦੇ ਨਹੀਂ ਭੁੱਲਦਾ ਹੈ। ਤਾਂ ਮੇਰੀ ਪ੍ਰਾਇੋਰਟੀ ਸੀਗੀ ਕੁਝ ਸਾਡੇ ਮਦਰ ਦੀ ਗਾਈਡੈਂਸ, ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀਗਾ ਕਿ ਮੈਂ ਸ਼ੁਰੂ ਤੋਂ ਹੀ ਆਪਣੇ ਫਾਦਰ ਲਈ ਲਿਖਣਾ ਸ਼ੁਰੂ ਕੀਤਾ ਸੀ ਉਹਨਾਂ ਦੀਆਂ ਯਾਦਾਂ। ਕਿ ਅੱਜ 39 ਸਾਲ ਹੋ ਗਏ ਨੇ ਉਹਨਾਂ ਗੱਲਾਂ ਨੂੰ, ਉਹ ਸੀਨ जो तुहानू घर दे विचों सुनन नूं मिलिया होगा या आप नूं भी खुद जिन्नी कि बंदे दी उदों सोझी हुंदी है बच्चे नूं 6 सालां दे बच्चे नूं जिन्नी कि सोझी हुंदी है। अपने फादर साहब दे जिहड़े जेल विच उन्होंने खत लिखे सी जदों उन्हां नूं अरेस्ट किया गया, बहुत पढ़े, एनालिसिस करना शुरू किया, जिन्नी जिन्नी समझ आउंदी सी अपनियां भावनावां उत्ते प्रगट करनियां शुरू कर दित्तियां। असीं कोरिलेट करना चीज़ां नूं उन्हां दे भी ओह की चाहुंदे सी, उन्हां दा की टीचा सी, ओह साडे तों की डिमांड रखदे सी। ਅਸੀਂ मैं ना अपने मदर ਨੂੰ ਪੁੱਛਦੇ ਰਹਿਣਾ ਫਿਰ ਲਿਖਦੇ ਰਹਿਣਾ। ਪਹਿਲਾਂ ਤਾਂ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਉਹ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ ਨੂੰ ਮਿਲਦੇ ਨੇ ਜਾਂ ਮੁਲਾਕਾਤ ਕਿੱਦਾਂ ਹੁੰਦੀ ਔਰ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਕਿਵੇਂ ਹੁੰਦੇ ਆ? ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮੇਰੇ ਸਤਿਕਾਰਯੋਗ ਦਾਦਾ ਜੀ ਜਿਹੜੇ ਕਿ ਦਮਦਮੀ ਟਕਸਾਲ ਦੇ 13ਵੇਂ ਮੁਖੀ ਬਣੇ। ਉਹਨਾਂ ਨੂੰ ਕੇਵਲ 8 ਸਾਲ ਹੀ ਦਮਦਮੀ ਟਕਸਾਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ। 70ਵਿਆਂ ਦੇ ਵਰੇ ਜਿਹੜੇ ਦਹਾਕੇ ਵਿੱਚ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂਵਾਲਿਆਂ ਨੇ ਸੰਤਾਂ ਨੂੰ, ਸੰਤ ਕਰਤਾਰ ਸਿੰਘ ਜੀ ਨੂੰ, ਮੇਰੇ ਦਾਦਾ ਜੀ ਨੂੰ ਦਸਤਾਰ ਦੀ ਜਿਹੜੀ ਬਖਸ਼ਿਸ਼ ਕੀਤੀ ਸਾਡੇ ਪਰਿਵਾਰ ਦੇ ਉੱਤੇ। ਸੋ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੂੰ, ਮੇਰੇ ਦਾਦਾ ਜੀ ਨੂੰ ਦਮਦਮੀ ਟਕਸਾਲ ਦੀ ਸੇਵਾ ਮਿਲੀ ਤਾਂ ਉਸ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂਵਾਲੇ ਦਮਦਮੀ ਟਕਸਾਲ ਦੇ ਵਿੱਚ ਵਿਦਿਆਰਥੀ ਸਨ, ਮੋਹਰੀ ਵਿਦਿਆਰਥੀ ਸਨ ਔਰ ਅਭਿਆਸੀ ਸਿੰਘ ਸਨ ਜਿਹੜੇ ਨਾਮ ਸਿਮਰਨ ਦੇ ਵਿੱਚ ਦਿਨ ਰਾਤ ਜਿਹੜੇ ਉਹ ਜੁੜੇ ਰਹਿੰਦੇ ਸੀ। ਤਾਂ ਇੰਨਾ ਪ੍ਰੇਮ ਸੀ ਮੇਰੇ ਫਾਦਰ ਸਾਹਿਬ ਦਾ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਲ, ਦੋਵਾਂ ਦਾ ਉਸ ਸਮੇਂ ਤੇ ਜਿਵੇਂ ਕਹਿ ਲਓ ਕਿ ਧਰਮ ਦੇ ਭਰਾ ਦੋ, ਮੈਂ ਕਹਿ ਲਊ ਵੀ ਜਿਸਮ ਤੇ ਇੱਕ ਜਾਨ। ਸਵਾਲ ਤਾਂ ਉਦੋਂ ਹੈ ਜਦੋਂ ਭੀੜ ਪਈ ਹੋਵੇ ਤੇ ਸਾਹਮਣੇ ਮੌਤ ਦਿਸਦੀ ਹੋਵੇ ਤਾਂ ਉਦੋਂ ਵੀ ਕਹਿਣ ਕਿ ਅਸੀਂ ਇੱਕ ਦੂਜੇ ਨੂੰ ਨਹੀਂ ਛੱਡਣਾ। ਰੋਈ ਉਹਨਾਂ ਦੀ ਇਕੱਠਿਆਂ ਦੀ ਡਿਊਟੀ ਲੱਗੀ ਸੀ ਜਿਹੜੀ ਉਹਨਾਂ ਨੇ ਨਿਭਾਈ। ਸੋ ਇਹਨਾਂ ਦਾ ਪ੍ਰੇਮ ਜਿਹੜਾ ਹੈ ਨਾ ਇਹ ਤਾਂ ਬਹੁਤ ਪਹਿਲਾਂ ਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਮੁਖੀ ਬਣਨ ਤੋਂ ਵੀ ਪਹਿਲਾਂ ਦਾ ਹੀ ਪ੍ਰੇਮ ਸੀ। ਜਿਵੇਂ ਉਹਨਾਂ ਨੇ ਸੰਤਾਂ ਨੇ ਡੈਡੀ ਹੁਣ ਜਿਵੇਂ ਯਾਰ ਦੋਸਤ ਆਪਸ 'ਚ ਗੱਲਾਂ ਕਰਦੇ ਆ, ਗੱਲਾਂ ਕਾਹਦੀਆਂ ਕਰਨੀਆਂ? ਗੱਲਾਂ ਕਰਨੀਆਂ ਕੌਮ ਦੀਆਂ ਕਿ ਸੰਤ ਕਰਤਾਰ ਸਿੰਘ ਖਾਲਸਾ ਦਾ ਇਸ ਸਮੇਂ ਪ੍ਰਚਾਰ ਕੈਸਾ ਚੱਲ ਰਿਹਾ, ਜਥੇ ਦਾ ਪੜਾਅ ਕਿੱਥੇ ਹੈ, ਜਥਾ ਕਿੱਥੇ ਪਹੁੰਚਿਆ, ਕਿੰਨੇ ਦਿਨ ਦੀ ਕਥਾ, ਕਿਹੜੇ ਇਤਿਹਾਸ ਦੀ, ਕਿਹੜੇ ਗੁਰਦੁਆਰੇ ਮਹਾਂਪੁਰਸ਼ ਕਰ ਰਹੇ ਨੇ। ਵਾਪਸ ਫਿਰ ਉਹਨਾਂ 6 ਦਿਨਾਂ ਤੇ ਮੈਂ ਆਉਂਗੀ। ਮੈਂ ਪੁੱਛਣਾ ਇਹ ਚਾਹੁੰਦੀ ਹਾਂ ਕਿ ਪਰਿਵਾਰ ਤੋਂ ਵੱਖ ਸੀ ਜਾਂ ਪਰਿਵਾਰ ਵੀ ਉਹਨਾਂ 6 ਦਿਨਾਂ ਦੇ ਵਿੱਚ ਇੱਥੇ ਹੀ ਦਰਬਾਰ ਸਾਹਿਬ ਸ਼ਾਮਿਲ ਸੀ? ਨਹੀਂ, ਪਰਿਵਾਰ ਤੋਂ ਉਸ ਸਮੇਂ ਵੱਖ ਨਹੀਂ ਸੀ। ਜਦ ਹਾਲਾਂਕਿ ਪਰਿਵਾਰ ਪਰਮਾਨੈਂਟ ਅੰਮ੍ਰਿਤਸਰ ਨਹੀਂ ਸੀ ਰਹਿੰਦਾ ਕਿਉਂਕਿ ਉਹਨਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਜਦੋਂ ਤੋਂ ਗ੍ਰਿਫਤਾਰੀ ਹੋਈ ਸੀ। ਹਰ ਇੱਕ ਈਵੈਂਟ ਦਾ ਇੱਕ ਇਤਿਹਾਸ ਹੈ, ਹਰ ਇੱਕ ਈਵੈਂਟ ਦਾ, ਹਰ ਇੱਕ ਪੜਾਅ ਦਾ, ਹਰ ਘਟਨਾ ਦਾ ਇੱਕ ਇਤਿਹਾਸ ਹੈ। ਨੌਜਵਾਨਾਂ ਤੇ ਝੂਠੇ ਕੇਸ ਪਾ ਕੇ ਸਰਕਾਰ ਨੇ ਫੜਨਾ ਸ਼ੁਰੂ ਕਰ ਦਿੱਤਾ। ਬੜਾ ਪ੍ਰਚਲਿਤ ਸੀ ਉਹਨਾਂ ਸਮੇਂ ਵਿੱਚ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਹੁੰਦੇ ਨੇ, ਕੌਮ ਦੇ ਘਰ ਦੀਆਂ ਗੱਲਾਂ ਕੀਤੀਆਂ ਤਾਂ ਨੈਚੁਰਲੀ ਸਰਕਾਰਾਂ ਨੇ ਵੀ ਆਪਣੇ ਪੂਰੇ ਹਰ ਤਰ੍ਹਾਂ ਦੇ ਨਾਲ ਢਿੱਲ ਲਾਉਣੇ ਹੁੰਦੇ ਆ। ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਨਾਲ ਰਹਿ ਕਰਕੇ ਸਿੱਖ ਨੌਜਵਾਨ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਕਚਹਿਰੀਆਂ ਵਿੱਚ ਗਏ। ਬਾਬਾ ਠਾਰਾ ਸਿੰਘ ਵੀ ਨਾਲ ਸੀ, ਮੇਰੇ ਫਾਦਰ ਸਾਹਿਬ ਨਾਲ ਸੀ ਵੀ ਅਸੀਂ ਪੁੱਛਿਆ ਤਾਂ ਸਹੀ ਸਰਕਾਰ ਨੂੰ ਜਾ ਕੇ ਵੀ ਦੋਸ਼ ਕਿੱਥੇ ਕਿਹਦਾ ਹੈ। ਤਾਂ ਸਰਕਾਰ ਨੂੰ ਇਹ ਲੱਗਿਆ ਵੀ ਇਹ ਤਾਂ ਫੈਡਰੇਸ਼ਨ ਹੁਣ ਪੈਰਵਾਈ ਕਰਨ ਲੱਗ ਪਈ ਹੈ ਸਿੰਘਾਂ ਦੇ ਕੇਸਾਂ ਦੀ, ਤਾਂ ਕਿਤੇ ਨਾ ਕਿਤੇ ਵੀ ਸਾਨੂੰ ਸ਼ਾਇਦ ਇਸ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਕੋਰਟ ਵਿੱਚ। ਤਾਂ ਉਹਨਾਂ ਨੇ ਕੀ ਕੀਤਾ, ਮੌਕੇ ਦੇ ਉੱਤੇ ਪੈਰਵਾਈ ਕਰਨ ਗਿਆ ਨੂੰ ਅਰੈਸਟ ਕਰ ਲਿਆ। ਬਾਬਾ ਠਾਰਾ ਸਿੰਘ ਨੂੰ ਵੀ ਅਰੈਸਟ ਕਰ ਲਿਆ, ਮੇਰੇ ਫਾਦਰ ਭਾਈ ਅਮਰੀਕ ਸਿੰਘ ਜੀ ਨੂੰ ਵੀ ਅਰੈਸਟ ਕਰ ਲਿਆ।
ਜਦੋਂ ਇਹਨਾਂ ਦੀ ਗ੍ਰਿਫਤਾਰੀ ਦੀ ਗੱਲ ਫੈਲੀ, ਅੰਮ੍ਰਿਤਸਰ ਪਹੁੰਚੀ, ਤਾਂ ਇਸ ਚੀਜ਼ ਦਾ ਬੜਾ ਰੋਹ ਸਾਰਿਆਂ ਦੇ ਮਨ ਦੇ ਵਿੱਚ ਬੜਾ ਰੋਹ ਆਇਆ। ਫੈਡਰੇਸ਼ਨ ਪ੍ਰਧਾਨ ਸੀ ਮੌਕੇ ਦੇ, ਇੰਨੇ ਉਤਾਵਲੇ ਹੋਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਕਿ ਬਿਮਾਰੀ ਦੀ ਹਾਲਤ ਵਿੱਚ ਬੁਖਾਰ ਚੜ੍ਹਿਆ ਦਰਬਾਰ ਸਾਹਿਬ ਪਹੁੰਚ ਗਏ। ਗੱਡੀ ਲਈ ਮੈਥੇ ਤੋਂ ਤੁਰੰਤ ਹੀ ਸਿੰਘਾਂ ਦੇ ਨਾਲ ਸਮੇਤ ਜਥੇ ਦਰਬਾਰ ਸਾਹਿਬ ਆ ਗਏ। ਇੱਥੇ ਆ ਕੇ ਵਿਚਾਰਾ ਕਰਨ ਲੱਗੇ ਕਿ ਭਾਈ ਅਮਰੀਕ ਸਿੰਘ ਨੂੰ ਛੁਡਾਉਣਾ ਕਿਵੇਂ, ਮਤਲਬ ਵਿਛੋੜਾ ਨਹੀਂ ਸੀ ਬਰਦਾਸ਼ਤ ਕਰ ਸਕਦੇ। ਅਸਲ ਦੇ ਵਿੱਚ ਧਰਮ ਯੁੱਧ ਮੋਰਚਾ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਜੀ ਦੀ ਗ੍ਰਿਫਤਾਰੀ ਦੇ ਅਗੇਂਸਟ ਸ਼ੁਰੂ ਹੋਇਆ ਸੀ, ਜਿਹਨੂੰ ਬਾਅਦ ਦੇ ਵਿੱਚ ਅਕਾਲੀ ਦਲ ਦੇ ਵੀ ਮੋਰਚੇ ਦੇ ਨਾਲ ਪਲੈਜ ਕਰ ਲਿਆ ਗਿਆ। ਦੂਸਰਾ, ਕਦੇ ਵੀ ਕਿਸੇ ਵੀ ਸਿੱਖ ਨੇ ਇਹ ਨਹੀਂ ਸੀ ਸੋਚਿਆ ਕਿ ਸਰਕਾਰ ਇਸ ਹੱਦ ਤੱਕ ਗਿਰ ਜੂਗੀ ਕਿ ਉਹ ਆਪਣੀ ਹੀ ਸਰਕਾਰ ਜਿਹੜੀ ਹੱਥੀਂ ਚੁਣੀ ਹੋਈ ਹੈ, ਇਹ ਟੈਂਕਾਂ ਤੇ ਤੋਪਾਂ ਦੇ ਨਾਲ ਆਪਣੀ ਹੀ ਕੌਮ ਦੇ ਉੱਤੇ, ਆਪਣੇ ਹੀ ਭਾਰਤੀਆਂ ਤੇ ਆਪਣੀ ਸਿਟੀਜ਼ਨ ਦੇ ਉੱਤੇ ਐਡਾ ਮਾਰੂ ਹਮਲਾ ਕਰੇਗੀ। 1 ਜੂਨ ਨੂੰ ਜਦੋਂ ਗੋਲੀਬਾਰੀ ਹੋਈ ਹੈ, ਭਾਈ ਮਹਿੰਗਾ ਸਿੰਘ ਜੀ ਬੱਬਰ ਸ਼ਹੀਦ ਹੋਏ ਆ, ਉਹ ਤਾਂ ਤੁਹਾਨੂੰ ਸਾਰਾ ਪਤਾ ਹੀ ਹੈ ਵਾਰ-ਵਾਰ ਕਿ ਉਹ ਤਾਂ ਇਸ ਕਰਕੇ ਸੀਗਾ ਕਿ ਅੰਦਰੋਂ ਜਵਾਬੀ ਫਾਇਰ ਆਵੇ ਤੇ ਪਤਾ ਲੱਗ ਜੇ ਇਸ ਫੌਜ ਨੂੰ ਕਿ ਕਿਸ ਕਿਸਮ ਦੇ ਹਥਿਆਰ ਨੇ ਤੇ ਕਿੱਥੇ-ਕਿੱਥੇ ਮੋਰਚਾਬੰਦੀ ਹੋਈ ਹੈ। ਪਰ ਕਿਉਂਕਿ ਅੰਦਰ ਜਨਰਲ ਸ਼ਬੇਗ ਸਿੰਘ ਵਰਗੇ ਟ੍ਰੇਨਡ ਜਨਰਲ ਬੈਠੇ ਸੀਗੇ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਸੇ ਮਕਸਦ ਲਈ ਸ਼ਾਇਦ ਭੇਜਿਆ ਸੀ, ਉਹਨਾਂ ਦੇ ਹਦਾਇਤਾਂ ਮੁਤਾਬਕ ਅੰਦਰੋਂ ਕੋਈ ਫਾਇਰ ਨਹੀਂ ਹੋਇਆ। ਜਿੰਨੀ ਫਾਇਰਿੰਗ ਹੋਈ ਹੈ ਚਫੇਰਿਓਂ ਕੈਂਪਸ ਤੇ ਆਰਮੀ ਦੀ ਹੋਈ ਹੈ। ਕਰਫਿਊ ਵੀ ਖੋਲਿਆ ਗਿਆ ਕੁਝ ਸਮੇਂ ਲਈ, ਔਰ ਇਹ ਅਨਾਉਂਸਮੈਂਟਸ ਕੀਤੀਆਂ ਗਈਆਂ ਕਿ ਜਿੰਨੇ ਨਿਕਲਣਾ ਆ ਉਹ ਨਿਕਲ ਸਕਦਾ। ਕਰਫਿਊ ਢਿੱਲ ਦਿੱਤੀ ਗਈ। ਤੁਸੀਂ ਦੇਖੋ ਵਾਈਸ ਵਰਸਾ ਕਿ ਢਿੱਲ ਕਰਫਿਊ ਵਿੱਚ ਦਿੱਤੀ ਗਈ। ਜਿਨ੍ਹਾਂ ਨੇ ਬਾਹਰ ਜਾਣਾ ਸੀ ਉਹ ਤਾਂ ਚਲੇ ਗਏ, ਜਿਹੜੇ ਅੰਦਰ ਆਉਣ ਵਾਲੇ ਸੀ ਉਹਨਾਂ ਨੂੰ ਸਰਕਾਰ ਨੇ ਨਹੀਂ ਰੋਕਿਆ ਕਿ ਭਾਈ ਤੁਸੀਂ ਅੰਦਰ ਨਾ ਜਾਓ, ਅਸੀਂ ਦੁਬਾਰਾ ਕਰਫਿਊ ਲਾਉਣਾ। ਇਟ ਮੀਨਸ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਸਿੱਖ ਅੰਦਰ ਆ ਜਾਣ ਤੇ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਜਾਵੇ ਕਿ ਇਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣ। ਅੰਦਰ ਬੈਠਿਆਂ ਦਾ ਤਾਂ ਕੋਈ ਸੰਘਰਸ਼ ਨਾਲ ਲੈਣ ਦੇਣ ਹੋ ਸਕਦਾ ਹੈ। ਸੰਘਰਸ਼ ਵੀ ਕੀ ਸੀ? ਸਾਡੇ ਬੁਨਿਆਦੀ ਹੱਕ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਖਾਇਆ ਕਿ ਜਦੋਂ ਵੈਰੀ ਚੜ੍ਹ ਕੇ ਆ ਗਿਆ ਤਾਂ ਫਿਰ ਕੀ ਕਰਾਂਗੇ? ਸੈਲਫ ਡਿਫੈਂਸ ਤਾਂ ਕਰਾਂਗੇ ਨਾ। ਜਦੋਂ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ, ਜਦੋਂ ਬੂਟ ਲੈ ਕੇ ਫੌਜੀ ਅੰਦਰ ਵੜਨ ਦੀ ਕੋਸ਼ਿਸ਼ ਕਰਨ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਮਹਾਰਾਜ ਨੂੰ ਸਿੱਧਾ ਲਾ ਕੇ ਗੋਲੀਆਂ ਦਾ ਨਿਸ਼ਾਨਾ ਕੀਤਾ ਜਾ ਰਿਹਾ ਹੋਵੇ ਤੇ ਫਿਰ ਅਸੀਂ ਇੱਕ ਸਿੰਘ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਚੁੱਪ ਕਰਕੇ ਬੈਠ ਜੇ, ਇਹ ਤਾਂ ਸਾਡੇ ਖੂਨ 'ਚ ਨਹੀਂ ਹੈ ਨਾ। ਗੁਰੂ ਸਾਹਿਬ ਵੱਲੋਂ ਜੋ ਉਹਨਾਂ ਨੇ ਅਰਦਾਸਾਂ ਉਹਨਾਂ ਨੇ ਕੀ ਹੁੰਦੀਆਂ ਸੀ? ਮੇਰੇ ਮਦਰ ਨੂੰ ਇੱਕ ਵਾਰੀ ਮੇਰੇ ਫਾਦਰ ਸਾਹਿਬ ਨੇ ਕਿਹਾ ਸੀਗਾ ਕਿ ਮੇਰੀ ਅਰਦਾਸ ਕਰਿਆ ਕਰ, ਤੇਰਾ ਨਿਤਨੇਮ ਬਹੁਤ ਹੈ, ਮੇਰੀ ਅਰਦਾਸ ਕਰਿਆ ਕਰ ਕਿ ਜਿਹੜਾ ਅਸੀਂ ਕੌਮ ਦਾ ਇੰਨਾ ਵੱਡਾ ਸੰਘਰਸ਼ ਹੈ ਨਾ ਸ਼ੁਰੂ ਕੀਤਾ, ਇਹ ਹੁਣ ਪਿੱਛੇ ਨਾ ਮੁੜੀਏ ਅਸੀਂ, ਤੇ ਜਿਹੜੀ ਗੋਲੀ ਸਾਨੂੰ ਵੱਜਣੀ ਹੈ ਨਾ ਪਿੱਠ 'ਚ ਨਾ ਵੱਜੇ, ਸੀਨੇ 'ਚ ਵੱਜੇ, ਤੇ ਅਸੀਂ ਕਿਸੇ ਸੜਕ ਤੇ ਨਾ ਪਏ ਹੋਈਏ, ਜਦੋਂ ਸਾਡੀ ਸ਼ਹਾਦਤ ਹੋਵੇ ਅਸੀਂ ਗੁਰੂ ਚਰਨਾਂ ਵਿੱਚ ਹੋਈਏ। ਪਰ ਜਿਹੜਾ ਕਮਿਟਡ ਹੋ ਕੇ ਵੇਟ ਕਰਨੀ ਵੀ ਹੁਣ ਟੈਂਕ ਆ ਰਿਹਾ, ਹੁਣ ਇੰਨੀ ਪਲ ਮਤਲਬ ਇੱਥੇ ਆ ਗਈ ਮੌਤ, ਇੱਥੇ ਆ ਗਈ ਤੇ ਚਾਹ ਚੜਨਾ ਤੇ ਗੁਰੂ ਦੇ ਸੋਹਲੇ ਗਾਉਣੇ ਤੇ ਅਰਦਾਸ ਕਰਕੇ ਜਿਹੜਾ ਆਪਣਾ ਜਪਜੀ ਸਾਹਿਬ ਪਾਠ ਕਰਕੇ ਕੀਰਤਨ ਸੋਹਲਾ ਆਪ ਪੜਨਾ ਤੇ ਫਿਰ ਹੱਥਾਂ ਵਿੱਚ ਸ਼ਸਤਰ ਲੈ ਕੇ ਬਾਹਰ ਆ ਕੇ ਵੇਟ ਕਰਨੀ। ਮੈਂ ਸਮਝਦੀ ਹਾਂ ਵੀ ਇਹੀ ਕਾਰਨ ਹੈ ਕਿ ਅੱਜ ਅਸੀਂ ਇਹਨਾਂ ਜਿਹੜੇ ਐਗਜ਼ਿਸਟ ਕਰ ਰਹੇ ਹਾਂ ਨਾ, ਜਿੱਥੇ ਅਸੀਂ ਬੈਠੇ ਹਾਂ। ਉਹਨਾਂ ਨੇ ਫਿਰ ਉੱਥੋਂ ਸਾਨੂੰ ਕਰਫਿਊ ਲੱਗ ਗਿਆ ਸੀ, ਫਿਰ ਕੱਚੇ ਰਾਹਾਂ ਥਾਣੀ, ਪਿੰਡਾਂ ਥਾਣੀ, ਟਰੈਕਟਰ ਤੇ ਮੇਰੇ ਨਾਨਕੇ ਸੀ ਫਿਰੋਜ਼ਪੁਰ, ਉੱਥੇ ਪਹੁੰਚਾਇਆ। ਇੱਕ ਦੋ ਦਿਨ 'ਚ ਜਦੋਂ ਅਸੀਂ 1-2 ਦਿਨਾਂ 'ਚ ਬਾਅਦ ਫਿਰੋਜ਼ਪੁਰ ਪਹੁੰਚੇ ਤਾਂ ਉੱਥੇ ਰੇਡੀਓ ਆਕਾਸ਼ਵਾਣੀ ਤੇ ਉਦੋਂ ਖਬਰਾਂ ਹੁੰਦੀਆਂ ਸੀ। ਤਾਂ BBC ਤੋਂ ਜਦੋਂ ਖਬਰ ਆਈ ਕਿ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋ ਗਿਆ, ਮੇਬੀ ਉਸ ਦਿਨ 5 ਜੂਨ ਹੋਣੀ ਹੈ ਜਿਸ ਦਿਨ ਮੈਂ ਖਬਰ ਸੁਣੀ, ਤਾਂ ਮੇਰੇ ਦਾਦੀ ਜੀ ਵਾਜ ਇੰਨੇ ਸ਼ੌਕਡ ਹੋ ਗਏ, ਇੰਨਾ ਉਹਨਾਂ ਨੂੰ ਧੱਕਾ ਲੱਗਾ ਕਿ 2 ਬੇਟੇ ਉਹਨਾਂ ਦੀਆਂ 2 ਨੂੰਹਾਂ ਸਾਰੇ ਕੈਂਪਸ 'ਚ, ਮੈਂ ਤੇ ਮੇਰੇ ਦਾਦੀ ਜੀ ਬੱਚੇ ਸੀ, ਤਾਂ ਉਹ ਮੈਨੂੰ ਨਾਨਕੇ ਛੱਡ ਕੇ ਉਹਨੀ ਪੈਰੀ ਵਾਪਸ ਆ ਕੇ ਲੱਭਣ। ਇਸ ਇਕੱਲੇ ਟੌਪਿਕ ਤੇ ਕਿਤਾਬ ਲਿਖੀ ਜਾ ਸਕਦੀ ਹੈ। ਕਰਫਿਊ ਲੱਗਾ, ਸੜਕ ਤੇ ਚੜ੍ਹ ਨਹੀਂ ਸਕਦੇ, ਗੋਲੀ ਦਾ ਆਰਡਰ ਹੈ, ਕਿਰਪਾਨ ਵਾਲੇ ਨੂੰ ਖਾਸ ਕਰਕੇ ਸਾਡੇ ਪਰਿਵਾਰ ਨੂੰ, ਜਿਹੜੀ ਸੜਕ ਦੇ ਨਾਲ ਪੈਲੀਆਂ ਜਾਂਦੀਆਂ ਸੀ ਕੱਚੇ ਪੈਰਿਆਂ ਦੇ ਵਿੱਚੋਂ ਦੀ ਹੋ ਕੇ ਇੱਕ ਲੇਡੀ ਲਈ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਆਉਣਾ, ਰਸਤੇ ਵਿੱਚ ਹਰੀਕੇ ਦਰਿਆ ਆ ਗਿਆ। ਹਰੀਕੇ ਦਰਿਆ ਨੂੰ ਜਿੱਧਰਲੇ ਬੰਨੋਂ ਪਾਕਿਸਤਾਨ ਨੂੰ ਪਾਣੀ ਥੋੜਾ ਜਾਂਦਾ ਹੈ, ਸ਼ਾਮ ਦੇ ਸਮੇਂ ਤੁਰ ਕੇ ਪਾਰ ਕੀਤਾ। ਮੋਰਓਵਰ ਜਦੋਂ ਖਬਰਾਂ ਗਈਆਂ ਤਾਂ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਗੜਬੜ ਦਾ ਮਾਹੌਲ ਬਣਿਆ ਹੋਇਆ ਸੀ, ਤਾਂ ਸਿੱਖਾਂ ਨੂੰ ਤਾਂ ਗੋਲੀਆਂ 1-2 ਥਾਵਾਂ ਤੇ ਚੱਲਣ ਕਰਕੇ ਮਾਰ ਦਿੰਦੇ ਸੀ। ਅਗਲੇ ਦਿਨ ਹੋਇਆ ਜਦੋਂ 3 ਨੂੰ, ਤਾਂ ਮਿਲੇ ਤਾਂ ਨਹੀਂ ਮੇਰੇ ਫਾਦਰ ਸਾਹਿਬ, ਬਾਅਦ 'ਚ ਮੇਰੇ ਮਦਰ ਦੱਸਦੇ ਆ ਕਿ ਮਿਲੇ ਤਾਂ ਨਹੀਂ। ਉਹਨਾਂ ਦੀ ਪੂਰੀ ਦੀ ਪੂਰੀ ਹੈਗੀ ਹੈ ਸਾਰੀ ਦਾਸਤਾਨ, ਉਹਨਾਂ ਨੇ ਆਪਣੀ ਕੀਤੀ ਵੀ ਹੈ ਸ਼ੇਅਰ। ਪਰ ਬਾਅਦ ਵਿੱਚ ਜਦੋਂ 4 ਰਾਤ ਨੂੰ ਜਦੋਂ ਇਹਨਾਂ ਨੇ ਟੈਂਕ ਅੰਦਰ ਵਾੜਿਆ, ਤਾਂ ਜਦੋਂ 3 ਨੂੰ ਬਿਜਲੀ ਕੱਟ ਦਿੱਤੀ, ਪਾਣੀ ਚਲਾ ਗਿਆ, ਗਰਮੀ ਬਹੁਤ ਜ਼ਿਆਦਾ ਸੀ, ਜੂਨ ਦਾ ਮਹੀਨਾ,
ਤਾਂ ਉਦੋਂ ਥੋੜੇ ਜਿਹੇ ਸਿੰਘ ਨਾ ਉੱਥੋਂ ਸੰਤਾਂ ਨੇ ਭੇਜੇ ਕਿ ਜਿਹੜੀਆਂ ਬੀਬੀਆਂ ਤੇ ਬੱਚੇ ਆ ਉਹਨਾਂ ਨੂੰ ਇਹ ਮੈਸੇਜ ਦੇ ਆਓ ਕਿ ਉਹ ਸਾਰੀਆਂ ਲੰਗਰ ਹਾਲ 'ਚ ਇਕੱਠੀਆਂ ਹੋ ਜਾਣ, ਕਿਉਂਕਿ ਆਰਮੀ ਜਦੋਂ ਅੰਦਰ ਆਏਗੀ ਤਾਂ ਤੁਸੀਂ ਇੱਕ ਥਾਂ ਤੇ ਹੋਣੇ ਚਾਹੀਦੇ ਹੋ, ਵੱਖ-ਵੱਖ ਕਮਰਿਆਂ 'ਚ ਨਾ ਬੈਠੋ। ਤੇ ਮੇਰੇ ਮਦਰ ਲਈ ਵੀ ਇਹ ਸੁਣਾਇਆ ਸੀ ਕਿ ਤੁਸੀਂ ਵੀ ਜਿੱਥੇ ਬਾਕੀ ਬੀਬੀਆਂ ਬੈਠੀਆਂ ਨੇ ਜਾ ਕੇ ਬੇਟੀ ਨੂੰ ਲੈ ਜਾਓ ਤੇ ਉੱਥੇ ਹੀ ਬਹਿ ਜਾਓ ਲੰਗਰ ਹਾਲ ਦੇ, ਲੰਗਰ ਗੁਰੂ ਰਾਮਦਾਸ ਲੰਗਰ ਦੇ ਵਿੱਚ। ਉਹ ਉੱਥੇ ਲੇਟ ਗਏ ਤੇ 4 ਤਰੀਕ ਨੂੰ ਰਾਤ ਨੂੰ ਇਹਨਾਂ ਨੇ ਜਦੋਂ ਟੈਂਕਾਂ ਦਾ ਹਮਲਾ ਕੀਤਾ, 5 ਸਵੇਰ ਦੀ ਜਦੋਂ ਅੰਮ੍ਰਿਤ ਵੇਲੇ ਕਹਿੰਦੇ ਆਸਾ ਜੀ ਦੀ ਵਾਰ ਰਾਗੀ ਸਿੰਘਾਂ ਨੇ ਸ਼ੁਰੂ ਕੀਤੀ, ਪਹਿਲਾ ਛੱਕਾ ਲੱਗਿਆ ਅੰਮ੍ਰਿਤ ਵੇਲੇ ਦਾ, ਤੇ ਹਜੇ ਕਹਿੰਦੇ ਪਹਿਲਾ ਛੱਕਾ ਹੀ ਲੱਗਿਆ ਸੀ ਕਿ ਜ਼ੋਰਦਾਰ ਇੱਕ ਗੋਲਾ ਆ ਕੇ ਪਰਿਕਰਮਾ 'ਚ ਡਿੱਗਾ। ਤੇ ਮੈਂ ਜਦੋਂ ਕਹਿੰਦੇ ਗੋਲਾ ਡਿੱਗਾ, ਆਵਾਜ਼ ਤਾਂ ਜਿਹੜੀ ਆਉਣੀ ਚਾਨਣ ਇਸ ਤਰ੍ਹਾਂ ਹੋਇਆ ਕਿ ਜਿਵੇਂ 2-3 ਸੂਰਜ ਇਕੱਠੇ ਚੜ ਗਏ ਹੋਣ, ਕਿਉਂਕਿ ਫਲੱਡ ਲਾਈਟ ਵੀ ਨਾਲ ਸੁੱਟਦੇ ਸੀ ਉਹ, ਕਿ ਕੀੜੀ ਵੀ ਤੁਰੀ ਜਾਂਦੀ ਦਿਖਦੀ ਸੀ। ਉਹ ਪਹਿਲਾਂ ਫਲੱਡ ਲਾਈਟ ਸੁੱਟਦੇ ਸੀ, ਕੀੜੀ ਵੀ ਜਿੱਥੇ ਵੀ ਉਹਨਾਂ ਨੂੰ ਹਰਕਤ ਹੁੰਦੀ ਸੀ ਤੇ ਸਿੱਧੀ ਫਿਰ ਗੋਲਾ ਸੁੱਟਦੇ ਸੀ ਕਿ ਇੱਥੇ ਕੁਛ ਨਾ ਕੁਛ ਹਰਕਤ ਹੈਗੀ, ਇੱਥੇ ਕੋਈ ਜ਼ਿੰਦਾ ਹੈ, ਇੱਥੇ ਕੋਈ ਮੋਰਚਾ ਹੈ ਤੇ ਕੋਈ ਸਿੰਘ ਹੋ ਸਕਦਾ। ਫਿਰ ਉੱਥੇ ਮਗਰ ਗੋਲਾ ਆ ਜਾਂਦਾ ਸੀ, ਪਹਿਲਾਂ ਲਾਈਟ ਦਾ ਗੋਲਾ ਆਉਂਦਾ ਸੀ, ਫਿਰ ਦੂਜਾ ਗੋਲਾ ਆਉਂਦਾ ਸੀ, ਉਹਦੇ ਨਾਲ ਅੱਗ ਲੱਗ ਜਾਂਦੀ ਸੀ ਬੜੀ ਜ਼ਬਰਦਸਤ। ਤੇ ਮੇਰੇ ਮਦਰ ਕਹਿੰਦੇ ਜਦੋਂ ਪਹਿਲਾ ਗੋਲਾ ਵੱਜਾ ਤੇ ਇੰਨਾ ਜ਼ਿਆਦਾ ਤਰਬਕ ਗਏ ਤੇ ਕਹਿੰਦੇ ਮੈਂ ਭੱਜ ਕੇ ਦੌੜ ਕੇ ਅੰਦਰ ਗਈ ਕਿ ਮੇਰੀ ਬੇਟੀ ਸੁੱਤੀ ਪਈ ਹੈ। ਬੱਚੇ ਵੀ ਸਾਰੇ ਉੱਠ ਕੇ ਚੀਕ ਝਾੜਾ ਬੱਚਿਆਂ ਨੇ ਪੌੜਾ ਸ਼ੁਰੂ, ਕਹਿੰਦੇ ਮੈਂ ਬੇਟੀ ਨੂੰ ਫਿਰ ਚੁੱਕ ਲਿਆ। ਉਸ ਤੋਂ ਬਾਅਦ ਤਾਂ ਫਿਰ ਲਗਾਤਾਰ ਗੋਲਾ 1 2 3 ਲਗਾਤਾਰ ਸਿੰਘ ਜਿਹੜੇ ਸੀ ਉਹ ਕੱਢ ਕੇ ਲੈ ਗਏ ਥੰਮ ਦੇ ਨਾਲ ਪਰਿਕਰਮਾ ਦੇ ਵਿੱਚੋਂ, ਦੌੜ ਕੇ ਇੱਕ ਥੰਮ ਨਾਲ ਲੱਗਣਾ, ਫਿਰ ਦੌੜ ਕੇ ਅਗਲੇ ਥੰਮ ਨਾਲ ਐਵੇਂ ਪਰਿਕਰਮਾ ਕਰਦੇ ਜਿੱਥੇ ਹੁਕਮਨਾਮਾ ਸਾਹਿਬ ਡਿਸਪਲੇ ਹੁੰਦਾ ਉਲਟੇ ਚੱਲ ਰਹੇ ਸੀ ਨਾ, ਇਸ ਕੋਨੇ ਵਿੱਚ ਸੀ। ਕਹਿੰਦੇ ਮੈਂ ਸੋਚਿਆ ਕਿ ਜਦੋਂ ਭੱਜ ਕੇ ਲੰਘਣ ਲੱਗੇ ਪਤਾ ਨਹੀਂ ਕਿਤੇ ਗੋਲੀ ਵੱਜ ਜਾਣੀ, ਜੇ ਮੇਰੀ ਬੇਟੀ ਨੂੰ ਲੱਗ ਗਈ ਤਾਂ ਮੇਰਾ ਕਾਹਦਾ ਜੀਣਾ, ਮੈਂ ਕਿਵੇਂ ਜੀਊਂਗੀ, ਜੇ ਮੈਨੂੰ ਲੱਗੀ ਤਾਂ ਇਹ ਬੇਸਹਾਰਾ ਰਹੂਗੀ, ਜੇ ਲੱਗਣੀ ਆ ਤਾਂ ਇਕੱਠੀ ਲੱਗੂ, ਐਟਲੀਸਟ ਸਾਨੂੰ ਇੱਕ ਦੂਜੀ ਦਾ ਸਦਮਾ ਤਾਂ ਨਹੀਂ ਸਹਿਣਾ ਪਊਗਾ। ਕਹਿੰਦੇ ਮੈਂ ਕਿਹਾ ਮੈਂ ਨਹੀਂ ਬੇਟੀ ਨੂੰ ਦੇਣਾ। ਤੇ ਉਦੋਂ ਫਿਰ ਮੇਰੇ ਮਦਰ ਨੂੰ ਕਿਹਾ ਵੀ ਕੋਈ ਨਹੀਂ, ਤੁਸੀਂ ਜੇ ਗੁਰਸੰਤ ਕਰਤਾਰ ਸਿੰਘ ਦੀ ਜੜ ਲੱਗਣੀ ਹੋਈ ਤਾਂ ਬਚ ਜਾਓਗੇ ਤੁਸੀਂ। ਸਾਰਾ ਕਿਲਿੰਗ ਗਰਾਊਂਡ ਮੈਂ ਕਹਿ ਲੂੰਗੀ ਵੀ ਉਹ ਸੀਗਾ ਜਿਹੜਾ ਮੇਨ ਟਾਰਗੇਟ ਸੀ ਅਕਾਲ ਤਖਤ ਸਾਹਿਬ। ਉਹ ਜਿਹੜੀ ਦਿਉੜੀ ਵਾਲਾ ਖਾਲੀ ਰਸਤਾ ਮੇਰੇ ਮਦਰ ਨੇ ਉਹ ਭੱਜ ਕੇ ਜਿਹੜਾ ਪੂਰਾ ਕੀਤਾ। ਕਿਤਾਬਾਂ 'ਚ ਤਾਂ ਇਹ ਪੜ੍ਹਦੇ ਰਹਿੰਦੇ ਆ, ਪਰ ਜ਼ੁਬਾਨੀ ਹੁੰਦੀ ਹੈ ਕਿ ਭਾਈ ਅਮਰੀਕ ਸਿੰਘ ਦੇ ਆਖਰੀ ਦਰਸ਼ਨ ਪਰਿਵਾਰ ਨੂੰ ਨਹੀਂ ਕਰਵਾਏ ਗਏ। ਨਹੀਂ, ਅਸੀਂ ਤਾਂ ਮਤਲਬ ਅਸੀਂ ਤਾਂ ਕਿੰਨਾ ਸਾਲ ਦੇ ਬੱਚੇ, ਮਦਰ ਨੂੰ ਤਾਂ ਪਤਾ ਸੀ ਵੀ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਅਰਦਾਸ ਕਰ ਲਈ ਸੀ ਸ਼ਹੀਦ ਹੋਣਾ, ਤਾਂ ਤੁਸੀਂ ਵੀ ਸਾਡੀ ਅਰਦਾਸ ਕਰਿਓ। ਤਾਂ ਅਟਲ ਸੱਚਾਈ ਹੈ। ਜਿੱਥੇ 5 ਜੂਨ ਦੀ ਰਾਤ ਨੂੰ ਜਦੋਂ ਵੱਡਾ ਮੁਕਾਬਲਾ ਹੁੰਦਾ ਹੈ, ਜਦੋਂ ਟੈਂਕ ਅੰਦਰ ਆ ਜਾਂਦੇ ਆ, 6 ਜੂਨ ਨੂੰ ਤਾਂ ਦੁਪਹਿਰ ਤੱਕ ਅੰਦਰੋਂ ਗੋਲਾਬਾਰੀ ਤਕਰੀਬਨ ਅੰਦਰਲੀ ਜਵਾਬੀ ਫਾਇਰਿੰਗ ਤਕਰੀਬਨ ਬੰਦ ਹੋ ਗਈ ਸੀ। ਇਟ ਮੀਨਸ ਕਿ ਸ਼ਹਾਦਤਾਂ ਹੋ ਚੁੱਕੀਆਂ। ਤਾਂ ਸੂਤਰਾਂ ਮੁਤਾਬਕ ਸਵੇਰੇ ਜਿਹੜਾ 7 ਵਜੇ ਆਪਣੇ ਅਰਦਾਸੇ ਸੋਧ ਕੇ ਜਨਰਲ ਸ਼ਬੇਗ ਸਿੰਘ ਪਹਿਲਾਂ ਸ਼ਹੀਦ ਹੋ ਚੁੱਕੇ ਸੀ, ਬਾਬਾ ਠਾਰਾ ਸਿੰਘ ਨੇ ਦੁੱਖ ਭੰਜਨੀ ਵੇਰ ਥੱਲੇ ਗੋਲੀ ਲੱਗ ਚੁੱਕੀ ਸੀ, ਸ਼ਹੀਦੀ ਪ੍ਰਾਪਤ ਕਰ ਚੁੱਕੇ ਸੀ। ਤਾਂ ਜਿਹੜੇ ਗਿਣਤੀ ਦੇ ਸਿੰਘ ਸੰਤਾਂ ਨੇ ਕਿਹਾ ਸੀਗਾ ਭਾਈ ਅਮਰੀਕ ਸਿੰਘ ਨੂੰ, ਡੈਡੀ ਮੇਰਿਆਂ ਨੂੰ, ਭਾਈ ਅਮਰੀਕ ਸਿੰਘ ਤੁਸੀਂ ਚਲੇ ਜਾਓ ਬਾਹਰ। ਪਰ ਅਸੀਂ ਤਾਂ ਕਾਫੀ ਦਿਨ ਬੱਚੇ ਸੀ ਨਾ, ਅਸੀਂ ਤਾਂ ਉਡੀਕਦੇ ਹੀ ਰਹੇ। ਮੇਰੇ ਮਦਰ ਨੂੰ ਸਮਝਦੇ ਸੀਗੇ ਵੀ ਉਹ ਸ਼ਹੀਦੀ ਹੋ ਚੁੱਕੀ ਉਹਨਾਂ ਦੀ, ਕਿਉਂਕਿ ਇੱਕ ਕੰਧ ਦਾ ਹੀ ਓਲਾ ਸੀ ਨਾ ਜਿੱਥੇ ਬੈਠੇ ਸੀ ਉਹ ਪਰਿਕਰਮਾ ਦੇ ਉੱਪਰ, ਜਿਹੜੇ ਕੁਆਟਰ ਨੇ ਉਹਨਾਂ 'ਚ ਹੀ ਬੈਠੇ ਸੀ। ਇੱਕ ਕੰਧ ਦਾ ਹੀ ਓਲਾ ਸੀ, ਆਵਾਜ਼ ਤਾਂ ਸੁਣ ਰਹੀ ਸੀ ਕਿੰਨੇ ਗੋਲੇ ਵੱਜ ਰਹੇ ਆ। ਸਿੰਘ ਭੇਜੇ ਕਿ ਸਹਿਜ ਪਾਠ ਆਰੰਭ ਕਰ ਦਿਓ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਤੇ, ਕਿਉਂਕਿ ਸੰਤਾਂ ਬਾਰੇ ਕਈ ਤਰ੍ਹਾਂ ਦੀਆਂ ਕੰਟਰੋਵਰਸੀ ਸੀਗੀਆਂ ਵੀ ਸੰਤ ਜਰਨੈਲ ਸਿੰਘ ਜਿੰਦਾ ਨੇ ਕਿੰਨੇ ਸਾਲ ਰਿਹਾ ਏ ਕੌਮ ਦੇ ਵਿੱਚ ਦੁਬਿਧਾ। ਹੌਲੀ ਕੁਝ ਗੱਲਾਂ ਕਲੀਅਰ ਹੋਈਆਂ, ਪਰ ਮੇਰੇ ਫਾਦਰ ਸਾਹਿਬ ਦਾ ਤਾਂ ਡੇ 1 ਤੋਂ ਹੀ ਇਹ ਕਲੀਅਰ ਹੋ ਚੁੱਕਿਆ ਸੀ। ਸਿੱਖ ਕੌਮ ਤੋਂ ਜਿੰਨਾ ਸਨਮਾਨ, ਜਿੰਨਾ ਸਤਿਕਾਰ ਪਰਿਵਾਰ ਨੂੰ ਮਿਲਣਾ ਚਾਹੀਦਾ ਸੀ, ਪਰਿਵਾਰ ਨੂੰ ਉਹਨਾਂ ਮਿਲਿਆ। ਅੱਜ ਜੋ ਕੁਛ ਵੀ ਹੈ ਨਾ ਪਰਿਵਾਰ, ਇਹ ਕੌਮ ਦੀ ਬਦੌਲਤ ਹੈ। ਇਹ ਪਰਿਵਾਰ ਹੀ ਕੌਮ ਦਾ। ਤੁਹਾਨੂੰ ਪਤਾ ਮੈਂ ਹਮੇਸ਼ਾ ਹੀ ਅਰਦਾਸ ਕਰਦੀ ਹੁੰਦੀ ਹਾਂ ਕਿ ਜਦੋਂ ਮੱਥਾ ਟੇਕਦੇ ਮੈਂ ਕਿ ਸੱਚੇ ਪਾਤਸ਼ਾਹ ਸਾਨੂੰ ਸੱਚੇ ਸਿੱਖ ਬਣਾ ਲੈ। ਅਸੀਂ ਤਾਂ ਹਾਲੇ ਸੱਚੇ ਸਿੱਖ ਵੀ ਨਹੀਂ ਬਣ ਸਕੇ। ਜਿੰਨੀ ਵੱਡਿਆਂ ਦੀ ਕਮਾਈ ਹੈ ਨਾ, ਵੱਡਿਆਂ ਦੀ ਭਗਤੀ ਇੰਨੀ ਹੈ ਕਿ ਸਾਡੀਆਂ ਪੀੜ੍ਹੀਆਂ ਵੀ ਬਹਿ ਕੇ ਖਾਣ ਮੁੱਕ ਨਹੀਂ ਸਕਦੀ। ਕਿਸੇ ਵੀ ਭੇਸ 'ਚ ਬੈਠੀ ਆ, ਕਿਸੇ ਵੀ ਧਿਰ 'ਚ ਬੈਠੀ ਆ, ਕਿਸੇ ਵੀ ਪਾਰਟੀ 'ਚ ਬੈਠੀ ਆ, ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੀ ਆ, ਜਦੋਂ ਫਾਦਰ ਸਾਹਿਬ ਦਾ, ਵੱਡੇ ਮਹਾਂਪੁਰਸ਼ਾਂ ਦਾ, ਦਾਦਾ ਜੀ ਦਾ ਨਾਮ ਅੱਗੇ ਆ ਜਾਂਦਾ ਨਾ, ਤਾਂ ਜਦੋਂ ਉਹਨਾਂ ਦਾ ਸਿਰ ਝੁਕਦਾ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਇੱਕ ਇੰਨਾ ਕੁ ਮਾਣ ਮਹਿਸੂਸ ਹੁੰਦਾ। ਸ਼ੁਕਰਾਨਾ, ਕੋਟਾਨ-ਕੋਟ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਇੰਨਾ ਪਿਆਰ ਮਿਲ ਰਿਹਾ। ਇਹ ਕੋਈ ਪੁਰਾਣੀ ਭਗਤੀ ਸੀ, ਉਹਨਾਂ ਦੇ ਘਰ ਜਨਮ ਲਿਆ ਤੇ ਉਹਨਾਂ ਦੀ ਬਦੌਲਤ ਇੰਨਾ ਸਨਮਾਨ ਮਿਲ ਰਿਹਾ। ਸ਼ਾਇਦ ਅਸੀਂ ਤਾਂ ਇਸ ਦੇ ਕਾਬਿਲ ਨਹੀਂ ਸੀ। ਬੜੀ ਸ਼ਿਕਾਇਤ ਕੌਮ ਤੋਂ, ਕੋਈ ਐਸੀ ਐਕਸੈਪਟੇਸ਼ਨ, ਕਿਉਂਕਿ ਸਾਡੇ ਚੈਨਲ ਦੇ ਮਾਧਿਅਮ ਦੌਰਾਨ ਭਾਈ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ, ਤਾਂ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਪਰਿਵਾਰ ਦੀ ਐਸੀ ਕਿਹੜੀ ਮੰਗ ਆ। ਇੱਕ ਤਾਂ ਇਹ ਕਿ ਮੇਰੇ ਫਾਦਰ ਸਾਹਿਬ ਦੀ ਆਇਡੈਂਟੀਟੀ ਸਿਰਫ ਇਹ ਨਹੀਂ ਸੀ ਕਿ ਉਹ
ਉਹਨਾਂ ਨੇ ਹਥਿਆਰ ਚੁੱਕੇ, ਆਰਮੀ ਮਾਰੀ। ਹੀ ਵਾਸ ਅ ਲਰਨਡ ਅਕੈਡਮਿਸ਼ੀਅਨ ਆਲਸੋ। ਸੰਤ ਗਿਆਨੀ ਖਾਲਸਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਪੁੱਤਰ ਤਾਂ ਸੀ, ਬੜੀ ਵੱਡੀ ਗੱਲ ਹੈ। ਤਰਾਸ਼ੇ ਸੀ ਉਹਨਾਂ ਨੇ, ਸੰਤਾਂ ਨੇ ਤਰਾਸ਼ਿਆ ਸੀ ਆਪਣੇ ਸਪੁੱਤਰ ਨੂੰ। ਸੰਤਾਂ ਨੇ, ਸੰਤ ਕਰਤਾਰ ਸਿੰਘ ਜੀ ਨੇ ਆਪ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਮੈਂ ਤੇਰਾ ਗਰੀਬ ਸਿੱਖ ਹਾਂ, ਮੈਂ ਤੇਰੀ ਇਹ ਕਾਪੀ ਨਹੀਂ ਕਰ ਸਕਦਾ, ਮੈਂ ਤੇਰੀ ਨਕਲ ਤਾਂ ਨਹੀਂ ਕਰ ਸਕਦਾ, ਨਾ ਹੀ ਤੇਰੇ ਵਰਗਾ ਹੋ ਸਕਦਾ ਹੈ। ਤੇਰੇ ਤਾਂ ਚਾਰ ਸੀ, ਤੂੰ ਚਾਰੇ ਸਾਡੇ ਤੋਂ ਵਾਰਤੇ, ਪਰ ਮੈਂ ਤੇਰਾ ਗਰੀਬ ਸਿੱਖ ਹੈ, ਮੇਰੇ ਦੋ ਨੇ, ਮੇਰਾ ਇੱਕ ਤਾਂ ਆਪਣੇ ਚਰਨਾਂ 'ਚ ਲਾ ਲੈ, ਕਿਰਪਾ ਕਰਕੇ ਮੇਰਾ ਇੱਕ ਪੁੱਤ ਪ੍ਰਵਾਨ ਕਰ ਲਈ। ਉਹਨਾਂ ਨੇ ਆਪ ਅਰਦਾਸ ਕੀਤੀ ਸੀ ਤੇ ਉਹਨਾਂ ਦੀ ਅਰਦਾਸਾਂ ਕਰਕੇ ਹੀ ਸ਼ਹਾਦਤ ਦਾ ਅਟਲ ਸੀ। ਫਿਰ ਗੁਰੂ ਸਾਹਿਬ ਸੰਤ ਕਰਤਾਰ ਸਿੰਘ ਦੀ ਅਰਦਾਸ ਕਿਉਂ ਨਾ ਸੁਣਦੇ, ਸੁਣੀ ਉਹਨਾਂ ਨੇ, ਆਪਣੇ ਲੇਖੇ ਲਾਇਆ। ਮੇਰਾ ਸਾਨੂੰ ਸਿਰਫ ਇਹੀ ਹੈ ਕਿ ਭਾਈ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ, ਨੌਜਵਾਨਾਂ ਦੀ ਰੂਹੇ ਰਵਾਂ ਜਥੇਬੰਦੀ ਸੀ, ਹਰਿਆਵਲ ਦਸਤਾ ਸੀ ਸਿੱਖ ਨੌਜਵਾਨਾਂ ਦਾ, ਜਿਸ ਜਥੇਬੰਦੀ ਨੂੰ ਉਹ ਲੀਡ ਕਰਦੇ ਸੀ। ਉਹਨਾਂ ਦੇ ਨਾਂ ਨਾਲ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹਮੇਸ਼ਾ ਲਾਇਆ ਜਾਵੇ। ਉਹਨਾਂ ਦੀ ਇਹ ਇੱਕ ਆਇਡੈਂਟੀਟੀ ਸੀ। ਉਹ ਆਪਣੀ ਜਥੇਬੰਦੀ ਦੇ ਬਹੁਤ ਸਾਰੇ ਸਿੰਘਾਂ ਨਾਲ ਸ਼ਹੀਦ ਹੋਏ ਆ। ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ, ਪਰ ਆਪਣੇ ਜਥੇਬੰਦੀ ਉਹਨਾਂ ਦੀ ਇੱਕ ਇੰਡੀਪੈਂਡੈਂਸ ਵੀ ਸੀਗੀ। ਉਹਨਾਂ ਦੀ ਜਥੇਬੰਦੀ ਤੇ ਬਹੁਤ ਸਾਰੇ ਸਿੰਘ, ਜਿਵੇਂ ਬੱਬਰ ਲੜੇ ਨੇ, ਕਾਰ ਸੇਵਾ ਵਾਲੇ ਸਿੰਘ ਵੀ ਲੜੇ ਨੇ, ਇਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਸ ਘੱਲੂ ਘਾਰੇ ਵਿੱਚ ਵੱਖਰਾ ਯੋਗਦਾਨ ਹੈ। ਜਦੋਂ ਤੱਕ ਪੰਜਾਬ ਨੂੰ ਪੰਜਾਬ ਨਹੀਂ ਬਣਾਉਂਦੇ, ਉਦੋਂ ਤੱਕ ਇਹ ਮੁੱਦੇ ਦਿਸਦੇ ਰਹਿਣਗੇ, ਤੇ ਜਿੰਨਾ ਚਿਰ ਇਹਨਾਂ ਜਿਸਮਾਂ 'ਚ ਰੂਹ ਦੀ ਜੋਤ ਫੁੱਕਦੀ ਹੈ ਨਾ, ਉਹਨਾਂ ਚਿਰ ਇਹ ਜ਼ਖਮ ਰਿਸਦੇ ਰਹਿਣਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਨੈਕਸਟ ਪੰਜਾਬ ਤੇ ਮੈਂ ਹਾਂ ਗਗਨ ਸਿੱਧੂ। ਅੱਜ ਜੇਕਰ ਗੱਲ ਕੀਤੀ ਜਾਵੇ ਤਾਂ ਜੂਨ ਦਾ ਉਹੀ ਹਫਤਾ ਚੱਲ ਰਿਹਾ ਹੈ ਜਿਹਨੂੰ ਪੂਰਾ ਸਿੱਖ ਕੌਮ ਹੈ ਜਾਂ ਸਿੱਖ ਇਤਿਹਾਸ ਦੇ ਵਿੱਚ ਸਾਕਾ ਨੀਲਾ ਤਾਰਾ ਜਾਂ ਘੱਲੂ ਘਾਰੇ ਦੇ ਵਜੋਂ ਮਨਾਇਆ ਜਾਂਦਾ ਹੈ। ਹਜ਼ਾਰਾਂ ਸਿੱਖ ਹੈ ਜਿਹੜੇ ਨਿਰਦੋਸ਼ ਸਿੱਖ ਇਸ ਦੇ ਵਿੱਚ ਸ਼ਹੀਦ ਹੋਏ ਸੀ। ਬਹੁਤ ਸਾਰੇ ਅਜਿਹੇ ਸਿੱਖ ਵੀ ਸੀ ਜਿਹੜੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਕਰਦੇ ਜਿਹੜੀ ਆਪਣੀ ਜਾਨ ਹੈ ਉਹ ਸਿੱਖ ਕੌਮ ਦੇ ਉੱਪਰੋਂ ਵਾਰ ਗਏ। ਹੁਣ ਅੱਜ ਸਾਡਾ ਜਿਹੜਾ ਇਸ ਇੰਟਰਵਿਊ ਦਾ ਮਕਸਦ ਹੈ ਇਹ ਉਸ ਭਾਵਨਾ ਨੂੰ ਪ੍ਰਗਟ ਕਰਨਾ ਹੈ ਕਿ ਕੀ ਸਿੱਖ ਕੌਮ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਈ ਹੈ ਕਿ ਉਦੋਂ ਜਿਹੜੇ ਸ਼ਹੀਦ ਸਾਡੇ ਲਈ ਲੜੇ ਸੀ, ਆਪਣੀਆਂ ਜਾਨਾਂ ਕੁਰਬਾਨ ਕਰ ਗਏ, ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕਦੇ ਮਿਲੇ ਹਾਂ। ਅਜਿਹਾ ਹੀ ਇੱਕ ਪਰਿਵਾਰ ਮੇਰੇ ਨਾਲ ਮੌਜੂਦ ਹੈ। ਭਾਈ ਅਮਰੀਕ ਸਿੰਘ ਦਾ ਨਾਮ ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪਰਛਾਵੇਂ ਦੀ ਤਰ੍ਹਾਂ ਹਰ ਵਕਤ ਉਹਨਾਂ ਦੇ ਨਾਲ ਰਹਿੰਦੇ ਸੀ। ਉਹਨਾਂ ਦੀ ਬੇਟੀ ਸਤਵੰਤ ਕੌਰ ਜੀ ਮੇਰੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਬੁਲਾਉਣੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ 39 ਸਾਲਾਂ ਬਾਅਦ ਉਹੀ ਹਫਤਾ ਜੂਨ ਦਾ ਫਿਰ ਵਾਪਸ ਆ ਗਿਆ। ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹਾਂਗੀ ਕਿ ਜਦੋਂ ਇਹ ਤਸ਼ੱਦਦ ਹੋਇਆ ਸੀ, ਸਰਕਾਰ ਨੇ ਤਸ਼ੱਦਦ ਕੀਤਾ ਸੀ, ਤੁਹਾਡੀ ਉਮਰ ਕਿੰਨੀ ਸੀ ਬੀਬੀ ਜੀ? ਉਸ ਵੇਲੇ ਜਦੋਂ ਬਲੂ ਸਟਾਰ ਆਪਰੇਸ਼ਨ ਸਾਕਾ ਨੀਲਾ ਤਾਰਾ ਤੀਜਾ ਘੱਲੂ ਘਾਰਾ ਆਪਾਂ ਕਹਿੰਦੇ ਇਹਨੂੰ ਸਿੱਖ ਕੌਮ ਦਾ ਹੋਇਆ, ਤਾਂ ਮੇਰਾ ਜਨਮ 1978 ਦਾ ਹੈ। 12 ਦਸੰਬਰ ਦਾ ਮੇਰਾ ਜਨਮ ਹੈ। ਤਾਂ 6 ਜੂਨ 1984 ਦੇ ਸਮੇਂ ਤੁਸੀਂ ਲਾ ਲਓ ਕਿ ਲਗਭਗ 6 ਕੁ ਸਾਲ ਦੀ ਮੇਰੀ ਜਿਹੜੀ ਉਮਰ ਸੀ ਉਸ ਸਮੇਂ ਜਦੋਂ ਘੱਲੂ ਘਾਰਾ ਹੋਇਆ। ਜੀ ਜੀ ਬੀਬੀ ਜੀ, ਪੁੱਛਣਾ ਚਾਹਾਂਗੀ ਕਿ ਅੱਜ 39 ਸਾਲ ਹੋ ਗਏ ਨੇ ਉਹਨਾਂ ਗੱਲਾਂ ਨੂੰ, ਉਹ ਸੀਨ ਜੋ ਤੁਹਾਨੂੰ ਘਰ ਦੇ ਵਿੱਚੋਂ ਸੁਣਨ ਨੂੰ ਮਿਲਿਆ ਹੋਊਗਾ ਜਾਂ ਆਪ ਨੂੰ ਵੀ ਖੁਦ ਜਿੰਨੀ ਕੁ ਬੰਦੇ ਦੀ ਉਦੋਂ ਸੋਝੀ ਹੁੰਦੀ ਹੈ, ਬੱਚੇ ਨੂੰ 6 ਸਾਲਾਂ ਦੇ ਬੱਚੇ ਨੂੰ ਜਿੰਨੀ ਕੁ ਸੋਝੀ ਹੁੰਦੀ ਹੈ, ਕੀ ਕੁਝ ਤੁਹਾਨੂੰ ਯਾਦ ਆ ਆਪਣੇ ਪਿਤਾ ਜੀ ਦੀਆਂ ਕਈਆਂ ਗੱਲਾਂ 'ਚੋਂ? ਔਰ ਇਹ 6 ਦਿਨਾਂ ਦਾ ਜ਼ਿਕਰ ਜ਼ਰੂਰ ਕਰੋ, 1 ਜੂਨ ਤੋਂ ਲੈ ਕੇ 6 ਜੂਨ ਦੇ ਵਿੱਚ ਕੀ ਕੁਝ ਹੋਇਆ ਸੀ ਤਾਂ ਕਿ ਲੋਕਾਂ ਨੂੰ ਪਤਾ ਲੱਗੇ। ਜਿਹੜੀ ਯਾਦ ਦੀ ਗੱਲ ਹੈ ਗਗਨ, ਉਹ ਤਾਂ ਇਹ ਹੈ ਕਿ ਮੈਂ ਕਿਉਂਕਿ ਘਰ ਦੇ ਵਿੱਚ ਵੱਡਾ ਪਹਿਲਾ ਬੱਚਾ ਸੀ, ਤਾਂ ਨੈਚੁਰਲੀ ਹੈ ਕਿ ਮੇਰੀ ਅਟੈਚਮੈਂਟ ਜਿਹੜੀ ਹੈ ਪੇਰੈਂਟਸ, ਜਿਹੜਾ ਛੋਟੀ ਭੈਣ ਜਿਹੜੀ ਮੇਰੇ ਤੋਂ ਹੈ ਉਹ 3 ਸਾਲ ਛੋਟੀ ਹੈ ਮੇਰੇ ਤੋਂ, ਤਾਂ 6 ਕੁ ਸਾਲ ਦਾ ਬੱਚਾ ਇੰਨਾ ਕੁ ਤਾਂ ਸਮਝ ਹੀ ਜਾਂਦਾ ਹੈ ਕਿ ਮਾਤਾ ਤੇ ਪਿਤਾ ਦੀ ਇੰਪੋਰਟੈਂਸ ਤਾਂ ਭਾਵੇਂ ਬੱਚਾ ਜਨਮ ਤੋਂ ਹੀ ਸਮਝ ਜਾਂਦਾ ਹੈ, ਪਰ ਇੰਨੀ ਕੁ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਬਈ ਕਿੱਥੇ ਕਿਹੜੀ ਚੀਜ਼ ਨਾਲ, ਕੀ ਇਮੋਸ਼ਨਸ ਨਾਲ ਤੁਹਾਡੀਆਂ ਨਾਲ ਕਿੱਥੇ ਖਿਲਵਾੜ ਹੋ ਰਿਹਾ ਜਾਂ ਕਿੱਥੇ ਤੁਸੀਂ ਲੈ ਕੇ ਕਰ ਰਹੇ ਹੋ। ਸੋ ਮੈਂ
ਜਿਹੜੀਆਂ ਯਾਦਾਂ ਦੀ ਗੱਲ ਹੈ ਨਾ, ਬੱਚਾ ਆਪਣਾ ਇਨਸਾਨ ਹੋਰ ਸਭ ਕੁਝ ਭੁੱਲ ਸਕਦਾ ਹੈ, ਪਰ ਆਪਣਾ ਬਚਪਨ ਇਨਸਾਨ ਤੋਂ ਕਦੇ ਨਹੀਂ ਭੁੱਲਦਾ ਹੈ। ਤੁਸੀਂ ਕਿਸੇ 60 ਸਾਲ ਦੇ, 90 ਸਾਲ ਦੇ, 100 ਸਾਲ ਦੇ ਬਜ਼ੁਰਗ ਨੂੰ ਕੁਰੇਦ ਕੇ ਦੇਖ ਲਓ ਤਾਂ ਉਹ ਵੀ ਦੱਸ ਦੇਗਾ ਕਿ ਮੇਰਾ ਬਚਪਨ ਪਾਕਿਸਤਾਨ ਦੇ ਐਸ ਜਿਹੜਾ ਪਿੰਡ ਵਿੱਚ ਬੀਤਿਆ ਸੀ, ਵੰਡ ਤੋਂ ਪਹਿਲਾਂ ਸੀ, ਇਸ ਤਰ੍ਹਾਂ ਸੀ ਜਾਂ ਉਸ ਤਰ੍ਹਾਂ ਸੀ। ਬਜ਼ੁਰਗਾਂ ਦੀਆਂ ਆਮ ਕਹਾਣੀਆਂ ਹੁਣ YouTube ਤੇ ਮਿਲ ਜਾਂਦੀਆਂ। ਸੋ ਇੱਕ ਪਰਮਾਨੈਂਟ ਦ੍ਰਿਸ਼ ਵਾਂਗ, ਜਿਵੇਂ ਤੁਸੀਂ ਕਹਿ ਲਓ ਕਿ ਉਹ ਜਿਹੜੀਆਂ ਯਾਦਾਂ ਨੇ ਬਚਪਨ ਦੀਆਂ, ਉਹ ਤਾਂ ਕਦੇ ਵੀ ਜ਼ਿਹਨ ਦੇ ਵਿੱਚੋਂ ਮਿਟੀਆਂ ਨਹੀਂ, ਧੁੰਦਲੀਆਂ ਵੀ ਨਹੀਂ ਪਈਆਂ। ਦੂਸਰਾ, ਜਿਵੇਂ ਜਿਵੇਂ ਅਸੀਂ ਵੱਡੇ ਹੋਏ, ਹਾਦਸੇ ਹੋਏ, ਸ਼ਹੀਦੀਆਂ ਹੋਈਆਂ, ਤੇ ਫਾਦਰ ਸਾਹਿਬ ਦਾ ਜਿਹੜਾ ਉਹ ਸਿਰ ਤੋਂ ਹੱਥ ਬੱਚਿਆਂ ਦੇ ਉੱਠ ਜਾਂਦਾ, ਜਦੋਂ ਇੱਕ ਬੇਟੀ ਦੇ ਸਿਰ ਤੋਂ ਫਾਦਰ ਦਾ ਹੱਥ ਉੱਠ ਜਾਂਦਾ ਹੈ, ਤਾਂ ਇਮੋਸ਼ਨਸ ਨੂੰ, ਮੇਰੀ ਕੁਝ ਲਿਖਣ ਪੜ੍ਹਨ ਦੀ ਆਦਤ ਵੀ ਸੀ ਇਮੋਸ਼ਨਲੀ, ਤਾਂ ਮੇਰੀ ਪ੍ਰਾਇੋਰਟੀ ਸੀਗੀ। ਕੁਝ ਸਾਡੇ ਮਦਰ ਦੀ ਗਾਈਡੈਂਸ, ਘਰ ਦਾ ਮਾਹੌਲ ਇਸ ਤਰ੍ਹਾਂ ਦਾ ਸੀਗਾ ਕਿ ਮੈਂ ਸ਼ੁਰੂ ਤੋਂ ਹੀ ਆਪਣੇ ਫਾਦਰ ਲਈ ਲਿਖਣਾ ਸ਼ੁਰੂ ਕੀਤਾ ਸੀ, ਉਹਨਾਂ ਦੀਆਂ ਯਾਦਾਂ ਘਰ ਦੇ ਵਿੱਚ। ਮੈਨੂੰ ਹਾਲੇ ਵੀ ਜਿਹੜਾ ਮੇਰਾ ਰਿਕਾਰਡ ਹੈ ਨਾ, ਮੈਂ ਸਭ ਤੋਂ ਪਹਿਲਾਂ ਜਿਹੜੀ ਪੜ੍ਹਨ ਦੀ ਮੇਰੀ ਚੇਟਕ ਪਈ ਸੀ ਨਾ, ਅਸੀਂ ਜਦੋਂ ਹੋਸਟਲ 'ਚੋਂ ਘਰ ਆਉਂਦੇ ਸੀ ਗਰਮੀ ਦੀਆਂ ਛੁੱਟੀਆਂ ਵਿੱਚ, ਛੋਟੇ ਹੁੰਦੇ, ਨਰਸਰੀ ਤੋਂ ਹੀ ਮੈਂ ਹੋਸਟਲ 'ਚ ਪੜ੍ਹੀ ਹਾਂ। ਗਰਮੀ ਦੀਆਂ ਛੁੱਟੀਆਂ ਵਿੱਚ ਘਰ ਆਉਣਾ ਤੇ ਸਭ ਤੋਂ ਪਹਿਲਾਂ ਆ ਕੇ ਮੈਂ ਆਪਣੇ ਫਾਦਰ ਸਾਹਿਬ ਦਾ ਟਰੰਕ ਹੁੰਦੇ ਸੀ ਲੋਹੇ ਦੇ, ਜਿਨ੍ਹਾਂ ਵਿੱਚ ਕਿਤਾਬਾਂ ਹੁੰਦੀਆਂ ਸੀ। ਕਿਉਂਕਿ ਜਦੋਂ ਉਹਨਾਂ ਨੇ ਮਾਸਟਰਸ ਕੀਤੀਆਂ, BA ਕੀਤੀ ਖਾਲਸਾ ਕਾਲਜ, ਉਹਨਾਂ ਦੇ ਸਾਰੇ ਜਿਹੜੇ ਰਿਕਾਰਡਸ ਸੀ ਨਾ, ਜਿਹੜਾ ਉਹਨਾਂ ਦਾ ਜਿਵੇਂ ਕਹਿ ਲਓ ਕਿ ਨੋਟਸ ਸੀਗੇ ਸਾਰੇ ਉਹਨਾਂ ਦੇ, ਉਹ ਸਾਲ ਬਾਅਦ ਘਰ ਆ ਜਾਂਦੇ ਸੀ, ਤਾਂ ਐਜ਼ ਇਟ ਇਜ਼ ਹੀ ਪ੍ਰੀਜ਼ਰਵ ਕਰਕੇ ਰੱਖੇ ਹੁੰਦੇ ਸੀ ਸਾਰੇ ਸਾਡੇ ਘਰ 'ਚ। ਤਾਂ ਜਿਹੜੀ ਮੈਨੂੰ ਪੜ੍ਹਨ ਦੀ ਚੇਟਕ ਪਈ ਹੈ ਨਾ ਲਿਟਰੇਚਰ ਦੇ ਨਾਲ, ਉਹ ਮੈਨੂੰ ਆਪਣੇ ਫਾਦਰ ਸਾਹਿਬ ਦੀ ਕਿਤਾਬਾਂ ਤੋਂ ਲਈ। ਅੱਧੀ ਕਿ ਮੈਨੂੰ ਸਮਝ ਆਉਂਦੀ ਸੀ ਤੇ ਅੱਧੀ ਕਿ ਨਹੀਂ ਸੀ ਆਉਂਦੀ, ਕਿਉਂਕਿ ਮੈਂ ਸਕੂਲ ਜਾਣ ਵਾਲਾ ਇੱਕ ਵਿਦਿਆਰਥੀ ਸੀ। ਉਹ MA ਲੈਵਲ ਦੇ, BA ਲੈਵਲ ਦੇ ਉਹਨਾਂ ਦੇ ਨੋਟਸ ਹੁੰਦੇ ਸੀ। ਪਰ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ ਪਹਿਲਾਂ ਮੈਂ ਭਾਈ ਵੀਰ ਸਿੰਘ ਦੀ ਸੁੰਦਰੀ ਨਾਵਲ ਮੈਂ ਆਪਣੇ ਫਾਦਰ ਸਾਹਿਬ ਦੇ ਕਿਤਾਬਾਂ ਦੇ ਟਰੰਕ 'ਚੋਂ ਕੱਢ ਕੇ ਪੜ੍ਹਿਆ। ਅੱਛਾ ਜੀ। ਉਹਨਾਂ ਦੀਆਂ ਡਾਇਰੀਆਂ ਪੜ੍ਹੀਆਂ, ਉਹਨਾਂ ਦੇ ਰਜਿਸਟਰਡ ਦੇ ਨੋਟ, ਇਲੈਕਟਿਵ ਪੰਜਾਬੀ ਦੇ, ਪਤਾ ਨਹੀਂ ਕੀ ਮੈਂ ਪੜ੍ਹਦੀ ਰਹਿੰਦੀ, ਕਿਤਾਬਾਂ ਪੜ੍ਹਦੀ ਰਹਿੰਦੀ, ਅੱਧਾ ਕੁ ਸਮਝ ਆਉਂਦਾ, ਅੱਧਾ ਕੁ ਨਹੀਂ। ਹੌਲੀ ਹੌਲੀ 2 ਵਾਰ, 4 ਵਾਰ, 5 ਵਾਰ ਪੜ੍ਹਨਾ, 10ਵੀਂ 'ਚ ਹੋਈ, 12ਵੀਂ 'ਚ ਹੋਈ, ਤਾਂ ਇਹ ਸਾਈਮਲਟੇਨੀਅਸਲੀ ਨਾਲ ਚੱਲਿਆ। ਫਿਰ ਮੈਨੂੰ ਇੱਥੋਂ ਪੜ੍ਹਦਿਆਂ ਲਿਖਣ ਦੀ ਵੀ ਮੈਨੂੰ ਜਿਹੜੀ ਉਹ ਚੇਟਕ ਪੈ ਗਈ। ਮੈਂ ਕੀ ਕੀਤੇ ਕਿ ਜਿਹੜਾ ਸ਼ਮਸ਼ੀਰ-ਏ-ਦਸਤ ਇੱਕ ਮੈਗਜ਼ੀਨ ਕੱਢਦੇ ਹੁੰਦੇ ਸੀ 84 ਤੋਂ ਪਹਿਲਾਂ, ਉਹਦੀਆਂ ਬਹੁਤ ਸਾਰੀਆਂ ਕਾਪੀਆਂ ਸਾਡੇ ਘਰ ਪਈਆਂ ਸੀ। ਮੈਂ ਬਹੁਤ ਪੜ੍ਹਿਆ। ਆਪਣੇ ਫਾਦਰ ਸਾਹਿਬ ਦੇ ਜਿਹੜੇ ਜੇਲ੍ਹ ਵਿੱਚ ਉਹਨਾਂ ਨੇ ਖੱਤ ਲਿਖੇ ਸੀ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ, ਬਹੁਤ ਪੜ੍ਹੇ, ਐਨਾਲਿਸਿਸ ਕਰਨਾ ਸ਼ੁਰੂ ਕੀਤਾ, ਜਿੰਨੀ ਸਮਝ ਆਉਂਦੀ ਸੀ ਆਪਣੀਆਂ ਭਾਵਨਾਵਾਂ ਉਹ 'ਤੇ ਪ੍ਰਗਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਕੀ ਹੁੰਦਾ ਸੀਗਾ ਕਿ ਪਰਿਵਾਰ ਦੇ ਵਿੱਚੋਂ, ਦੇਖੋ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਸੀਗਾ ਕਿ ਉਹਨਾਂ ਦਾ ਡਿਸਕਸ਼ਨ ਅਸੀਂ ਦਿਨ ਵਿੱਚ ਕਿੰਨੀ ਵਾਰ ਕਰਦੇ ਹਾਂ, ਇਹ ਦੱਸਣ ਦੀ ਲੋੜ ਨਹੀਂ। ਹਰ ਗੱਲ 'ਚ, ਹਰ ਕਦਮ 'ਚ, ਹਰ ਫੈਸਲੇ ਦੇ ਨਾਲ ਨਵਾਂ ਜਦੋਂ ਵੀ ਲੈਣਾ ਤਾਂ ਉਹਨਾਂ ਦਾ ਜ਼ਿਕਰ ਤਾਂ ਹੋਣਾ ਹੀ ਸੀ। ਤਾਂ ਜਦੋਂ ਵੀ ਆਪਣੇ ਮਦਰ ਨਾਲ ਮੈਂ ਗੱਲ ਕਰਨੀ ਜਾਂ ਮੇਰੇ ਮਦਰ ਨੇ ਅਸੀਂ ਕੋਈ ਘਰ ਦੀ ਗੱਲ ਕਰਨੀ, ਵੱਡਾ ਬੱਚਾ ਹੋਣ ਦੇ ਨਾਤੇ ਤਾਂ ਅਸੀਂ ਕੋਰਿਲੇਟ ਕਰਨਾ ਚੀਜ਼ਾਂ ਨੂੰ, ਉਹਨਾਂ ਦੇ ਵੀ ਉਹ ਕੀ ਚਾਹੁੰਦੇ ਸੀ, ਉਹਨਾਂ ਦਾ ਕੀ ਟੀਚਾ ਸੀ, ਉਹ ਸਾਡੇ ਤੋਂ ਕੀ ਡਿਮਾਂਡ ਰੱਖਦੇ ਸੀ। ਮੈਂ ਨਾ ਆਪਣੇ ਮਦਰ ਨੂੰ ਪੁੱਛਦੇ ਰਹਿਣਾ, ਫਿਰ ਲਿਖਦੇ ਰਹਿਣਾ ਵੀ ਉਹ ਕੀ ਚਾਹੁੰਦੇ ਸੀ, ਉਹਨਾਂ ਦੀ ਇੱਛਾ ਕੀ ਸੀ, ਉਹਨਾਂ ਦੇ ਬੱਚੇ ਕਿਸ ਤਰ੍ਹਾਂ ਦੇ ਹੋਣ, ਉਹ ਕੀ ਐਕਸਪੈਕਟ ਕਰਦੇ ਆ, ਕੌਮ ਕੀ ਚਾਹੁੰਦੀ ਆ, ਅਸੀਂ ਕੀ ਖੜੇ ਆ, ਅਸੀਂ ਕਿੱਥੇ ਖੜੇ ਆ। 100% ਤਾਂ ਨਹੀਂ ਮੈਂ ਕਹਿ ਸਕਦੀ ਕਿ ਯਾਦ ਰਿਹਾ ਜਾਂ ਯਾਦ ਰਹੇਗਾ, ਇਹ ਤਾਂ ਗੁਰੂ ਸਾਹਿਬ ਦੀ ਦੇਣ ਹੈ, ਬੁੱਧੀ ਤੇ ਯਾਦਾਸ਼ਤ। ਪਰ ਫਿਰ ਵੀ ਕਿਉਂਕਿ ਅਸੀਂ ਰਿਵਾਈਜ਼ ਕਰਦੇ ਰਹਿੰਦੇ ਘਰ 'ਚ ਚੀਜ਼ਾਂ ਨੂੰ, ਤੇ ਜੋ ਕੁਝ ਬੀਤਿਆ, ਜੋ ਹੰਡਾਇਆ, ਉਹ ਇੰਨਾ ਗਹਿਰਾ ਸੀਗਾ ਕਿ ਉਹ ਸ਼ਾਇਦ ਮੈਨੂੰ ਐਂ ਲੱਗਦਾ ਕਿ ਤਾਂ ਉਮਰ ਯਾਦ ਹੀ ਰਹੂਗਾ ਤੇ ਯਾਦ ਰਿਹਾ। ਉਹਨੂੰ ਲਿਖਣਾ ਸ਼ੁਰੂ ਕੀਤਾ ਤੇ ਉਹ ਰਿਵਾਈਜ਼ ਹੁੰਦਾ ਗਿਆ, ਉਹ ਨਵਾਂ ਹੁੰਦਾ ਗਿਆ, ਇਸ ਤਰ੍ਹਾਂ ਧੁੰਦਲਾ ਨਹੀਂ ਪਿਆ। ਜਦੋਂ ਇਹ 6 ਦਿਨ ਵਾਪਰਦੇ ਨੇ, ਤੁਸੀਂ ਘਰ ਦੇ ਵਿੱਚ ਹੀ ਸੀ, ਪਹਿਲਾਂ ਤਾਂ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਮਿਲਦੇ ਨੇ ਜਾਂ ਮੁਲਾਕਾਤ ਕਿੱਦਾਂ ਹੁੰਦੀ ਹੈ, ਔਰ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਕਿਵੇਂ ਹੁੰਦੇ ਆ? ਨਹੀਂ, ਇਸ ਤਰ੍ਹਾਂ ਸੀ ਗਗਨ ਕਿ ਸਾਡੇ ਜਿਹੜੀ ਪਰਿਵਾਰਕ ਬੈਕਗਰਾਊਂਡ ਹੈ ਉਹ ਜੂਨ 84 ਤੋਂ ਬਹੁਤ ਪਹਿਲਾਂ ਦੀ ਜਿਹੜੀ ਮੈਂ ਤੁਹਾਨੂੰ ਦੱਸ ਦਿੰਦੀ ਗੱਲ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੇਰੇ ਸਤਿਕਾਰਯੋਗ ਦਾਦਾ ਜੀ, ਜਿਹੜੇ ਕਿ ਦਮਦਮੀ ਟਕਸਾਲ ਦੇ 13ਵੇਂ ਮੁਖੀ ਬਣੇ। ਉਹਨਾਂ ਨੂੰ ਕੇਵਲ 8 ਸਾਲ ਹੀ ਦਮਦਮੀ ਟਕਸਾਲ ਦੀ ਸੇਵਾ ਕਰਨ ਦਾ ਮੌਕਾ ਮਿਲਿਆ। 70ਵੇਂ ਦੇ ਵਰੇ ਜਿਹੜੇ ਦਹਾਕੇ ਵਿੱਚ ਜਦੋਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਸੰਤਾਂ ਨੂੰ, ਸੰਤ ਕਰਤਾਰ ਸਿੰਘ ਜੀ ਨੂੰ, ਮੇਰੇ ਦਾਦਾ ਜੀ ਨੂੰ ਦਸਤਾਰ ਦੀ ਜਿਹੜੀ ਬਖਸ਼ਿਸ਼ ਕੀਤੀ ਸਾਡੇ ਪਰਿਵਾਰ ਦੇ ਉੱਤੇ, ਉਸ ਤੋਂ ਪਹਿਲਾਂ ਵੀ ਸਾਡੇ ਪਰਿਵਾਰ ਦੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਡਿਟੇਲ ਦੱਸਦਾ ਕਿ ਸਾਡਾ ਪਰਿਵਾਰ, ਮੇਰੇ ਪੜਦਾਦਾ ਜੀ ਜਥੇਦਾਰ ਝੰਡਾ ਸਿੰਘ ਜੀ, ਜਿਹੜੇ ਗੁਰਦੁਆਰਾ ਸੁਧਾਰ ਲਹਿਰ ਦੇ ਮੋਰਚੇ ਚੱਲੇ ਨੇ, ਉਹਨਾਂ ਦੇ ਵਿੱਚ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਸੀ।
ਮਤਲਬ ਆਗੂ ਮੋਹਰੀ ਅਕਾਲੀਆਂ ਦੇ ਵਿੱਚੋਂ ਸੀ ਸਾਡੇ ਪਿੰਡ ਦੇ ਵਿੱਚੋਂ ਜੀ। ਤਾਂ ਉਹ ਜਿਹੜੀ ਲਾਗ ਲੱਗੀ, ਫਿਰ ਮੇਰੇ ਦਾਦਾ ਜੀ ਨੇ ਪਟਵਾਰੀ ਦੀ ਨੌਕਰੀ ਛੱਡ ਕੇ ਦਮਦਮੀ ਟਕਸਾਲ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਦੇ ਨਾਲ ਚਲੇ ਜਾਣਾ, ਪਰਮਾਨੈਂਟ ਤੌਰ ਤੇ, ਪੱਕੇ ਤੌਰ ਦੇ ਉੱਤੇ ਚਲੇ ਗਏ। ਫਿਰ ਗੱਦੀ ਦੀ ਬਖਸ਼ਿਸ਼ ਹੋਣੀ, ਦਮਦਮੀ ਟਕਸਾਲ ਦੀ ਸੇਵਾ ਮਿਲਣੀ। ਸੋ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੂੰ ਸੰਤ ਗੁਰਬਚਨ ਸਿੰਘ ਦੇ ਗੜਵਈ ਹੋਣ ਦਾ ਜਿਹੜਾ ਮੌਕਾ ਪ੍ਰਾਪਤ ਹੋਇਆ, ਸੇਵਾ ਪ੍ਰਾਪਤ ਹੋਈ, ਕਾਫੀ ਲੰਬਾ ਅਰਸਾ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਨੇ ਸੰਤ ਗਿਆਨੀ ਗੁਰਬਚਨ ਸਿੰਘ ਦੀ ਬਤੌਰ ਗੜਵਈ ਸੇਵਾ ਕੀਤੀ। ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਵੀ ਉਸ ਸਮੇਂ ਵਿਦਿਆਰਥੀ ਦੇ ਰੂਪ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਆ ਚੁੱਕੇ ਸੀ। ਸੋ ਪੁਰਾਣੀਆਂ ਜਿਹੜੀਆਂ ਗੰਢਾਂ, ਪਿਆਰ, ਪ੍ਰੇਮ, ਆਪਸੀ ਮਿਲਾਪ, ਕੁਛ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੁਦਰਤ ਦਾ ਬਣਾਇਆ ਹੋਇਆ ਖੇਡ ਹੁੰਦਾ ਹੈ। ਇਹ ਜਿਹੜਾ ਰੂਹਾਂ ਦਾ ਮਿਲਣਾ ਤੇ ਇਕੱਠਿਆਂ ਨੇ ਜਨਮ ਮਰਨ ਦੀਆਂ ਤੇ ਇਕੱਠਿਆਂ ਨੇ ਸੰਘਰਸ਼ ਲੜਨੇ, ਇਹ ਨਾ ਸਾਡੇ ਜਾਂ ਤੁਹਾਡੇ ਵਰਗਿਆਂ ਦੇ ਮੇਰਾ ਖਿਆਲ ਆ ਵੀ ਵਾਸਤੀਆਂ ਗੱਲਾਂ ਨਹੀਂ ਹਨ। ਇਹ ਤਾਂ ਕੋਈ ਇਲਾਹੀ ਅਗੰਮੀ ਹੁਕਮ ਹੀ ਹੁੰਦੇ ਆ। ਸੋ ਜਦੋਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਨੂੰ, ਮੇਰੇ ਦਾਦਾ ਜੀ ਨੂੰ ਦਮਦਮੀ ਟਕਸਾਲ ਦੀ ਸੇਵਾ ਮਿਲੀ, ਤਾਂ ਉਸ ਸਮੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਵਿੱਚ ਵਿਦਿਆਰਥੀ ਸਨ, ਮੋਹਰੀ ਵਿਦਿਆਰਥੀ ਸਨ ਔਰ ਅਭਿਆਸੀ ਸਿੰਘ ਸਨ, ਜਿਹੜੇ ਨਾਮ ਸਿਮਰਨ ਦੇ ਵਿੱਚ ਦਿਨ ਰਾਤ ਜਿਹੜੇ ਉਹ ਜੁੜੇ ਰਹਿੰਦੇ ਸੀ। ਸੋ ਮੇਰੇ ਜਿਹੜੇ ਫਾਦਰ ਸਾਹਿਬ ਸੀਗੇ, ਉਹ ਉਸ ਸਮੇਂ ਟਕਸਾਲ ਦੇ ਵਿੱਚੋਂ ਨਿਤਨੇਮ ਦੀ ਸੰਥਿਆ, ਦੂਜਾ ਤੀਜਾ ਸਾਰਾ ਕੁਝ ਉਹਨਾਂ ਨੇ ਲੈ ਕੇ ਉਹ ਖਾਲਸਾ ਕਾਲਜ ਪੜ੍ਹਦੇ ਸੀ। ਪਰ ਪ੍ਰੇਮ, ਆਉਣਾ ਜਾਣਾ ਸੰਤਾਂ ਨੇ ਜਥੇ ਨਾਲ, ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਵੀ ਉਹਨਾਂ ਦੇ ਨਾਲ ਆਉਣਾ, ਵੱਡੇ ਮਹਾਂਪੁਰਸ਼ਾਂ ਦੇ ਨਾਲ ਘਰ। ਤਾਂ ਇੰਨਾ ਪ੍ਰੇਮ ਸੀ ਮੇਰੇ ਫਾਦਰ ਸਾਹਿਬ ਦਾ ਸੰਤ ਗਿਆਨੀ ਜਰਨੈਲ ਸਿੰਘ ਦੇ ਨਾਲ, ਦੋਵਾਂ ਦਾ ਉਸ ਸਮੇਂ ਤੇ, ਜਿਵੇਂ ਕਹਿ ਲਓ ਕਿ ਧਰਮ ਦੇ ਭਰਾ ਦੋ, ਮੈਂ ਕਹਿ ਲੂੰ ਵੀ ਜਿਸਮ ਤੇ ਇੱਕ ਜਾਨ, ਜਿਨ੍ਹਾਂ ਨੇ ਦੇਖੋ ਕਿ ਜਿਉਂਦੇ ਵਕਤ ਤਾਂ ਹਰ ਕੋਈ, ਜਦੋਂ ਸਮਾਂ ਅਨੁਕੂਲ ਹੁੰਦਾ ਨਾ, ਸਾਰੇ ਦੋਸਤੀ ਨਿਭਾਉਂਦੇ ਆ, ਕਸਮਾਂ ਵੀ ਖਾਧੀਆਂ ਜਾਂਦੀਆਂ, ਨਿਭਾਈਆਂ ਵੀ ਜਾਂਦੀਆਂ। ਸਵਾਲ ਤਾਂ ਉਦੋਂ ਹੈ ਜਦੋਂ ਭੀੜ ਪਈ ਹੋਵੇ ਤੇ ਸਾਹਮਣੇ ਮੌਤ ਦਿਸਦੀ ਹੋਵੇ, ਤੇ ਉਦੋਂ ਵੀ ਕਹਿਣ ਕਿ ਅਸੀਂ ਇੱਕ ਦੂਜੇ ਨੂੰ ਨਹੀਂ ਛੱਡਣਾ, ਤੇ ਜਿਹੜਾ ਪ੍ਰਣ ਕੀਤਾ ਗੁਰੂ ਦੀ ਹਾਜ਼ਰੀ ਦੇ ਵਿੱਚ ਉਹ ਨਿਭਾਉਣਾ। ਮੈਂ ਕਹਿੰਦੀ ਹਾਂ ਵੀ ਇਹ ਤਾਂ ਰੂਹਾਂ ਉਹਨਾਂ ਦੀਆਂ ਧੁਰੋਂ ਹੀ ਉਹਨਾਂ ਦੀ ਇਕੱਠਿਆਂ ਦੀ ਡਿਊਟੀ ਲੱਗੀ ਸੀ ਜਿਹੜੀ ਉਹਨਾਂ ਨੇ ਨਿਭਾਈ। ਸੋ ਇਹਨਾਂ ਦਾ ਪ੍ਰੇਮ ਜਿਹੜਾ ਹੈ ਨਾ, ਇਹ ਤਾਂ ਬਹੁਤ ਪਹਿਲਾਂ ਦਾ ਹੈ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਦੇ ਮੁਖੀ ਬਣਨ ਤੋਂ ਵੀ ਪਹਿਲਾਂ ਦਾ ਹੀ ਪ੍ਰੇਮ ਸੀ, ਔਰ ਆਪਸ ਦੇ ਵਿੱਚ ਜਿਵੇਂ ਗੂੜੀ ਯਾਰੀ ਕਹਿ ਲਓ, ਗੂੜੀ ਯਾਰੀ ਸੀ ਇਹਨਾਂ ਦੀ। ਇੱਥੋਂ ਤੱਕ ਮੈਂ ਤੁਹਾਨੂੰ ਇੱਕ ਦੱਸਦਾ ਕਿ ਮੇਰੇ ਫਾਦਰ ਸਾਹਿਬ ਜਦੋਂ ਖਾਲਸਾ ਕਾਲਜ ਦੇ ਵਿਦਿਆਰਥੀ ਸੀ ਤਾਂ ਉੱਥੇ ਕੈਂਪਸ ਦੇ ਵਿੱਚ ਹੀ ਰਹਿੰਦੇ ਸੀ, ਮਾਸਟਰ ਕਰਦੇ ਸੀ, ਐਮਏ ਪੰਜਾਬੀ ਕਰਦੇ ਸੀਗੇ। ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਗਰ ਮੇਰੇ ਫਾਦਰ ਸਾਹਿਬ ਨੂੰ ਹੋਸਟਲ 'ਚ ਮਿਲਣ ਆਉਂਦੇ ਹੁੰਦੇ ਸੀਗੇ। ਵੱਡੇ ਮਹਾਂਪੁਰਸ਼ਾਂ ਤੋਂ ਛੁੱਟੀ ਲੈ ਕੇ ਮੇਰੇ ਡੈਡ ਨੂੰ ਉਹਨਾਂ ਨੇ ਮਗਰ ਮਿਲਣ ਆਉਣਾ, ਤੇ ਆਪਣੇ ਘਰੋਂ ਉਹਨਾਂ ਨੇ ਪੰਜੀਰੀ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਨਾਲ ਲੈ ਕੇ ਆਉਣੀਆਂ। ਜਿਵੇਂ ਹੋਸਟਲ 'ਚ ਆਪਾਂ ਬੱਚਿਆਂ ਨੂੰ ਮਿਲਣ ਜਾਂਦੇ ਤਾਂ ਖਾਣ ਵਾਲੀਆਂ ਵਸਤੂਆਂ ਲੈ ਕੇ ਜਾਂਦੇ ਆ, ਤੇ ਫਿਰ ਕਿੰਨੇ ਘੰਟੇ ਇਕੱਠਿਆਂ ਨੇ ਹੋਸਟਲ 'ਚ ਬਿਤਾਉਣੇ। ਜਿਹੜੇ ਉਹਨਾਂ ਦੇ ਨਾਲ ਕਲਾਸਮੇਟ ਰਹੇ ਨੇ ਜਾਂ ਜਿਹੜੇ ਉਹਨਾਂ ਦੇ ਹੋਸਟਲਮੇਟ ਰਹੇ ਨੇ, ਰੂਮਮੇਟ ਰਹੇ ਨੇ, ਉਹ ਸਾਰੇ ਉਸ ਚੀਜ਼ਾਂ, ਉਹ ਵਾਕਿਆ ਸੁਣਾਉਂਦੇ ਆ। ਕਿਸ ਤਰ੍ਹਾਂ ਜਦੋਂ ਸੰਤ ਜਰਨੈਲ ਸਿੰਘ ਜੀ ਆਉਂਦੇ ਹੁੰਦੇ ਸੀ ਨਾ, ਤੇ ਕਦੇ ਉਹਨਾਂ ਨੇ ਡੋਲੂ ਭਰਿਆ ਹੋਣਾ, ਕਦੇ ਡੋਲਣੀ ਜਾਂ ਵੱਡੇ ਭਾਂਡਿਆਂ ਵਿੱਚ ਕੋਈ ਪੰਜੀਰੀ ਜਾਂ ਕੋਈ ਇਸ ਤਰ੍ਹਾਂ ਦਾ ਸਮਾਨ ਖਾਣ ਨਹੀਂ ਲਿਆਉਣਾ। ਕਹਿੰਦੇ ਸਾਨੂੰ ਉਡੀਕ ਰਹਿੰਦੀ ਹੁੰਦੀ ਸੀ ਵੀ ਭਾਈ ਸਾਹਿਬ ਨੂੰ ਸੰਤ ਜਰਨੈਲ ਸਿੰਘ ਉਹਨਾਂ ਨੇ ਮਿਲਣ ਆਉਣਾ ਤੇ ਖਾਣ ਦਾ ਸਮਾਨ ਆਉਣਾ ਘਰੋਂ, ਤੇ ਫਿਰ ਅਸੀਂ ਇਕੱਠਿਆਂ ਨੇ ਬੈਠਣਾ ਤੇ ਉਹਨਾਂ ਨੇ ਵਰਤਾ ਕੇ, ਤੇ ਜਿਹੜਾ ਕਿਉਂਕਿ ਮਰਜ਼ਾਦਾ ਟਕਸਾਲ ਦੀ, ਤੇ ਸੁੱਚਾ ਪਾਸੇ ਕੱਢ ਕੇ ਰੱਖ, ਨਾਲੇ ਕਹਿੰਦੇ ਸੀ ਛਕੀ ਜਾਣਾ ਤੇ ਨਾਲੇ ਗੱਲਾਂ ਬਾਤਾਂ ਕਰੀ ਜਾਣੀਆਂ, ਔਰ ਹਰ ਇੱਕ ਚੀਜ਼ ਦੀ ਜਾਣਕਾਰੀ। ਜਿਵੇਂ ਉਹਨਾਂ ਨੇ ਸੰਤਾਂ ਨੇ, ਡੈਡੀ ਹੁਣ ਜਿਵੇਂ ਯਾਰ ਦੋਸਤ ਆਪਸ 'ਚ ਗੱਲਾਂ ਕਰਦੇ ਆ, ਗੱਲਾਂ ਕਾਹਦੀਆਂ ਕਰਨੀਆਂ? ਗੱਲਾਂ ਕਰਨੀਆਂ ਕੌਮ ਦੀਆਂ, ਧਰਮ ਦੀਆਂ, ਕਿ ਸੰਤ ਕਰਤਾਰ ਸਿੰਘ ਖਾਲਸਾ ਦਾ ਇਸ ਸਮੇਂ ਪ੍ਰਚਾਰ ਕੈਸਾ ਚੱਲ ਰਿਹਾ, ਜਥੇ ਦਾ ਪੜਾਅ ਕਿੱਥੇ ਹੈ, ਜਥਾ ਕਿੱਥੇ ਪਹੁੰਚਿਆ, ਕਿੰਨੇ ਦਿਨ ਦੀ ਕਥਾ, ਕਿਹੜੇ ਇਤਿਹਾਸ ਦੀ, ਕਿਹੜੇ ਗੁਰਦੁਆਰੇ ਮਹਾਂਪੁਰਸ਼ ਕਰ ਰਹੇ ਨੇ, ਕਿੱਥੇ ਚੱਲ ਰਹੀ ਹੈ। ਤੇ ਸੰਤ ਗਿਆਨੀ ਜਰਨੈਲ ਸਿੰਘ ਨੇ ਫਿਰ ਕੁਝ ਖਾਸ ਸੁਨੇਹੇ ਜਿਹੜੇ ਮੇਰੇ ਦਾਦਾ ਜੀ ਨੇ ਲਾਏ ਹੁੰਦੇ ਸੀ, ਵੀ ਭਾਈ ਅਮਰੀਕ ਸਿੰਘ ਨੂੰ ਜਾ ਕੇ ਆਹ ਪੁੱਛਣਾ ਤੇ ਆਹ ਚੈੱਕ ਕਰਨਾ, ਉਹ ਵੀ ਦੇਣੇ ਆ ਕੇ, ਉਹ ਵੀ ਪੁੱਛਣਾ। ਤੇ ਇਸ ਤੋਂ ਹਟ ਕੇ ਜਿਹੜਾ ਉਹਨਾਂ ਨੇ ਆਪਣੇ ਪੱਧਰ ਤੇ ਪੁੱਛਣਾ, ਮੇਰੇ ਡੈਡੀ ਨੂੰ ਇਹ ਪੁੱਛਣਾ ਵੀ ਤੇਰੇ ਕੋਲ ਖਰਚਾ ਹੈਗਾ। ਇਹ ਤਾਂ ਉਹਨਾਂ ਨੂੰ ਕੋਈ ਨਹੀਂ ਸੀ ਕਹਿ ਕੇ ਭੇਜਦਾ ਸੰਤ ਜਰਨੈਲ ਸਿੰਘ ਨੂੰ ਵੀ ਤੁਸੀਂ ਭਾਈ ਅਮਰੀਕ ਸਿੰਘ ਨੂੰ ਪੁੱਛੋ ਜਾ ਕੇ ਵੀ ਖਰਚਾ ਹੈ, ਕਿਉਂਕਿ ਮੇਰੇ ਦਾਦਾ ਜੀ ਨੇ ਤਾਂ ਕਦੀ ਇਹ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਕਿ ਆਪਣੀ ਨਿੱਜੀ ਖਰਚੇ ਬਾਰੇ, ਪਰਿਵਾਰ ਬਾਰੇ ਜਾਂ ਇਸ ਤਰ੍ਹਾਂ ਦਾ ਕੋਈ ਡਿਸਕਸ ਉਹ ਕਰ ਲੈਣਗੇ। ਬਿਲਕੁਲ ਕੋਈ ਸਵਾਲ ਨਹੀਂ ਸੀ ਪੈਦਾ ਹੁੰਦਾ ਉਹਨਾਂ ਕੋਲ। ਇਹੋ ਜਿਹੀ ਗੱਲ ਪਰਿਵਾਰ ਦਾ ਮੈਂਬਰ ਕੋਈ ਕਰਦਾ ਹੀ ਨਹੀਂ ਸੀ ਹੁੰਦਾ ਡਰ 'ਤੇ, ਕਿਉਂਕਿ ਉਹਨਾਂ ਨੂੰ ਕੌਮ, ਧਰਮ ਤੇ ਇਸ ਗੁਰੂ ਸਾਹਿਬ ਜੀ ਦੀ ਸੇਵਾ ਕਰਨ ਤੋਂ, ਦਮਦਮੀ ਟਕਸਾਲ ਦੀ ਸੇਵਾ ਤੋਂ ਬਿਨਾਂ ਦੂਜਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਕੋਈ ਉਹਨਾਂ ਨੂੰ ਕੋਈ ਟੌਪਿਕ ਹੀ ਨਹੀਂ ਸੀ ਹੁੰਦਾ ਉਹਨਾਂ ਦੀ ਗੱਲਾਂ ਬਾਤਾਂ ਦਾ। ਤਾਂ ਹੀ ਫਿਰ ਸੰਤ ਜਰਨੈਲ ਸਿੰਘ ਨੇ ਆਪਣੇ ਤੌਰ ਤੇ ਪਿਆਰ ਨਾਲ ਪੁੱਛਣਾ ਵੀ ਹੋਸਟਲ ਦੀ ਫੀਸ ਹੈ। ਸੰਤ ਮਹਾਂਪੁਰਸ਼ ਤਾਂ ਕਦੀ ਪੁੱਛਦੇ ਨਹੀਂ, ਧਿਆਨ ਨਹੀਂ ਦਿੰਦੇ, ਪਿਤਾ ਨੇ ਦੇਣੀਆਂ ਹੁੰਦੀਆਂ ਫੀਸਾਂ,
ਉਹ ਤਾਂ ਹੁਣ ਕੌਮ ਨੂੰ ਪਰਨਾਏ ਨੇ, ਤਾਂ ਤੇਰੇ ਕੋਲੇ ਜੇਬ ਖਰਚਾ ਹੈਗਾ ਨਾ। ਜੇ ਮਤਲਬ ਲੋੜ ਹੋਣੀ ਮੇਰੇ ਫਾਦਰ ਸਾਹਿਬ ਨੂੰ, ਤਾਂ ਸੰਤ ਜਰਨੈਲ ਸਿੰਘ ਨੇ ਬਗੈਰ ਮੇਰੇ ਦਾਦਾ ਜੀ ਨੂੰ ਦੱਸੇ ਤਾਂ ਪ੍ਰਬੰਧ ਵੀ ਕਰਨਾ। ਬਾਬਾ ਠਾਰਾ ਸਿੰਘ ਜੀ ਦੇ ਨਾਲ ਆ ਕੇ ਉਹਨਾਂ ਨੇ ਡਿਸਕਸ ਕਰਨਾ ਹੈ ਵੀ ਭਾਈ ਅਮਰੀਕ ਸਿੰਘ ਨੂੰ ਆਪਾਂ ਪੜਾਉਣਾ। ਉਹਨਾਂ ਦੀ ਬੜੀ ਇੱਛਾ ਸੀ, ਰੀਝ ਸੀ ਵੀ ਭਾਈ ਅਮਰੀਕ ਸਿੰਘ ਜਿਹੜੇ ਆ ਨਾ, ਇਹ ਇੱਕ ਅਕੈਡਮਿਸ਼ੀਅਨ ਹੋਣੇ ਚਾਹੀਦੇ ਆ, ਇਹ ਇੱਕ ਸਿੱਖ ਵਿਦਵਾਨ ਬਣਨੇ ਚਾਹੀਦੇ ਆ। ਤਾਂ ਇੰਨਾ ਪਿਆਰ ਮੈਂ ਕਹਿੰਦੀ ਇੰਨਾ ਕੋਈ ਆਪਣੇ ਬੱਚਿਆਂ ਦਾ ਵੀ ਨਹੀਂ ਕਰ ਸਕਦਾ। ਉਹਨਾਂ ਨੇ ਕੀ ਕਰਨਾ, ਬਾਬਾ ਠਾਰਾ ਸਿੰਘ ਜੀ ਦੇ ਨਾਲ ਮਿਲ ਕੇ ਮੇਤੇ ਸ਼ਾਇਦ ਠੇਕੇ ਤੇ ਜ਼ਮੀਨ ਲੈ ਕੇ ਅੱਗੋਂ ਹਿੱਸੇ ਤੇ ਦੇਣੀ, ਇਸ ਤਰ੍ਹਾਂ, ਜਾਂ ਹਿੱਸੇ ਤੇ ਲੈ ਕੇ ਅੱਗੋਂ ਠੇਕੇ ਤੇ ਦੇਣੀ। ਮੈਂ ਕਲੀਅਰ ਕਰਕੇ ਇਹਨੂੰ ਲਿਖਾਂਗੀ। ਤਾਂ ਉਹਦੇ ਵਿੱਚੋਂ ਜਿਹੜੀ ਆਮਦਨ ਬਚਣੀ, ਉਹ ਫੀਸਾਂ ਦੇ ਲਈ ਮੇਰੇ ਫਾਦਰ ਸਾਹਿਬ ਜੀ ਨੂੰ ਖਾਲਸਾ ਕਾਲਜ ਪ੍ਰੋਵਾਈਡ ਕਰਾ ਕੇ ਆਉਣੀ। ਕਿ ਇੰਨਾ ਪਿਆਰ ਸੰਤ ਜਰਨੈਲ ਸਿੰਘ ਦਾ, ਕਿਉਂਕਿ ਉਹ ਦਿੱਲੀ ਚਾਹੁੰਦੇ ਸੀਗੇ ਕਿ ਭਾਈ ਅਮਰੀਕ ਸਿੰਘ ਜਿਹੜੇ ਆ ਨਾ, ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਾ ਆਵੇ, ਤੇ ਇਹ ਡਟ ਕੇ ਮਤਲਬ ਚੰਗੇ ਰਿਸਰਚ ਵਰਕਰ ਜਿਹੜੇ ਆ ਬਣਨ। ਤੇ ਮੈਂ ਤੁਹਾਨੂੰ ਦੱਸਦਾ ਗਗਨ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਮੇਰੇ ਫਾਦਰ ਸਾਹਿਬ ਨੂੰ MA ਦੇ ਵਿੱਚ ਮੈਡਲ, ਗ੍ਰੈਜੂਏਸ਼ਨ 'ਚ ਮੈਡਲ, ਪੜ੍ਹਾਈ ਵਿੱਚ ਬਹੁਤ ਅੱਛੇ ਸੀ, ਤਾਂ ਉਹ PhD ਕਰ ਰਹੇ ਸੀ। ਗੁਰੂ ਨਾਨਕ ਐਜ਼ ਏ ਟਰੈਵਲਰ ਉਹਨਾਂ ਦਾ ਜਿਹੜਾ ਸੀਗਾ ਟੌਪਿਕ ਸੀ। ਤੇ ਪਰ ਉਹ ਸਮੇਂ ਦੀਆਂ ਹਕੂਮਤਾਂ ਨੂੰ ਇਹੋ ਜਿਹੇ ਵਾਰ ਕੀਤੇ, ਜੇ ਹੋਰ ਸਮਾਂ ਮਿਲ ਜਾਂਦਾ ਤਾਂ ਸ਼ਾਇਦ ਅੱਜ ਕੌਮ ਦੀ ਕਹਾਣੀ ਕੁਛ ਹੋਰ ਹੁੰਦੀ। ਉਹ PhD ਕਰ ਰਹੇ ਸੀ, ਜਿਹੜੀ ਕਿ 84 ਦੇ ਵਿੱਚ ਅੱਧ ਵਿਚਕਾਰ ਹੀ ਰਹਿ ਗਈ। ਵਾਪਸ ਫਿਰ ਉਹਨਾਂ 6 ਦਿਨਾਂ ਦੇ ਮੈਂ ਆਉਂਗੀ। ਮੈਂ ਪੁੱਛਣਾ ਇਹ ਚਾਹੁੰਦੀ ਹਾਂ ਕਿ ਪਰਿਵਾਰ ਤੋਂ ਵੱਖ ਸੀ ਜਾਂ ਪਰਿਵਾਰ ਵੀ ਉਹਨਾਂ 6 ਦਿਨਾਂ ਦੇ ਵਿੱਚ ਇੱਥੇ ਹੀ ਦਰਬਾਰ ਸਾਹਿਬ ਸ਼ਾਮਿਲ ਸੀ? ਨਹੀਂ, ਪਰਿਵਾਰ ਤੋਂ ਉਸ ਸਮੇਂ ਵੱਖ ਨਹੀਂ ਸੀ। ਜਦ ਹਾਲਾਂਕਿ ਪਰਿਵਾਰ ਪਰਮਾਨੈਂਟ ਅੰਮ੍ਰਿਤਸਰ ਨਹੀਂ ਸੀ ਰਹਿੰਦਾ, ਕਿਉਂਕਿ ਉਹਨਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਜਦੋਂ ਤੋਂ ਗ੍ਰਿਫਤਾਰੀ ਹੋਈ ਸੀ 82 ਦੇ ਵਿੱਚ, ਜੁਲਾਈ 82 ਦੇ ਵਿੱਚ, ਜਦੋਂ ਮੋਰਚਾ ਸੰਤ ਗਿਆਨੀ ਜਰਨੈਲ ਸਿੰਘ। ਅੱਛਾ, ਤੁਸੀਂ ਹੁਣ ਪਿਆਰ ਦੀ ਹੱਦ ਦੇਖੋ ਇਹਨਾਂ ਦੀ। ਇੱਥੇ ਵੀ ਹਰ ਇੱਕ ਈਵੈਂਟ ਦਾ ਇੱਕ ਇਤਿਹਾਸ ਹੈ, ਹਰ ਇੱਕ ਈਵੈਂਟ ਦਾ, ਹਰ ਇੱਕ ਪੜਾਅ ਦਾ, ਹਰ ਘਟਨਾ ਦਾ ਇੱਕ ਇਤਿਹਾਸ ਹੈ। ਕਿ ਨੌਜਵਾਨਾਂ ਤੇ ਝੂਠੇ ਕੇਸ ਪਾ ਕੇ ਸਰਕਾਰ ਨੇ ਫੜਨਾ ਸ਼ੁਰੂ ਕਰ ਦਿੱਤਾ। ਬੜਾ ਪ੍ਰਚਲਿਤ ਸੀ ਉਹਨਾਂ ਸਮੇਂ ਵਿੱਚ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਸੰਘਰਸ਼ ਹੁੰਦੇ ਨੇ, ਕੌਮ ਦੇ ਘਰ ਦੀਆਂ ਗੱਲਾਂ ਕੀਤੀਆਂ, ਤਾਂ ਨੈਚੁਰਲੀ ਸਰਕਾਰਾਂ ਨੇ ਵੀ ਆਪਣੇ ਪੂਰੇ ਹਰ ਤਰ੍ਹਾਂ ਦੇ ਨਾਲ ਢਿੱਲ ਲਾਉਣੇ ਹੁੰਦੇ ਆ। ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾਣਾ ਸ਼ੁਰੂ ਕਰ ਦਿੱਤਾ। ਤਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨਾਲ ਰਾਏ ਕਰਕੇ ਸਿੱਖ ਨੌਜਵਾਨ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਕਚਹਿਰੀਆਂ ਵਿੱਚ ਗਏ। ਬਾਬਾ ਠਾਰਾ ਸਿੰਘ ਵੀ ਨਾਲ ਸੀ, ਮੇਰੇ ਫਾਦਰ ਸਾਹਿਬ ਨਾਲ ਸੀ, ਵੀ ਅਸੀਂ ਪੁੱਛੀਏ ਤਾਂ ਸਹੀ ਸਰਕਾਰ ਨੂੰ ਜਾ ਕੇ ਵੀ ਦੋਸ਼ ਕਿੱਥੇ ਕਿਹਦਾ ਹੈ। ਤਾਂ ਸਰਕਾਰ ਨੂੰ ਇਹ ਲੱਗਿਆ ਵੀ ਇਹ ਤਾਂ ਫੈਡਰੇਸ਼ਨ ਹੁਣ ਪੈਰਵਾਈ ਕਰਨ ਲੱਗ ਪਈ ਹੈ ਸਿੰਘਾਂ ਦੇ ਕੇਸਾਂ ਦੀ, ਤਾਂ ਕਿਤੇ ਨਾ ਕਿਤੇ ਵੀ ਸਾਨੂੰ ਸ਼ਾਇਦ ਇਸ ਚੀਜ਼ ਦਾ ਸਾਹਮਣਾ ਨਾ ਕਰਨਾ ਪਵੇ ਕੋਰਟ ਵਿੱਚ। ਤਾਂ ਉਹਨਾਂ ਨੇ ਕੀ ਕੀਤਾ, ਮੌਕੇ ਦੇ ਉੱਤੇ ਪੈਰਵਾਈ ਕਰਨ ਗਿਆ ਨੂੰ ਅਰੈਸਟ ਕਰ ਲਿਆ। ਬਾਬਾ ਠਾਰਾ ਸਿੰਘ ਨੂੰ ਵੀ ਅਰੈਸਟ ਕਰ ਲਿਆ, ਮੇਰੇ ਫਾਦਰ ਭਾਈ ਅਮਰੀਕ ਸਿੰਘ ਜੀ ਨੂੰ ਵੀ ਅਰੈਸਟ ਕਰ ਲਿਆ ਜੀ। ਜਦੋਂ ਇਹਨਾਂ ਦੀ ਗ੍ਰਿਫਤਾਰੀ ਦੀ ਗੱਲ ਫੈਲੀ, ਅੰਮ੍ਰਿਤਸਰ ਪਹੁੰਚੀ, ਤਾਂ ਇਸ ਚੀਜ਼ ਦਾ ਬੜਾ ਰੋਹ ਸਾਰਿਆਂ ਦੇ ਮਨ ਦੇ ਵਿੱਚ, ਬੜਾ ਰੋਹ ਆਇਆ। ਫੈਡਰੇਸ਼ਨ ਪ੍ਰਧਾਨ ਸੀ ਮੌਕੇ ਦੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਉਸ ਸਮੇਂ ਮਹਿਤੇ ਡੇਰੇ ਸੀ ਜਦੋਂ ਗ੍ਰਿਫਤਾਰੀ ਦੀ ਖਬਰ ਇੱਥੇ ਪਹੁੰਚੀ ਹੈ ਕੈਂਪਸ ਦੇ ਵਿੱਚ। ਤਾਂ ਮੇਰੇ ਚਾਚਾ ਜੀ ਭਾਈ ਮਨਜੀਤ ਸਿੰਘ ਨੇ ਇਮੀਡੀਏਟਲੀ ਇੱਥੋਂ ਅੰਮ੍ਰਿਤਸਰ ਤੋਂ ਫੋਨ, ਉਹਨਾਂ ਨੂੰ ਉਦੋਂ ਲੈਂਡਲਾਈਨ ਫੋਨ ਹੁੰਦੇ ਸੀ, ਸੰਤਾਂ ਨੂੰ ਫੋਨ ਮਹਿਤੇ ਵਿਖੇ ਟਕਸਾਲ ਦੇ ਜਿਹੜਾ ਹੈੱਡਕੁਆਟਰ ਹੈ ਉੱਥੇ ਫੋਨ ਲਾਇਆ ਸੰਤ ਗਿਆਨੀ ਜਰਨੈਲ ਸਿੰਘ। ਉਹਨਾਂ ਦੇ PA ਨੇ ਫੋਨ ਚੁੱਕਿਆ ਅੱਗੋਂ, ਕਹਿਣ ਲੱਗੇ ਕਿ ਸੰਤਾਂ ਨੂੰ ਬੁਖਾਰ ਹੈ ਤੇ ਤੁਸੀਂ ਸੁਨੇਹਾ ਦੇ ਦਿਓ। ਕਹਿੰਦੇ ਨਹੀਂ, ਇਹ ਸੁਨੇਹਾ ਦੇਣ ਵਾਲਾ ਨਹੀਂ, ਗੱਲ ਜਿਹੜੀ ਹੈ ਉਹ ਸੈਂਸਿਟਿਵ ਹੈ, ਤੇ ਕਿਰਪਾ ਕਰਕੇ ਸੰਤਾਂ ਨਾਲ ਮੇਰੇ ਬਚਨ ਕਰਾਓ। ਮਹਾਂਪੁਰਸ਼ਾਂ ਨੂੰ ਜਾ ਕੇ ਦੱਸਿਆ, ਮਹਾਂਪੁਰਸ਼ ਆਏ, ਫੋਨ ਫੜਿਆ। ਫੋਨ ਤੇ ਜਦੋਂ ਉਹਨਾਂ ਨੂੰ ਦੱਸਿਆ ਕਿ ਭਾਈ ਅਮਰੀਕ ਸਿੰਘ ਅਰੈਸਟ ਹੋ ਗਏ, ਤਾਂ ਉਹ ਇੰਨੇ ਉਤਾਵਲੇ ਹੋ ਗਏ, ਇੰਨੇ ਉਤਾਵਲੇ ਹੋਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਕਿ ਬਿਮਾਰੀ ਦੀ ਹਾਲਤ ਵਿੱਚ ਬੁਖਾਰ ਚੜ੍ਹਿਆ ਦਰਬਾਰ ਸਾਹਿਬ ਪਹੁੰਚ ਗਏ। ਗੱਡੀ ਲਈ ਮਹਿਤੇ ਤੋਂ ਤੁਰੰਤ ਹੀ ਸਿੰਘਾਂ ਦੇ ਨਾਲ ਸਮੇਤ ਜਥੇ ਦਰਬਾਰ ਸਾਹਿਬ ਆ ਗਏ। ਇੱਥੇ ਆ ਕੇ ਵਿਚਾਰਾ ਕਰਨ ਲੱਗੇ ਕਿ ਭਾਈ ਅਮਰੀਕ ਸਿੰਘ ਨੂੰ ਛੁਡਾਉਣਾ ਕਿਵੇਂ, ਮਤਲਬ ਵਿਛੋੜਾ ਨਹੀਂ ਸੀ ਬਰਦਾਸ਼ਤ ਕਰ ਸਕਦੇ ਕਿ ਭਾਈ ਅਮਰੀਕ ਸਿੰਘ ਜੇਲ੍ਹ 'ਚ ਚਲਾ ਜਾਏ, ਇੰਨਾ ਪਿਆਰ ਕਿ ਬਿਮਾਰੀ ਦੀ ਹਾਲਤ ਵਿੱਚ। ਤੇ ਉਹ ਉੱਠ ਕਹਿੰਦੇ ਨਹੀਂ, ਪ੍ਰਧਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਛੁਡਾਉਣਾ। ਔਰ ਕੁਝ ਸੂਤਰਾਂ ਤੋਂ ਮੈਨੂੰ ਇਹ ਵੀ ਪਤਾ ਲੱਗਿਆ ਵੀ ਪਹਿਲਾ ਫੈਸਲਾ ਇਹ ਸੀਗਾ ਕਿ ਥਾਣੇ ਤੇ ਹਮਲਾ ਚੱਲੀਏ ਸਾਰੇ ਜਾਣੇ ਤੇ ਭਾਈ ਸਾਹਿਬ ਨੂੰ ਛੁਡਾ ਲਿਆਈਏ। ਤਾਂ ਫਿਰ ਕੁਝ ਸਿੰਘਾਂ ਨੇ ਉੱਥੇ ਵਿਚਾਰ ਦਿੱਤੀ ਕਿ ਸੰਤ ਜੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਸਾਡੇ ਇਸ ਜਾਨ ਨੂੰ ਸਰਕਾਰ ਜਿਹੜੀ ਆ ਹੋਰ ਤਰੀਕੇ ਦੇ ਨਾਲ ਲੈ ਲਵੇ, ਤੇ ਕੋਈ ਟਕਰਾਅ ਹੋ ਜਾਵੇ, ਕੋਈ ਹਿੰਸਾ ਵਾਲੀ ਘਟਨਾ ਹੋ ਜਾਵੇ, ਤਾਂ ਸਾਨੂੰ ਇਸ ਤਰ੍ਹਾਂ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ, ਕਿ ਸਾਨੂੰ ਪ੍ਰੋਪਰ ਚੈਨਲ ਹੀ ਚੱਲ ਕੇ ਸੰਘਰਸ਼ ਜਿਹੜਾ ਸ਼ੁਰੂ ਕਰਨਾ ਚਾਹੀਦਾ। ਮਹਾਂਪੁਰਸ਼ ਉਸੇ
ਵੇਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਸਲਾਹ ਕਰਕੇ ਤੇ ਜੋ ਉੱਥੇ ਮਤਾ ਹੋਇਆ, ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਕੇ ਧਰਮ ਯੁੱਧ ਮੋਰਚਾ ਲਗਾ ਦਿੱਤਾ। ਅਸਲ ਦੇ ਵਿੱਚ ਧਰਮ ਯੁੱਧ ਮੋਰਚਾ ਭਾਈ ਅਮਰੀਕ ਸਿੰਘ ਬਾਬਾ ਠਾਰਾ ਸਿੰਘ ਜੀ ਦੀ ਗ੍ਰਿਫਤਾਰੀ ਦੇ ਅਗੇਂਸਟ ਸ਼ੁਰੂ ਹੋਇਆ ਸੀ, ਜਿਹਨੂੰ ਬਾਅਦ ਦੇ ਵਿੱਚ ਅਕਾਲੀ ਦਲ ਦੇ ਵੀ ਮੋਰਚੇ ਦੇ ਨਾਲ ਪਲੈਜ ਕਰ ਲਿਆ ਗਿਆ। ਅਦਰਵਾਈਜ਼ ਸੰਤਾਂ ਨੇ ਜਿਹੜਾ ਮੋਰਚਾ ਲਾਇਆ ਸੀ ਧਰਮ ਯੁੱਧ ਮੋਰਚਾ, ਉਹਦੀ ਪਹਿਲੀ ਪ੍ਰਾਇੋਰਟੀ ਤਾਂ ਇਹ ਸੀਗਾ ਕਿ ਸਾਡੇ ਬੇਦੋਸ਼ ਜਿਹੜੇ ਸਿੱਖ ਨੌਜਵਾਨ ਫੜੇ ਨੇ ਉਹ ਰਿਹਾ ਕਰ ਦਿਓ। ਤਾਂ ਜਦੋਂ ਮੇਰੇ ਡੈਡ ਦੀ ਰਿਹਾਈ ਹੋ ਗਈ, ਬਾਬਾ ਠਾਰਾ ਸਿੰਘ ਦੀ ਰਿਹਾਈ ਹੋ ਗਈ, ਉਹ ਇੱਕ ਮੰਗ ਤਾਂ ਮੰਨ ਲਈ ਗਈ ਸੀ, ਇਟ ਮੀਨਸ ਮੋਰਚਾ ਤਾਂ ਉੱਥੇ ਖਤਮ ਹੋਣਾ ਚਾਹੀਦਾ ਸੀ। ਪਰ ਉਹਦੇ ਵਿੱਚ ਫਿਰ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਜਾਂ ਦੂਸਰਾ ਅਕਾਲੀ ਦਲ ਦੇ ਜਿਹੜੇ ਕੁਝ ਮੰਗਾਂ ਸੀ, ਇਹ ਪਲੈਜ ਹੋ ਗਈਆਂ ਤੇ ਡਿਕਟੇਟਰ ਸੰਤ ਗਿਆਨ ਆਪਣੇ ਲੌਂਗੋਵਾਲ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਉਦੋਂ ਬਣ ਗਏ। ਤਾਂ ਉਹ ਫਿਰ ਕਾਫੀ ਲੰਬਾ ਚੌੜਾ ਇਤਿਹਾਸ ਆ, ਤੁਸੀਂ ਜਾਣਦੇ ਹੋ। ਤੇ ਜੂਨ ਦੀਆਂ ਛੁੱਟੀਆਂ ਵੀ ਹੁੰਦੀਆਂ ਨੇ ਬੱਚਿਆਂ ਨੂੰ, ਉਹ ਇਸ ਲਾਅ ਵਿੱਚ ਇਸ ਰੂਟੀਨ ਦੇ ਵਿੱਚ ਅੰਮ੍ਰਿਤਸਰ ਆਏ ਹੋਏ ਸੀਗੇ ਕਿ ਨਾਲੇ ਤਾਂ ਦਰਸ਼ਨ ਹੋ ਜਾਣਗੇ, ਨਾਲੇ 4 ਦਿਨ ਰਹਿ ਆਵਾਂਗੇ, ਕਿਉਂਕਿ ਆ ਕੇ ਤਾਂ ਫਿਰ ਸਕੂਲ ਲੱਗ ਜਾਣੇ ਨੇ ਜੁਲਾਈ ਦੇ ਵਿੱਚ। ਤਾਂ ਅਸੀਂ ਕੁਦਰਤੀ ਤੌਰ ਤੇ ਅੰਮ੍ਰਿਤਸਰ ਆਏ ਹੋਏ ਸੀ ਜਦੋਂ, ਇਹ ਸਾਨੂੰ ਪਤਾ ਨਹੀਂ ਸੀ ਇਹ ਸਾਕਾ ਹੋ ਜਾਣਾ। ਸਾਨੂੰ ਇਹ ਪਸੰਦ ਮੌਕੇ ਤੇ ਪਲਾਨ ਕੀਤਾ ਗਿਆ ਜੀ। ਇਹ ਤਾਂ ਸਰਕਾਰਾਂ ਵੱਲੋਂ ਚਲੋ ਮੌਕੇ ਤੇ ਕੀਤਾ ਜਾਂ ਪ੍ਰੀ ਪਲਾਨਡ ਸੀ, ਇਹ ਤਾਂ ਹੁਣ ਸਰਕਾਰ ਹੀ ਦੱਸ ਸਕਦੀ ਹੈ। ਬਟ ਸਾਨੂੰ ਇੱਕ ਤਾਂ ਸਾਡੀ ਅਵਸਥਾ ਉਨੀ ਕਿਸੇ ਅਸੀਂ ਨਹੀਂ ਸੀ ਸਮਝ ਸਕਦੇ, ਦੂਸਰਾ ਕਦੇ ਵੀ ਕਿਸੇ ਵੀ ਸਿੱਖ ਨੇ ਇਹ ਨਹੀਂ ਸੀ ਸੋਚਿਆ ਕਿ ਸਰਕਾਰ ਇਸ ਹੱਦ ਤੱਕ ਗਿਰ ਜੂਗੀ ਕਿ ਉਹ ਆਪਣੀ ਹੀ ਸਰਕਾਰ ਜਿਹੜੀ ਹੱਥੀਂ ਚੁਣੀ ਹੋਈ ਹੈ, ਇਹ ਟੈਂਕਾਂ ਤੇ ਤੋਪਾਂ ਦੇ ਨਾਲ ਆਪਣੀ ਹੀ ਕੌਮ ਦੇ ਉੱਤੇ, ਆਪਣੇ ਹੀ ਭਾਰਤੀਆਂ ਤੇ ਆਪਣੇ ਹੀ ਸਿਟੀਜ਼ਨ ਦੇ ਉੱਤੇ ਐਡਾ ਮਾਰੂ ਹਮਲਾ ਕਰੇਗੀ ਕਿ ਜਿਹਦੇ ਜਿਹੜੇ ਜ਼ਖਮ ਨੇ ਉਹ ਸਦੀਆਂ ਤੱਕ ਜਿਹੜੇ ਉਹ ਮਿਟ ਨਹੀਂ ਸਕਦੇ। ਸੋ ਅਸੀਂ ਵੀ ਇਸ ਰੌ ਵਿੱਚ ਆਏ ਹੋਏ ਸੀ। ਮੇਰੀ ਛੋਟੀ ਸਿਸਟਰ ਸੀ, ਮੇਰੇ ਦਾਦੀ ਜੀ ਸੀ, ਮੇਰੇ ਮਦਰ ਸੀ, ਅਸੀਂ ਸਾਰੇ ਕੈਂਪਸ 'ਚ। 1 ਜੂਨ ਨੂੰ ਜਦੋਂ ਗੋਲੀਬਾਰੀ ਹੋਈ ਹੈ, ਭਾਈ ਮਹਿੰਗਾ ਸਿੰਘ ਜੀ ਬੱਬਰ ਸ਼ਹੀਦ ਹੋਏ ਆ, ਉਹ ਤਾਂ ਤੁਹਾਨੂੰ ਸਾਰਾ ਪਤਾ ਹੀ ਹੈ ਵਾਰ-ਵਾਰ ਕਿ ਉਹ ਤਾਂ ਇਸ ਕਰਕੇ ਸੀਗਾ ਕਿ ਅੰਦਰੋਂ ਜਵਾਬੀ ਫਾਇਰ ਆਵੇ ਤੇ ਪਤਾ ਲੱਗ ਜੇ ਇਸ ਫੌਜ ਨੂੰ ਕਿ ਕਿਸ ਕਿਸਮ ਦੇ ਹਥਿਆਰ ਨੇ ਤੇ ਕਿੱਥੇ-ਕਿੱਥੇ ਮੋਰਚਾਬੰਦੀ ਹੋਈ ਹੈ। ਪਰ ਕਿਉਂਕਿ ਅੰਦਰ ਜਨਰਲ ਸ਼ਬੇਗ ਸਿੰਘ ਵਰਗੇ ਟ੍ਰੇਨਡ ਜਰਨਲ ਬੈਠੇ ਸੀਗੇ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਇਸੇ ਮਕਸਦ ਲਈ ਸ਼ਾਇਦ ਭੇਜਿਆ ਸੀ, ਉਹਨਾਂ ਦੇ ਹਦਾਇਤਾਂ ਮੁਤਾਬਕ ਅੰਦਰੋਂ ਕੋਈ ਫਾਇਰ ਨਹੀਂ ਹੋਇਆ। ਜਿੰਨੀ ਫਾਇਰਿੰਗ ਹੋਈ ਹੈ ਚਫੇਰਿਓਂ ਕੈਂਪਸ ਤੇ ਆਰਮੀ ਦੀ ਹੋਈ ਹੈ। ਅਸੀਂ ਸਹਿਮ ਗਏ ਸੀ ਉਸ ਦਿਨ ਕਿਉਂਕਿ ਗੋਲੀ ਚੱਲਦੀ ਸੀ ਵਿੱਚ, ਇਸੇ ਵਿੱਚ ਸੀਗੇ। ਹਾਂਜੀ, ਅਸੀਂ ਤਾਂ ਕਾਫੀ ਦਿਨ ਪਹਿਲਾਂ ਹੀ, ਮਤਲਬ ਘੱਟੋ ਘੱਟ ਹਫਤਾ ਡੇਢ ਹਫਤਾ ਪਹਿਲਾਂ ਹੀ ਅਸੀਂ ਆਏ ਹੋਏ ਸੀ। ਤੇ ਅਸੀਂ ਵੀ ਆਮ ਸੰਗਤ ਵਾਂਗੂ ਸਾਡਾ ਵੀ ਇਹੀ ਸੀਗਾ ਵੀ ਅਸੀਂ ਮਹਾਰਾਜ ਜੀ ਦਾ ਗੁਰਪੁਰਬ ਨੰਗਾ ਕੇ ਤੇ ਫੇਰ ਹੀ ਜਾਵਾਂਗੇ ਹੁਣ। ਅੱਛਾ ਜੀ। ਉਸ ਤੋਂ ਬਾਅਦ 1 ਤਰੀਕ ਨੂੰ ਗੋਲੀ ਚੱਲਦੀ ਰਹੀ ਤਾਂ ਅਸੀਂ ਸਾਡਾ ਜਿਹੜਾ ਰੂਟੀਨ ਹੁੰਦਾ ਸੀਗਾ ਦਰਬਾਰ ਸਾਹਿਬ ਜਾਣਾ, ਤੇ ਮੇਰੇ ਮਦਰ ਲੰਗਰ ਦੀ ਸੇਵਾ ਕਰਦੇ ਹੁੰਦੇ ਸੀ ਭਾਂਡਿਆਂ ਦੀ, ਰੋਜ਼ ਉਹਨਾਂ ਨੂੰ ਹੁਕਮ ਵੀ ਸੀ ਤੇ ਸਾਨੂੰ ਵੀ, ਤਾਂ ਵੱਧ ਤੋਂ ਵੱਧ ਸੇਵਾ ਕਰਨੀ ਹੈ, ਵੇਲੇ ਨਹੀਂ ਬੈਠਣਾ। ਉਹ ਰੂਟੀਨ ਥੋੜਾ ਡਿਸਟਰਬ ਹੋਇਆ ਉਸ ਦਿਨ ਕਿਉਂਕਿ ਗੋਲੀ ਚੱਲ ਰਹੀ ਸੀਗਾ ਤੇ ਉਹਦੇ ਨਾਲ ਜਿਵੇਂ ਬੱਚੇ ਸਹਿਮ ਜਾਂਦੇ ਅਸੀਂ ਵੀ ਸਹਿਮ ਗਏ। ਤਾਂ ਸਾਨੂੰ ਉਸ ਦਿਨ ਕਮਰੇ ਚੋਂ ਬਹੁਤਾ ਬਾਹਰ ਨਹੀਂ ਨਿਕਲਣ ਦਿੱਤਾ। ਅਸੀਂ ਆਪਣੇ ਕਮਰੇ ਦੇ ਵਿੱਚ ਹੀ ਰਹੇ, ਪਰ ਉਹ ਨਾ ਅਜੀਬ ਤਰ੍ਹਾਂ ਦਾ ਮਾਹੌਲ, ਗਤੀਵਿਧੀਆਂ ਵਿੱਚ ਵੀ ਚੇਂਜ, ਸਿੰਘਾਂ ਦੇ ਵਿੱਚ ਵੀ ਜੋਸ਼ੀਲਾਪਨ, ਫੁਰਤੀਲਾਪਨ ਜ਼ਿਆਦਾ, ਕੋਈ ਆਪਣੇ ਹਥਿਆਰ ਸਾਂਭ ਰਿਹਾ ਹੈ, ਕੋਈ ਇੱਧਰ ਉੱਧਰ, ਦੱਸਦੇ ਕੁਛ ਨਹੀਂ ਸੀ ਪਰ ਹਰਕਤਾਂ ਦੇ 'ਚੋਂ ਸਾਨੂੰ ਨੋਟਿਸ ਕਰ ਸਕਦੇ ਸੀ ਅਸੀਂ ਕਿ ਕੁਛ ਤਾਂ ਚੇਂਜ ਹੈ। ਸਾਰਾ ਦਿਨ ਅਸੀਂ ਕਮਰੇ 'ਚ ਰਹੇ, ਸ਼ਾਮ ਨੂੰ ਰਹਿ ਰਸ ਹੋਈ, ਪ੍ਰਸ਼ਾਦਾ ਪਾਣੀ ਛਕਿਆ। ਤਾਂ 2 ਤਰੀਕ ਨੂੰ ਫਿਰ ਫਾਦਰ ਸਾਹਿਬ ਕਮਰੇ ਵਿੱਚ ਆਏ। ਥੋੜ੍ਹਾ ਜਿਹਾ ਉਦੋਂ ਗੋਲੀਬਾਰੀ ਦੇ ਵਿੱਚ ਢਿੱਲ ਦਿੱਤੀ ਗਈ। 2 ਤਰੀਕ ਨੂੰ ਕਰਫਿਊ ਵੀ ਖੋਲ੍ਹਿਆ ਗਿਆ ਕੁਝ ਸਮੇਂ ਲਈ, ਔਰ ਇਹ ਅਨਾਊਂਸਮੈਂਟਸ ਕੀਤੀਆਂ ਗਈਆਂ ਕਿ ਜਿੰਨੇ ਨਿਕਲਣਾ ਆ ਉਹ ਨਿਕਲ ਸਕਦਾ। ਕਰਫਿਊ ਢਿੱਲ ਦਿੱਤੀ ਗਈ। ਤੁਸੀਂ ਦੇਖੋ ਵਾਈਸ ਵਰਸਾ ਸਰਕਾਰ ਦੀ ਹੁਣ, ਕਿਉਂਕਿ ਉਦੋਂ ਤਾਂ ਇਹਨਾਂ ਚੀਜ਼ਾਂ ਦੀ ਸਮਝ ਨਹੀਂ ਸੀ, ਪਰ ਹੁਣ ਜਦੋਂ ਨਿਚੋੜ ਕੱਢਦੇ ਆ ਕਿ ਢਿੱਲ ਕਰਫਿਊ ਵਿੱਚ ਦਿੱਤੀ ਗਈ। ਜਿਨ੍ਹਾਂ ਨੇ ਬਾਹਰ ਜਾਣਾ ਸੀ ਉਹ ਤਾਂ ਚਲੇ ਗਏ, ਜਿਹੜੇ ਅੰਦਰ ਆਉਣ ਵਾਲੇ ਸੀ ਉਹਨਾਂ ਨੂੰ ਸਰਕਾਰ ਨੇ ਨਹੀਂ ਰੋਕਿਆ ਕਿ ਭਾਈ ਤੁਸੀਂ ਅੰਦਰ ਨਾ ਜਾਓ, ਅਸੀਂ ਦੁਬਾਰਾ ਕਰਫਿਊ ਲਾਉਣਾ। ਇਟ ਮੀਨਸ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਵੱਧ ਤੋਂ ਵੱਧ ਸਿੱਖ ਅੰਦਰ ਆ ਜਾਣ ਤੇ ਇਹਨਾਂ ਨੂੰ ਇਹੋ ਜਿਹਾ ਸਬਕ ਸਿਖਾਇਆ ਜਾਵੇ ਕਿ ਇਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣ। ਉਹ ਰੋਕ ਸਕਦੇ ਸੀ। ਜਿਹੜੀ ਅਨਭੋਲ ਸੰਗਤ ਆ ਰਹੀ ਸੀ ਉਹਨਾਂ ਦਾ ਮੰਨ ਲਓ ਅੰਦਰ ਬੈਠਿਆਂ ਦਾ ਤਾਂ ਕੋਈ ਸੰਘਰਸ਼ ਨਾਲ ਲੈਣ ਦੇਣ ਹੋ ਸਕਦਾ ਹੈ। ਸੰਘਰਸ਼ ਵੀ ਕੀ ਸੀ, ਸਾਡੇ ਬੁਨਿਆਦੀ ਹੱਕ ਸੀ। ਅਸੀਂ ਤਾਂ ਕਦੇ ਪਹਿਲਾਂ ਵਾਰ ਨਹੀਂ ਕੀਤਾ, ਗੁਰੂ ਸਾਹਿਬ ਨੇ ਸਾਨੂੰ ਵਾਰ ਕਰਨਾ ਸਿਖਾਇਆ ਨਹੀਂ, ਪਰ ਸੈਲਫ ਡਿਫੈਂਸ ਤਾਂ ਸਾਡੀਆਂ ਪੀੜ੍ਹੀਆਂ ਦੇ, ਸਾਡੀਆਂ ਜੜ੍ਹਾਂ 'ਚ ਹੈ ਨਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿਖਾਇਆ ਕਿ ਜਦੋਂ ਵੈਰੀ ਚੜ੍ਹ ਕੇ ਹੀ ਆ ਗਿਆ ਤਾਂ ਫਿਰ ਕੀ ਕਰਾਂਗੇ, ਸੈਲਫ ਡਿਫੈਂਸ ਤਾਂ ਕਰਾਂਗੇ ਨਾ। ਉਦੋਂ ਜਦੋਂ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਮਸਲਾ ਹੋਵੇ, ਜਦੋਂ ਬੂਟ ਲੈ ਕੇ ਫੌਜੀ ਅੰਦਰ ਵੜਨ ਦੀ ਕੋਸ਼ਿਸ਼ ਕਰਨ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੇ ਮਹਾਰਾਜ ਨੂੰ ਸਿੱਧਾ ਲਾ ਕੇ ਗੋਲੀਆਂ ਦਾ ਨਿਸ਼ਾਨਾ ਕੀਤਾ ਜਾ ਰਿਹਾ ਹੋਵੇ, ਤੇ ਫਿਰ ਅਸੀਂ ਇੱਕ ਸਿੰਘ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਚੁੱਪ ਕਰਕੇ ਬੈਠ ਜੇ, ਇਹ ਤਾਂ ਸਾਡੇ ਖੂਨ 'ਚ ਨਹੀਂ ਹੈ ਨਾ। ਸੋ ਅੰਦਰ ਅਨਭੋਲ ਸਿੱਖ ਅੰਦਰ ਵੀ ਆਏ। ਤਾਂ ਉਦੋਂ 2 ਤਰੀਕ ਨੂੰ ਮੇਰੇ ਫਾਦਰ ਸਾਹਿਬ ਫਿਰ ਸਾਡੇ ਕੋਲ ਕਮਰੇ 'ਚ ਆਏ। ਲਾਸਟ ਜਿਹੜੀ ਮਤਲਬ
ਮੇਰੀ ਤੇ ਮੇਰੀ ਦਾਦੀ ਜੀ ਦੀ ਲਾਸਟ ਹੈ, ਮੇਰੇ ਮਦਰ ਦੀ ਤੇ ਮੇਰੀ ਛੋਟੀ ਸਿਸਟਰ ਨੂੰ ਉਸ ਤੋਂ ਬਾਅਦ ਚ ਵੀ ਫਿਰ ਉਹ ਮਿਲੇ ਨੇ ਇਹਦੇ ਗੋਲੀਬਾਰੀ ਦੇ ਦੌਰਾਨ ਵੀ। 2 ਤਰੀਕ ਨੂੰ ਕਮਰੇ 'ਚ ਆਏ ਨੇ। ਮੈਂ ਤੁਹਾਨੂੰ ਦੱਸਦਾ ਕਿ ਮੇਰੇ ਸਕੇ ਮਾਮਾ ਜੀ ਵੀ ਨਾਲ ਹੀ ਸ਼ਹੀਦ ਹੋਏ ਆ, ਉਹ ਵੀ ਨਾਲ ਸੀ ਉਹਨਾਂ ਦੇ। ਉਹ ਮਿਲਣ ਆਏ ਸੀ ਤਾਂ ਉਹ ਜਦੋਂ ਉਹਨਾਂ ਨੇ ਦੇਖਿਆ ਮਾਹੌਲ ਖਰਾਬ ਆ ਤਾਂ ਉਹ ਵਾਪਸ ਨਹੀਂ ਗਏ। ਉਹ ਕਹਿੰਦੇ ਮੈਂ ਇੱਥੇ ਹੀ ਰਹਿਣਾ, ਉਹ ਫਿਰ ਨਾਲ ਸ਼ਹੀਦ ਹੋ ਗਏ। ਤਾਂ ਮੇਰੇ ਫਾਦਰ ਸਾਹਿਬ ਕਮਰੇ ਵਿੱਚ ਆਏ ਤਾਂ ਉਹਨਾਂ ਨੇ ਸਾਨੂੰ ਬਹੁਤ ਪਿਆਰ ਕੀਤਾ ਦੋਨਾਂ ਨੇ। ਇੱਕ ਬੰਨੇ ਗੋਦੀ 'ਚ ਮੈਨੂੰ ਬਿਠਾ ਲਿਆ, ਇੱਕ ਬੰਨੇ ਮੇਰੀ ਸਿਸਟਰ ਨੂੰ ਬਿਠਾ ਲਿਆ। ਗਨਮੈਨ ਨਾਲ ਜਿਹੜੇ ਸੀਗੇ ਸਾਰੇ ਦਰਵਾਜ਼ੇ ਅੱਗੇ ਖੜੇ, ਸਾਨੂੰ ਪਰਿਵਾਰ ਨੂੰ ਬਿਠਾ ਲਿਆ ਉਹਨਾਂ ਨੇ, ਮੇਰੇ ਮਦਰ ਨੂੰ ਬਿਠਾ ਲਿਆ। ਮੈਂ ਬਹੁਤ ਸਾਰੇ ਇੰਟਰਵਿਊਜ਼ 'ਚ ਵੀ ਇਹ ਪਲ ਸਾਂਝੇ ਕੀਤੇ ਨੇ। ਮੇਰੀ ਦਾਦੀ ਜੀ ਨੂੰ ਬਿਠਾ ਲਿਆ ਤੇ ਉਹਨਾਂ ਨੇ ਨਾ ਕੁਛ ਲੈਣ ਦੇਣ ਦੀਆਂ ਘਰ ਦੀਆਂ ਗੱਲਾਂ ਮੇਰੇ ਮਦਰ ਨੂੰ ਜਿਵੇਂ ਇਨਸਟਰਕਸ਼ਨ ਨਹੀਂ ਦੇਦੀਆਂ, ਆ ਇਦਾਂ ਕਰ ਲਿਓ, ਆ ਇਦਾਂ ਕਰ ਲਿਓ। ਕਿਉਂਕਿ ਜਦੋਂ ਅਸੀਂ ਮਾਲਵੇ 'ਚ ਜ਼ਮੀਨ ਲਈ ਸੀ ਨਾ ਤਾਂ ਉਦੋਂ ਅਸੀਂ ਬਾਬਾ ਠਾਕਰ ਸਿੰਘ ਤੋਂ ਕੁਝ ਪੈਸੇ ਜਿਹੜੇ ਫੜ ਕੇ ਉਦੋਂ ਸਾਂਝੇ ਘਰ 'ਚ ਪਾਏ ਹੋਣੇ ਨੇ, ਉਹ ਨੋਟ ਕਰਵਾਏ ਸਪੈਸ਼ਲੀ ਵੀ ਉਹ ਮੇਰਾ ਕਰਜ਼ਾ ਹੈ ਦਮਦਮੀ ਟਕਸਾਲ ਦਾ, ਕੋਈ 14,000 ਸ਼ਾਇਦ ਰੁਪਈਆ ਸੀ, ਉਹ ਵਾਪਸ ਕਰਨਾ ਹੈ। ਇਸ ਤਰ੍ਹਾਂ ਕਰਦੇ ਕਰਾਉਂਦੇ ਫਿਰ ਕਹਿੰਦੇ ਕਿ ਮੇਰੇ ਬੱਚਿਆਂ ਨੂੰ ਖੂਬ ਪੜ੍ਹਾਉਣਾ, ਅੱਛਾ, ਇਹਨਾਂ ਨੂੰ ਇੰਨੀ ਐਜੂਕੇਸ਼ਨ ਦਿਵਾਉਣੀ। ਮੇਰੀ ਇਹ ਤਮੰਨਾ ਹੈ ਕਿ ਇਹ ਜਿੱਥੇ ਬੈਠੇ ਨੇ ਚਮਕੜ, ਇਹਨਾਂ ਨੂੰ ਪਤਾ ਲੱਗੇ ਵੀ ਇਹ ਭਾਈ ਅਮਰੀਕ ਸਿੰਘ ਦੇ ਬੱਚੇ ਨੇ। ਇਸ ਤਰ੍ਹਾਂ ਦੇ ਇਹਨਾਂ ਨੂੰ ਤਿਆਰ ਕਰਨਾ। ਤਾਂ ਜਦੋਂ ਇਸ ਤਰ੍ਹਾਂ ਦੀਆਂ 2 ਇੰਸਟਰਕਸ਼ਨ ਦਿੱਤੀਆਂ ਤੇ ਮੇਰੇ ਮਦਰ ਨੇ ਸੁਭਾਵਿਕ ਸੀ, ਉਹ ਕਹਿੰਦੇ ਵੀ ਮੈਨੂੰ ਕਿਉਂ ਇੰਸਟਰਕਸ਼ਨ ਤੁਸੀਂ ਅੱਜ ਦੇਈ ਜਾ ਰਹੇ ਹੋ, ਤੁਸੀਂ ਕਿੱਥੇ ਹੋਣਾ, ਤੁਸੀਂ ਵੀ ਤਾਂ ਨਾਲ ਹੀ ਹੋਣਾ, ਜਿਵੇਂ ਜਿਵੇਂ ਤੁਸੀਂ ਗਾਈਡ ਕਰੋਗੇ ਉਵੇਂ ਉਵੇਂ ਆਪਾਂ ਕਰੀ ਚੱਲਾਂਗੇ। ਤੇ ਮੇਰੇ ਫਾਦਰ ਸਾਹਿਬ ਵੇਖ ਕੇ ਉਹਨਾਂ ਦੇ ਚਿਹਰੇ ਵੱਲ ਤੇ ਕਹਿੰਦੇ ਨਹੀਂ ਮੈਂ ਨਹੀਂ ਹੋਣਾ, ਅੱਛਾ, ਕਹਿੰਦੇ ਮੈਂ ਸ਼ਹੀਦ ਹੋ ਜਾਣਾ। ਮੰਮੀ ਕਹਿੰਦੇ, ਮੇਰੇ ਮਦਰ ਕਹਿੰਦੇ ਤੁਸੀਂ ਕਿੱਥੇ ਜਾਣਾ, ਤੇ ਕਹਿੰਦੇ ਮੈਂ ਸ਼ਹੀਦ ਹੋ ਜਾਣਾ। ਅੱਛਾ, ਇਹ ਉਹਨਾਂ ਦੀ ਸਟੇਟਮੈਂਟ ਜਿਹੜੀ ਸੀ ਨਾ, ਇਹ ਉਦੋਂ ਦੀ ਹੈ 2 ਤਰੀਕ ਦੀ, ਜਦੋਂ ਅਸੀਂ ਉਹਨਾਂ ਦੀ ਗੋਦੀ 'ਚ ਬੈਠੇ ਸੀ। ਤੁਸੀਂ ਦੇਖੋ ਕਿ ਬਈ ਬੱਚੇ ਗੋਦੀ 'ਚ ਬੈਠੇ ਹੋਣ ਤੇ ਇੱਕ ਬਾਪ ਇਹ ਕਹੇ ਵੀ ਮੈਂ ਨਹੀਂ ਰਹਿਣਾ, ਤਾਂ ਇਹ ਮਤਲਬ ਕਿੱਡੀਆਂ ਵੱਡੀਆਂ ਗੱਲਾਂ ਨੇ। ਬਹੁਤ ਜ਼ਿਆਦਾ ਭਾਵੁਕ ਪਲ ਸੀ। ਤੇ ਫਿਰ ਉਹ ਕਹਿਣ ਲੱਗੇ ਕਿ ਵੀ ਤੁਸੀਂ ਮੇਰੇ ਨੂੰ ਕਹਿੰਦੇ ਵੀ ਤੁਸੀਂ ਚਲੇ ਜਾਓ। ਜਿਹੜੀਆਂ ਅਸੀਂ ਰੋਜ਼ ਅਰਦਾਸਾਂ ਕਰਦੇ ਸੀ ਗੁਰੂ ਰਾਮਦਾਸ ਦੇ ਅੱਗੇ ਸ਼ਹਾਦਤ ਦੀਆਂ, ਉਹ ਸਮਾਂ ਆ ਗਿਆ, ਅਸੀਂ ਸ਼ਹੀਦ ਹੋਣਾ, ਤੇ ਤੁਸੀਂ ਛੇਤੀ ਤੋਂ ਛੇਤੀ ਕੈਂਪਸ 'ਚ ਬਾਹਰ ਚਲੇ ਜਾਓ। ਮੈਂ ਨਹੀਂ ਚਾਹੁੰਦਾ ਕਿ ਤੁਹਾਡਾ ਵੀ ਕੋਈ ਆਰਮੀ ਅੰਦਰ ਆ ਜਾਣਾ, ਤੇ ਆਰਮੀ ਕੁਝ ਵੀ ਕਰ ਸਕਦੀ ਹੈ, ਤੇ ਬੀਬੀਆਂ ਸਾਰੀਆਂ ਹੀ ਮੈਂ ਚਾਹੁੰਦਾ ਕਿ ਕੈਂਪਸ 'ਚੋਂ ਬਾਹਰ ਸੇਫ ਜਗ੍ਹਾ 'ਤੇ ਪਹੁੰਚ ਜਾਣ। ਕਿਉਂਕਿ ਉਹਨਾਂ ਨੂੰ ਸਰਕਾਰ ਦੀ ਨੀਅਤ ਤੇ ਪਹਿਲਾਂ ਹੀ ਸ਼ੱਕ ਸੀ, ਬਲਕਿ ਪਤਾ ਸੀ ਸ਼ੱਕ ਕਾਹਦਾ ਸੀ, ਬਲਕਿ ਉਹਨਾਂ ਨੂੰ ਦੇ ਵਰ ਕਨਵਿੰਸਡ ਕਿ ਇਹ ਹੋਣਾ ਹੈ। ਉਹ ਕੋਈ ਇਹ ਥੋੜਾ ਸੀਗਾ ਵੀ ਅਚਾਨਕ ਘੇਰਾ ਪੈ ਗਿਆ ਤੇ ਸ਼ਹੀਦ ਹੋ ਗਏ। ਉਹ ਤਾਂ ਵੇਟ ਕਰਦੇ ਸੀ ਗੁਰੂ ਸਾਹਿਬ ਵੱਲੋਂ ਜੋ ਉਹਨਾਂ ਨੇ ਅਰਦਾਸਾਂ ਉਹਨਾਂ ਦੇ ਕੀ ਹੁੰਦੀਆਂ ਸੀ। ਮੇਰੇ ਮਦਰ ਨੂੰ ਇੱਕ ਵਾਰੀ ਮੇਰੇ ਫਾਦਰ ਸਾਹਿਬ ਨੇ ਕਿਹਾ ਸੀਗਾ ਕਿ ਮੇਰੀ ਅਰਦਾਸ ਕਰਿਆ ਕਰ, ਤੇਰਾ ਨਿਤਨੇਮ ਬਹੁਤ ਹੈ, ਮੇਰੀ ਅਰਦਾਸ ਕਰਿਆ ਕਰ ਕਿ ਜਿਹੜਾ ਅਸੀਂ ਕੌਮ ਦਾ ਇੰਨਾ ਵੱਡਾ ਸੰਘਰਸ਼ ਹੈ ਨਾ ਸ਼ੁਰੂ ਕੀਤਾ, ਇਹ ਹੁਣ ਪਿੱਛੇ ਨਾ ਮੁੜੀਏ ਅਸੀਂ, ਤੇ ਜਿਹੜੀ ਗੋਲੀ ਸਾਨੂੰ ਵੱਜਣੀ ਹੈ ਨਾ ਪਿੱਠ 'ਚ ਨਾ ਵੱਜੇ, ਸੀਨੇ 'ਚ ਵੱਜੇ, ਤੇ ਅਸੀਂ ਕਿਸੇ ਸੜਕ ਤੇ ਨਾ ਪਏ ਹੋਈਏ, ਜਦੋਂ ਸਾਡੀ ਸ਼ਹਾਦਤ ਹੋਵੇ ਅਸੀਂ ਗੁਰੂ ਚਰਨਾਂ ਵਿੱਚ ਹੋਈਏ। ਕਮਿਟਡ ਟੂ ਸ਼ਹਾਦਤ। ਅਚਾਨਕ ਹੋਈ ਸ਼ਹਾਦਤ ਨਹੀਂ ਹੈ ਵੀ ਭੱਜੇ ਜਾਂਦਿਆਂ ਨੂੰ ਗੋਲੀ ਵੱਜ ਗਈ ਜਾਂ ਅਚਾਨਕ ਘੇਰ ਲਿਆ ਤੇ ਉੱਥੇ। ਉਹ ਵੀ ਬਹੁਤ ਵੱਡੀਆਂ ਸ਼ਹਾਦਤਾਂ ਨੇ, ਪਰ ਜਿਹੜਾ ਕਮਿਟਡ ਹੋ ਕੇ ਵੇਟ ਕਰਨੀ ਵੀ ਹੁਣ ਟੈਂਕ ਆ ਰਿਹਾ, ਹੁਣ ਇੰਨੀ ਪਲ ਮਤਲਬ ਇੱਥੇ ਆ ਗਈ ਮੌਤ, ਇੱਥੇ ਆ ਗਈ ਤੇ ਚਾਹ ਚੜ੍ਹਨਾ ਤੇ ਗੁਰੂ ਦੇ ਸੋਹਲੇ ਗਾਉਣੇ ਤੇ ਅਰਦਾਸ ਕਰਕੇ ਜਿਹੜਾ ਆਪਣਾ ਜਪਜੀ ਸਾਹਿਬ ਪਾਠ ਕਰਕੇ ਕੀਰਤਨ ਸੋਹਲਾ ਆਪ ਪੜ੍ਹਨਾ ਤੇ ਫਿਰ ਹੱਥਾਂ ਵਿੱਚ ਸ਼ਸਤਰ ਲੈ ਕੇ ਬਾਹਰ ਆ ਕੇ ਵੇਟ ਕਰਨੀ। ਮੈਂ ਸਮਝਦੀ ਹਾਂ ਵੀ ਇਹੀ ਕਾਰਨ ਹੈ ਕਿ ਅੱਜ ਅਸੀਂ ਇਹਨਾਂ ਜਿਹੜੇ ਐਗਜ਼ਿਸਟ ਕਰ ਰਹੇ ਹਾਂ ਨਾ, ਜਿੱਥੇ ਅਸੀਂ ਬੈਠੇ ਹਾਂ, ਇਹ ਉਹਨਾਂ ਦੀ ਭਗਤੀ ਹੈ ਜਿਹੜੀ ਸਾਡੀਆਂ ਪੀੜ੍ਹੀਆਂ ਵੀ ਖਾਣ ਤੇ ਮੁੱਕ ਨਹੀਂ ਸਕਦੀ। ਸੋ 2 ਤਰੀਕ ਨੂੰ ਜਿਹੜਾ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਕੈਂਪਸ ਛੱਡ ਜਾਓ, ਤਾਂ ਮੈਂ ਨਾ ਜਿਵੇਂ ਬੱਚੇ ਜਿੱਦ ਕਰਦੇ ਆ, ਮੈਨੂੰ ਬੜਾ ਚੰਗਾ ਲੱਗਦਾ ਸੀ ਅੰਮ੍ਰਿਤਸਰ ਆਉਣਾ ਆਪਣੇ ਫਾਦਰ ਕੋਲੇ। ਮੈਂ ਨਾ ਉਹਨਾਂ ਦੇ ਚੋਲੇ ਦੀ ਕੰਨੀ ਫੜ ਲਈ, ਮੇਰੀ ਬਾਹ ਉਹਨਾਂ ਨੇ ਮੇਰੇ ਦਾਦੀ ਜੀ ਨੂੰ ਫੜਾ ਦਿੱਤੀ, ਕਹਿੰਦੇ ਤੁਸੀਂ ਕੈਂਪਸ 'ਚ ਚਲੇ ਜਾਓ। ਮੇਰੇ ਮਦਰ ਨੂੰ ਵੀ ਕਹਿਤਾ ਵੀ ਤੁਸੀਂ ਚਲੇ ਜਾਓ, ਵੀ ਫੌਜ ਅੰਦਰ ਆ ਜਾਣੀ ਹੈ ਤੇ ਠੀਕ ਨਹੀਂ ਰਹਿਣਾ ਸਾਰਾ ਮਾਹੌਲ। ਮੇਰੇ ਮਦਰ ਕਹਿੰਦੇ ਮੈਂ ਨਹੀਂ ਜਾਣਾ, ਤੁਹਾਨੂੰ ਇਸ ਹਾਲਤ ਵਿੱਚ ਛੱਡ ਕੇ, ਸਾਡੀ ਆਜ਼ਾਦੀ ਹੈ, ਤੁਹਾਡੀ ਵੀ ਤਾਂ ਸਾਨੂੰ ਜ਼ਰੂਰਤ ਹੈ, ਕੌਮ ਨੂੰ ਜ਼ਰੂਰਤ ਹੈ, ਜੇ ਤੁਸੀਂ ਇਸ ਹਾਲਤ ਵਿੱਚ ਇੱਥੇ ਹੋ ਤਾਂ ਮੈਂ ਕੈਂਪਸ ਛੱਡ ਕੇ ਨਹੀਂ ਜਾਣਾ, ਮੇਰੇ ਮਦਰ ਨੇ ਕਿਹਾ। ਤੇ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਕਹਿੰਦੇ ਚਲੋ ਠੀਕ ਹੈ, ਜੇ ਤੁਹਾਡੀ ਇੱਛਾ, ਜੇ ਤੁਸੀਂ ਨਹੀਂ ਜਾਣਾ ਚਾਹੁੰਦੇ, ਜੇ ਸੰਤ ਕਰਤਾਰ ਸਿੰਘ ਦੇ ਪਰਿਵਾਰ ਦੀ ਜੜ ਲੱਗਣੀ ਹੋਈ ਤਾਂ ਤੁਸੀਂ ਬਚ ਜਾਓਗੇ, ਪਰ ਇਹ ਨਾ ਆਖਿਓ ਕਿ ਮੈਂ ਤੁਹਾਡੇ ਜਾਂ ਤੁਸੀਂ ਮੇਰੇ ਗੋਡੇ ਨਾਲ ਬਹਿ ਰਹੋ ਜਾਂ ਅਸੀਂ ਬਹਿ ਰਹੀਏ ਅਸੀਂ ਤਾਂ ਆਪਣੇ ਜਿੱਥੇ ਸਾਡਾ ਮੋਰਚਾ ਸੀ ਉੱਥੇ ਚਲੇ ਜਾਣਾ, ਫਿਰ ਤੁਹਾਡੀ ਜਿੱਥੇ ਬੀਬੀਆਂ ਬੈਠੀਆਂ ਨੇ ਲੰਗਰ 'ਚ ਤੁਸੀਂ ਵੀ ਉੱਥੇ ਚਲੇ ਜਾਓ, ਤੁਹਾਡੇ ਲਈ ਕੋਈ ਸਪੈਸ਼ਲ ਪ੍ਰੋਟੈਕਸ਼ਨ ਨਹੀਂ ਹੋਏਗੀ। ਤੇ ਮੇਰੀ ਬਾਂਹ ਜਿਹੜੀ ਉਹ ਮੇਰੇ ਦਾਦੀ ਜੀ ਨੂੰ ਫੜਾਤੀ, ਕਹਿੰਦੇ ਤੁਸੀਂ ਮਾਤਾ ਜੀ ਚਲੇ ਜਾਓ, ਇਹਨੂੰ ਬੇਟੀ ਨੂੰ ਵੀ ਨਾਲ ਲੈ ਜਾਓ, ਸਤਵੰਤ ਨੂੰ ਨਾਲ ਲੈ ਜਾਓ। ਮੈਂ ਚੋਲੇ ਦੀ ਕੰਨੀ ਫੜ ਲਈ, ਮੈਂ ਕਿਹਾ ਮੈਂ ਨਹੀਂ ਜਾਣਾ।
ਮੈਂ ਇੱਥੇ ਪੜ੍ਹਨਾ, ਕਹਿੰਦੇ ਸਕੂਲ ਪੜ੍ਹੋ ਜਾਓ, ਸ਼ਾਬਾਸ਼ ਪੜ੍ਹੋ ਜਾ ਕੇ, ਖੂਬ ਪੜ੍ਹਨਾ ਕਹਿੰਦੇ। ਮੈਂ ਨਾ ਚੋਲੇ ਦੀ ਕੰਨੀ ਪੜ੍ਹ ਲਈ, ਮੈਂ ਕਿ ਮੈਂ ਨਹੀਂ ਉੱਥੇ ਪੜ੍ਹਨਾ ਮੁਕਤਸਰ, ਮੈਂ ਤਾਂ ਅੰਮ੍ਰਿਤਸਰ ਪੜ੍ਹਨਾ, ਮੈਂ ਇੱਥੇ ਰਹਿਣਾ। ਤੇ ਮੇਰੀ ਬਾਂਹ ਜਿਹੜੀ ਹੈ ਨਾ, ਮੈਨੂੰ ਬਹੁਤ ਪਿਆਰ ਕੀਤਾ, ਮੇਰੀ ਬਾਂਹ ਜਿਹੜੀ ਉਹ ਫੜ ਕੇ ਤੇ ਮੇਰੀ ਦਾਦੀ ਜੀ ਨੂੰ ਫੜਾ ਦਿੱਤੀ, ਕਹਿੰਦੇ ਨਹੀਂ ਤੁਸੀਂ ਚਲੇ ਜਾਓ। ਤੇ ਉਹ ਆਖਰੀ ਪਲ ਸੀ ਮੇਰੇ ਮਦਰ ਬਾਅਦ ਵਿੱਚੋਂ ਨਿਕਲੇ। ਉਹ ਇੱਕ ਅਲੱਗ ਸਟੋਰੀ ਹੈ, ਲੰਬੀ ਕਹਾਣੀ ਹੈ। ਜਿਵੇਂ ਉਹਨਾਂ ਨੇ ਬਹੁਤ ਔਖੇ ਹੋ ਕੇ ਸਿੰਘ ਸਾਹਿਬ ਗਿਆਨੀ ਸਾਰੀ ਪਰਿਕਰਮਾ ਲੰਘ ਕੇ ਗਿਆਨੀ ਪੂਰਨ ਸਿੰਘ ਹੋਣਾ ਦੇ ਕੁਆਟਰ ਵਿੱਚ ਪਹੁੰਚੇ, ਜਿਹੜਾ ਕਿ ਬਾਬਾ ਦੀਪ ਸਿੰਘ ਦੀ ਜਿੱਥੇ ਯਾਦਗਾਰ ਬਣੀ ਹੋਈ ਪਰਿਕਰਮਾ 'ਚ ਇਹਦੇ ਪਿਛਲੇ ਬੰਨੇ ਕੋਈ ਪੌੜੀਆਂ ਸੀ, ਲੰਘਦੇ ਲੰਘਾਉਂਦੇ ਸਾਰਾ ਜੰਗ ਉਹਨਾਂ ਨੇ ਆਪਣਾ ਉੱਥੇ ਦੇਖਿਆ, ਉੱਥੇ ਸੁਣਿਆ। ਤਾਂ 6 ਜੂਨ ਤੋਂ ਬਾਅਦ 'ਚ ਸਾਰਾ ਕੁਝ। ਤੁਸੀਂ ਕੈਂਪਸ ਚੋਂ ਦੋਨੋਂ ਹੀ ਚਲੇ ਜਾਂਦੇ ਹੋ? ਮੈਂ ਤੇ ਮੇਰੇ ਦਾਦੀ ਜੀ ਤੇ ਸਾਡੇ ਇੱਕ ਹੋਰ ਰਿਸ਼ਤੇਦਾਰ ਸੀ। ਫਿਰ ਇੱਕ ਸਿੰਘ ਦੀ ਡਿਊਟੀ ਲਾਤੀ ਮੇਰੇ ਡੈਡੀ ਨੇ, ਮੇਰੇ ਪਿਤਾ ਜੀ ਨੇ, ਕਿ ਇਹਨਾਂ ਨੂੰ ਬੱਸ ਤੇ ਚੜਾਓ ਫਟਾਫਟ, ਕਿ ਕਰਫਿਊ ਕਿਸੇ ਵੇਲੇ ਵੀ ਲੱਗ ਸਕਦਾ, ਇਹਨਾਂ ਨੂੰ ਚੜਾਓ। ਉਹ ਸਾਨੂੰ ਗਲੀਆਂ ਦੇ ਵਿੱਚੋਂ ਦੀ ਪਿਛਲੇ ਬੰਨਿਆਂ ਦੀ ਹੋ ਕੇ ਬ੍ਰਹਮਬੂਟਾ ਮਾਰਕੀਟ ਦੇ ਵਿੱਚੋਂ ਸਾਨੂੰ ਜਦੋਂ ਬੱਸ ਸਟੈਂਡ ਵੱਲ ਲੈ ਕੇ ਆਏ ਤਾਂ ਉੱਥੇ ਕੋਈ ਬੱਸ ਨਹੀਂ ਸੀ, ਬੱਸ ਸਟੈਂਡ ਜਿਹੜੀਆਂ ਖੜੀਆਂ ਸੀ ਚੱਲਣ ਨੂੰ ਤਿਆਰ ਨਹੀਂ ਸੀ। ਫਿਰ ਉਹਨਾਂ ਨੇ ਦੱਸਿਆ ਕਿ ਬਾਰ-ਬਾਰ ਕੁਝ ਬੱਸਾਂ ਨੇ ਬਾਈਪਾਸ ਵੱਲ ਜਿਹੜੀਆਂ ਕਿ ਸ਼ਾਇਦ ਜਾਣੀਆਂ ਨੇ। ਤਾਂ ਸਾਨੂੰ ਬਾਬੇ ਸ਼ਹੀਦਾਂ ਵੱਲ ਜਿਹੜੇ ਇੱਧਰ ਤਰਨਤਾਰਨ ਰੋਡ ਜਿਹੜਾ ਪੁਰਾਣਾ ਰੋਡ ਚੱਲਦਾ ਸੀ, ਉੱਧਰ ਲਿਆ ਕੇ ਕਿਸੇ, ਹੁਣ ਮੈਨੂੰ ਐਗਜ਼ੈਕਟ ਕਿਹੜੀਆਂ ਗਲੀਆਂ ਦੇ ਵਿੱਚੋਂ ਸਾਨੂੰ ਪੀੜੀਆਂ ਚੋਂ ਕੱਢ ਕੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਦੇ ਅੱਗੋਂ, ਮੈਨੂੰ ਇੰਨਾ ਯਾਦ ਆ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਫਿਰ ਉੱਥੇ ਬੱਸਾਂ ਕੁਛ ਲੱਗੀਆਂ ਹੋਈਆਂ ਸੀ, ਸਾਨੂੰ ਉਹਦੇ ਵਿੱਚ ਬਿਠਾਤਾ। ਮੇਰਾ ਖਿਆਲ ਅਸੀਂ ਅੱਧਾ ਕੁ ਰਸਤਾ ਹੀ ਆਏ ਹੋਵਾਂਗੇ ਤੇ ਰੌਲਾ ਪੈਣਾ ਸ਼ੁਰੂ ਹੋ ਗਿਆ ਕਿ ਕਰਫਿਊ ਲੱਗ ਗਿਆ। ਪਰ ਫਿਰ ਵੀ ਉਹ ਅਸੀਂ ਕਿਸੇ ਤਰੀਕੇ ਬਾਬਾ ਜੀ ਤਾਰਾ ਸਿੰਘ ਹੋਣਾ ਦੇ ਡੇਰੇ ਸਰਹਾਲੀ ਪਹੁੰਚ ਗਏ, ਮੈਂ ਤੇ ਮੇਰੇ ਦਾਦੀ ਜੀ। ਉਹਨਾਂ ਨੇ ਫਿਰ ਉੱਥੋਂ ਸਾਨੂੰ ਕਰਫਿਊ ਲੱਗ ਗਿਆ ਸੀ, ਫਿਰ ਕੱਚੇ ਰਾਹਾਂ ਥਾਣੀ, ਪਿੰਡਾਂ ਥਾਣੀ, ਟਰੈਕਟਰ ਤੇ ਮੇਰੇ ਨਾਨਕੇ ਸੀ ਫਿਰੋਜ਼ਪੁਰ, ਉੱਥੇ ਪਹੁੰਚਾਇਆ। ਇੱਕ ਦੋ ਦਿਨ 'ਚ ਜਦੋਂ ਅਸੀਂ 1-2 ਦਿਨਾਂ 'ਚ ਬਾਅਦ ਫਿਰੋਜ਼ਪੁਰ ਪਹੁੰਚੇ ਤਾਂ ਉੱਥੇ ਰੇਡੀਓ ਆਕਾਸ਼ਵਾਣੀ ਤੇ ਉਦੋਂ ਖਬਰਾਂ ਹੁੰਦੀਆਂ ਸੀ। ਤਾਂ BBC ਤੋਂ ਜਦੋਂ ਖਬਰ ਆਈ ਕਿ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਹੋ ਗਿਆ, ਮੇਬੀ ਉਸ ਦਿਨ 5 ਜੂਨ ਹੋਣੀ ਹੈ ਜਿਸ ਦਿਨ ਮੈਂ ਖਬਰ ਸੁਣੀ, ਤਾਂ ਮੇਰੇ ਦਾਦੀ ਜੀ ਵਾਜ਼ ਇੰਨੇ ਸ਼ੌਕਡ ਹੋ ਗਏ, ਇੰਨਾ ਉਹਨਾਂ ਨੂੰ ਧੱਕਾ ਲੱਗਾ ਕਿ 2 ਬੇਟੇ ਉਹਨਾਂ ਦੀਆਂ 2 ਨੂੰਹਾਂ ਸਾਰੇ ਕੈਂਪਸ 'ਚ, ਮੈਂ ਤੇ ਮੇਰੇ ਦਾਦੀ ਜੀ ਬੱਚੇ ਸੀ। ਤਾਂ ਉਹ ਮੈਨੂੰ ਨਾਨਕੇ ਛੱਡ ਕੇ ਉਨੀ ਪੈਰੀ ਵਾਪਸ ਆ ਗਏ ਲੱਭਣ, ਉਨੀ ਪੈਰੀ ਵਾਪਸ ਆ ਗਏ। ਔਰ ਉਹ ਕਿਹੜੇ ਹਾਲਾਤਾਂ ਵਿੱਚ ਆਏ, ਮੈਨੂੰ ਲੱਗਦਾ ਹੈ ਇਸ ਇਕੱਲੇ ਟੌਪਿਕ 'ਤੇ ਕਿਤਾਬ ਲਿਖੀ ਜਾ ਸਕਦੀ ਹੈ। ਕਰਫਿਊ ਲੱਗਾ, ਸੜਕ 'ਤੇ ਚੜ੍ਹ ਨਹੀਂ ਸਕਦੇ, ਗੋਲੀ ਦਾ ਆਰਡਰ ਹੈ, ਕਿਰਪਾਨ ਵਾਲੇ ਨੂੰ ਖਾਸ ਕਰਕੇ ਸਾਡੇ ਪਰਿਵਾਰ ਨੂੰ ਜਦੋਂ ਪਿੱਛੋਂ ਤਾਂ ਲੰਘ ਆਏ ਸਾਈਕਲਾਂ 'ਤੇ, ਕਦੀ ਉਹਨਾਂ ਨੇ ਆਪਣਾ ਭਾਂਜੇ ਨੂੰ ਨਾਲ ਲਿਆ, ਕਦੀ ਸਾਈਕਲ 'ਤੇ, ਕਦੀ ਕਿਸੇ ਚੀਜ਼ 'ਤੇ, ਕਦੀ ਤੁਰ ਕੇ। ਜਿਹੜੀ ਸੜਕ ਦੇ ਨਾਲ ਪੈਲੀਆਂ ਜਾਂਦੀਆਂ ਸੀ ਕੱਚੇ ਪੈਹਿਆਂ ਦੇ ਵਿੱਚੋਂ ਦੀ ਹੋ ਕੇ ਇੱਕ ਲੇਡੀ ਲਈ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਆਉਣਾ, ਰਸਤੇ ਵਿੱਚ ਹਰੀਕੇ ਦਰਿਆ ਆ ਗਿਆ। ਹਰੀਕੇ ਦਰਿਆ ਨੂੰ ਜਿੱਧਰਲੇ ਬੰਨੋਂ ਪਾਕਿਸਤਾਨ ਨੂੰ ਪਾਣੀ ਥੋੜਾ ਜਾਂਦਾ ਹੈ, ਸ਼ਾਮ ਦੇ ਸਮੇਂ ਤੁਰ ਕੇ ਪਾਰ ਕੀਤਾ, ਵਿੱਚੋਂ ਦੀ ਲੰਘ ਕੇ। ਤੁਸੀਂ ਸੋਚੋ, ਕਿਉਂਕਿ ਉਹ ਸਾਰਾ ਤਾਂ ਇੱਕ ਡਿਸਕਨੈਕਟ ਕੀਤਾ ਸੀ ਮਾਝਾ ਤੇ ਮਾਲਵਾ ਨੂੰ, ਇੱਕੋ ਹੀ ਤਾਂ ਸੀ ਪੁਲ ਜਿਹੜਾ ਜੋੜਦਾ ਹੈ ਮਾਝੇ ਤੇ ਮਾਲਵੇ ਨੂੰ। ਉੱਥੇ ਤਾਂ ਆਰਮੀ BSF ਲੱਗੀ ਹੋਈ ਸੀ। ਮੋਰਓਵਰ ਜਦੋਂ ਖਬਰਾਂ ਗਈਆਂ ਤਾਂ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਗੜਬੜ ਦਾ ਮਾਹੌਲ ਬਣਿਆ ਹੋਇਆ ਸੀ। ਤਾਂ ਸਿੱਖਾਂ ਨੂੰ ਤਾਂ ਗੋਲੀਆਂ 1-2 ਥਾਵਾਂ ਤੇ ਚੱਲਣ ਕਰਕੇ ਮਾਰ ਦਿੰਦੇ ਸੀ ਇਹ। ਅਗਲੇ ਦਿਨ ਹੋਇਆ ਜਦੋਂ 3 ਨੂੰ, ਤਾਂ ਮਿਲੇ ਤਾਂ ਨਹੀਂ ਮੇਰੇ ਫਾਦਰ ਸਾਹਿਬ, ਬਾਅਦ 'ਚ ਮੇਰੇ ਮਦਰ ਦੱਸਦੇ ਆ ਕਿ ਮਿਲੇ ਤਾਂ ਨਹੀਂ। ਉਹਨਾਂ ਦੀ ਪੂਰੀ ਦੀ ਪੂਰੀ ਹੈਗੀ ਹੈ ਸਾਰੀ ਦਾਸਤਾਨ, ਉਹਨਾਂ ਨੇ ਆਪਣੀ ਕੀਤੀ ਵੀ ਹੈ ਸ਼ੇਅਰ। ਪਰ ਬਾਅਦ ਵਿੱਚ ਜਦੋਂ 4 ਰਾਤ ਨੂੰ ਜਦੋਂ ਇਹਨਾਂ ਨੇ ਟੈਂਕ ਅੰਦਰ ਵਾੜਿਆ, ਤਾਂ ਜਦੋਂ 3 ਨੂੰ ਬਿਜਲੀ ਕੱਟ ਦਿੱਤੀ, ਪਾਣੀ ਚਲਾ ਗਿਆ, ਗਰਮੀ ਬਹੁਤ ਜ਼ਿਆਦਾ ਸੀ, ਜੂਨ ਦਾ ਮਹੀਨਾ ਹੈ। ਤਾਂ ਉਦੋਂ ਥੋੜ੍ਹੇ ਜਿਹੇ ਸਿੰਘ ਨਾ ਉੱਥੋਂ ਸੰਤਾਂ ਨੇ ਭੇਜੇ ਕਿ ਜਿਹੜੀਆਂ ਬੀਬੀਆਂ ਤੇ ਬੱਚੇ ਆ ਉਹਨਾਂ ਨੂੰ ਇਹ ਮੈਸੇਜ ਦੇ ਆਓ ਕਿ ਉਹ ਸਾਰੀਆਂ ਲੰਗਰ ਹਾਲ 'ਚ ਇਕੱਠੀਆਂ ਹੋ ਜਾਣ, ਕਿਉਂਕਿ ਆਰਮੀ ਜਦੋਂ ਅੰਦਰ ਆਏਗੀ ਤਾਂ ਤੁਸੀਂ ਇੱਕ ਥਾਂ 'ਤੇ ਹੋਣੇ ਚਾਹੀਦੇ ਹੋ, ਵੱਖ-ਵੱਖ ਕਮਰਿਆਂ 'ਚ ਨਾ ਬੈਠੋ। ਤੇ ਮੇਰੇ ਮਦਰ ਲਈ ਵੀ ਇਹ ਸੁਣਾਇਆ ਸੀ ਕਿ ਤੁਸੀਂ ਵੀ ਜਿੱਥੇ ਬਾਕੀ ਬੀਬੀਆਂ ਬੈਠੀਆਂ ਨੇ ਜਾ ਕੇ ਬੇਟੀ ਨੂੰ ਲੈ ਜਾਓ ਤੇ ਉੱਥੇ ਹੀ ਬਹਿ ਜਾਓ ਲੰਗਰ ਹਾਲ ਦੇ, ਗੁਰੂ ਰਾਮਦਾਸ ਲੰਗਰ ਦੇ ਵਿੱਚ। ਤਾਂ ਮੇਰੇ ਮਦਰ ਵੀ ਕਹਿੰਦੇ ਕਿ ਮੈਂ ਵੀ ਫਿਰ ਬੇਟੀ ਨੂੰ ਉੱਥੇ ਚੁੱਕਿਆ, ਜਦੋਂ ਸਿੰਘ ਸੁਨੇਹਾ ਲੈ ਕੇ ਆਏ ਤਾਂ ਮੈਂ ਵੀ ਉੱਥੇ ਚਲੀ ਗਈ। ਉੱਥੇ ਕਾਫੀ ਬੀਬੀਆਂ, ਬੱਚੇ, ਨੌਜਵਾਨ, ਬਿਰਧ, ਜਿਹੜੀ ਸੰਗਤ ਸੀ ਵਿਚਾਰੀ ਜਿੱਥੇ ਘਿਰ ਗਈ ਹਾਂਜੀ, ਉਹਨਾਂ ਲਈ ਉਹਨਾਂ ਨੇ ਬ੍ਰੈਡ, ਚਨੇ, ਪਾਣੀ, ਜੈਮ, ਬਿਸਕਿਟ, ਇਸ ਤਰ੍ਹਾਂ ਦਾ ਸਮਾਨ ਸੰਤਾਂ ਨੇ ਭੇਜਿਆ ਤੇ ਉਹ ਸਾਰਿਆਂ ਨੂੰ ਵਰਤਾਇਆ। ਕਹਿੰਦੇ ਅਸੀਂ ਕੁਛ ਛਕ ਲਿਆ। ਤੇ 4 ਜੂਨ ਨੂੰ ਮੇਰੇ ਮਦਰ ਕਹਿੰਦੇ ਵੀ ਬਹੁਤ ਗਰਮੀ ਹੋ ਗਈ, ਬਹੁਤ ਜ਼ਿਆਦਾ ਗਰਮੀ ਹੋ ਗਈ। ਤਾਂ ਅਸੀਂ ਕੀ ਕੀਤਾ ਵੀ ਸਾਨੂੰ ਸਿੰਘਾਂ ਨੇ ਆ ਕੇ ਆਖਿਆ ਵੀ ਸੰਤ ਕਹਿੰਦੇ ਹੁਣ ਲੰਗਰ ਹਾਲ ਖਾਲੀ ਕਰ ਦਿਓ, ਕਿਉਂਕਿ ਦੁਪਾਸੜ ਗੋਲੀ ਸ਼ੁਰੂ ਹੋ ਗਈ ਸੀ 4 ਨੂੰ।
ਕਹਿੰਦੇ ਵੀ ਲੰਗਰ ਹਾਲ ਸੇਫ ਨਹੀਂ ਹੈ। ਜਦੋਂ ਫੌਜ ਐਂਟਰ ਹੋਈ ਸਭ ਤੋਂ ਪਹਿਲਾਂ ਇਹ ਕੈਪਚਰ ਹੋਣਾ ਹੈ। ਤਾਂ ਬੁੰਗੇ ਦੇ ਨਾਲੋਂ ਅੰਦਰ ਨਾ ਜਿਹੜਾ ਬੁੰਗਾ ਹੈ, ਗੁਰੂ ਰਾਮਦਾਸ ਲੰਗਰ ਦੇ ਨਾਲ ਬੁੰਗਾ ਹੈ, ਉਹਦੇ ਨਾਲੋਂ ਪ੍ਰਕਰਮਾਂ ਦੇ ਵਿੱਚ ਐਂਟਰੀ ਵਾਲੀ ਜਗ੍ਹਾ ਸੀ, ਖਾਲੀ ਸੀਗੀ ਉਦੋਂ। ਇੱਥੋਂ ਸਿੱਧਾ ਪ੍ਰਕਰਮਾਂ 'ਚ ਐਂਟਰ ਹੋ ਜਾਈਦਾ ਸੀ। ਤਾਂ ਉਹ ਜਿਹੜੀ ਕੋਨੇ 'ਚ ਛਬੀਲ ਹੈ ਸੱਜੇ ਹੱਥੀ, ਉੱਧਰ ਮੰਮੀ ਕਹਿੰਦੇ ਅਸੀਂ ਅੰਦਰੋਂ ਦੀ ਉੱਧਰ ਆ ਗਏ, ਤੇ ਉਹ ਪ੍ਰਕਰਮਾਂ ਦੇ ਵਿੱਚ ਛਬੀਲ ਤੋਂ ਅੱਗੇ ਜਾ ਕੇ ਪ੍ਰਕਰਮਾਂ 'ਚ ਅੰਦਰ ਕਮਰੇ ਬਣੇ ਹੋਏ ਸੀ, ਅੱਜ ਵੀ ਹੈਗੇ ਨੇ, ਸਟਿਲ ਹਾਲ ਸੀ। ਕਹਿੰਦੇ ਅਸੀਂ ਉੱਥੇ ਚਲੇ ਗਏ ਸਾਰੀ ਸੰਗਤ, ਤੇ ਮੈਂ ਵੀ ਉੱਥੇ ਆ ਗਈ। ਤਾਂ ਇੰਨੀ ਗਰਮੀ, ਬਹੁਤ ਗਰਮੀ ਕਹਿੰਦੇ, ਬੜੀ ਮਤਲਬ। ਤੇ ਮੇਰੇ ਨਾ ਸਿਸਟਰ ਦੇ ਕੰਨਾਂ, ਬੱਚਿਆਂ ਦੇ ਸਾਰਿਆਂ ਦੇ ਕੰਨਾਂ 'ਚ ਰੂੰ ਦੇ ਦਿੱਤਾ ਸੀ ਸਾਰਿਆਂ ਨੇ, ਤਾਂ ਕਿ ਗੋਲੀ ਦੇ ਨਾਲ ਜਿਹੜਾ ਆ ਆਵਾਜ਼ ਨਾਲ ਬੱਚੇ ਡਰਦੇ ਸੀ, ਸਹਿਮਦੇ ਸੀ। ਤਾਂ ਮੇਰੀ ਮਦਰ ਨੇ ਕਹਿੰਦੇ ਵੀ ਅੰਮ੍ਰਿਤ ਵੇਲਾ ਹੋਇਆ ਥੋੜ੍ਹਾ ਜਿਹਾ, ਤਾਂ ਬੇਟੀ ਅੰਦਰ ਸੌਂ ਗਈ, ਥੋੜ੍ਹੀ ਟਿਕ ਗਈ। ਤਾਂ ਸ਼ੀ ਵਾਜ਼ ਪ੍ਰੈਗਨੈਂਟ, ਕਿਉਂਕਿ ਮੇਰੇ ਬ੍ਰਦਰ ਦਾ ਜਨਮ ਅਗਸਤ ਦਾ ਸੀ। ਤਾਂ ਇਸ 'ਚ ਹਾਲਾਤ ਸੀ ਇਸ ਤਰ੍ਹਾਂ ਦੇ। ਤਾਂ ਕਹਿੰਦੇ ਅੰਦਰ ਬੜੀ ਮੈਨੂੰ ਹੁਮਸ ਲੱਗਿਆ, ਤੇ ਮੈਂ ਕਿਹਾ ਕਿ ਹੁਣ ਸ਼ਾਂਤ ਹੈ, ਗੋਲੀ ਨਹੀਂ ਚੱਲ ਰਹੀ। ਤਾਂ ਉਹਨਾਂ ਨੇ ਆ ਕੇ ਇੱਕ ਨਾ ਉੱਧਰ ਪੌਣਾ ਬਣਿਆ ਹੈ, ਤੁਸੀਂ ਦੇਖਿਆ ਹੋਣਾ, ਉੱਧਰ ਬੀਬੀਆਂ ਦਾ ਪੌਣਾ ਹੈ ਉਸ ਕੋਨੇ ਤੇ। ਠੀਕ। ਤਾਂ ਉੱਥੇ ਆ ਕੇ ਪੌਣੇ ਦੇ ਲਾਗੇ ਜਿਹੜੀ ਥੜੀ ਹੈ ਉਹਦੇ ਨਾਲ ਸਰੋਵਰ ਦੇ, ਕਹਿੰਦੇ ਬੇਟੀ ਅੰਦਰ ਸੁੱਤੀ ਸੀ, ਤੇ ਮੈਂ ਅੰਮ੍ਰਿਤ ਵੇਲੇ 3 ਵਜੇ ਨਾ ਉੱਥੇ ਆ ਕੇ ਲੰਮੀ ਪੈ ਗਈ ਕਿ ਇੱਥੇ ਥੋੜੀ ਜਿਹੀ ਹਵਾ ਆਉਂਦੀ ਹੈ, ਤੇ ਜਲ ਚੱਕਿਆ ਥੋੜਾ ਜਿਹਾ ਮੈਂ, ਇਹ ਥੋੜੇ ਠੰਡਾ ਹੈ। ਸਵੇਰ ਅੰਮ੍ਰਿਤ ਵੇਲੇ ਥੋੜਾ ਜਿਹਾ ਵੈਸੇ ਮੌਸਮ ਦਾ ਫਰਕ ਪੈ ਜਾਂਦਾ। ਉਹ ਉੱਥੇ ਲੇਟ ਗਏ। ਤੇ 4 ਤਰੀਕ ਨੂੰ ਰਾਤ ਨੂੰ ਇਹਨਾਂ ਨੇ ਜਦੋਂ ਟੈਂਕਾਂ ਦਾ ਹਮਲਾ ਕੀਤਾ, 5 ਸਵੇਰ ਦੀ ਜਦੋਂ ਅੰਮ੍ਰਿਤ ਵੇਲੇ ਕਹਿੰਦੇ ਆਸਾ ਜੀ ਦੀ ਵਾਰ ਰਾਗੀ ਸਿੰਘਾਂ ਨੇ ਸ਼ੁਰੂ ਕੀਤੀ, ਪਹਿਲਾ ਛੱਕਾ ਲੱਗਿਆ ਅੰਮ੍ਰਿਤ ਵੇਲੇ ਦਾ। ਤੇ ਹਜੇ ਕਹਿੰਦੇ ਪਹਿਲਾ ਛੱਕਾ ਹੀ ਲੱਗਿਆ ਸੀ ਕਿ ਜ਼ੋਰਦਾਰ ਇੱਕ ਗੋਲਾ ਆ ਕੇ ਪ੍ਰਕਰਮਾ 'ਚ ਡਿੱਗਾ। ਤੇ ਮੈਂ ਜਦੋਂ ਕਹਿੰਦੇ ਗੋਲਾ ਡਿੱਗਾ, ਆਵਾਜ਼ ਤਾਂ ਜਿਹੜੀ ਆਉਣੀ ਚਾਨਣ ਇਸ ਤਰ੍ਹਾਂ ਹੋਇਆ ਕਿ ਜਿਵੇਂ 2-3 ਸੂਰਜ ਇਕੱਠੇ ਚੜ ਗਏ ਹੋਣ, ਕਿਉਂਕਿ ਫਲੱਡ ਲਾਈਟ ਵੀ ਨਾਲ ਸੁੱਟਦੇ ਸੀ। ਉਹ ਕਿ ਕੀੜੀ ਵੀ ਤੁਰੀ ਜਾਂਦੀ ਦਿਖਦੀ ਸੀ। ਉਹ ਪਹਿਲਾਂ ਫਲੱਡ ਲਾਈਟ ਸੁੱਟਦੇ ਸੀ, ਕੀੜੀ ਵੀ ਜਿੱਥੇ ਵੀ ਉਹਨਾਂ ਨੂੰ ਹਰਕਤ ਹੁੰਦੀ ਸੀ ਉੱਥੇ ਸਿੱਧੀ ਫਿਰ ਗੋਲਾ ਸੁੱਟਦੇ ਸੀ ਕਿ ਇੱਥੇ ਕੁਛ ਨਾ ਕੁਛ ਹਰਕਤ ਹੈਗੀ, ਇੱਥੇ ਕੋਈ ਜ਼ਿੰਦਾ ਹੈ, ਇੱਥੇ ਕੋਈ ਮੋਰਚਾ ਹੈ, ਤੇ ਕੋਈ ਸਿੰਘ ਹੋ ਸਕਦਾ। ਫਿਰ ਉੱਥੇ ਮਗਰ ਗੋਲਾ ਆ ਜਾਂਦਾ ਸੀ। ਪਹਿਲਾਂ ਲਾਈਟ ਦਾ ਗੋਲਾ ਆਉਂਦਾ ਸੀ, ਫਿਰ ਦੂਜਾ ਗੋਲਾ ਆਉਂਦਾ ਸੀ, ਉਹਦੇ ਨਾਲ ਅੱਗ ਲੱਗ ਜਾਂਦੀ ਸੀ ਬੜੀ ਜ਼ਬਰਦਸਤ। ਤੇ ਮੇਰੇ ਮਦਰ ਕਹਿੰਦੇ ਜਦੋਂ ਪਹਿਲਾ ਗੋਲਾ ਵੱਜਾ ਤੇ ਇੰਨਾ ਜ਼ਿਆਦਾ ਤਰਬਕ ਗਏ, ਤੇ ਕਹਿੰਦੇ ਮੈਂ ਭੱਜ ਕੇ ਦੌੜ ਕੇ ਅੰਦਰ ਗਈ ਕਿ ਮੇਰੀ ਬੇਟੀ ਸੁੱਤੀ ਪਈ ਹੈ। ਬੱਚੇ ਵੀ ਸਾਰੇ ਉੱਠ ਕੇ ਚੀਕ ਚਿਹਾੜਾ ਬੱਚਿਆਂ ਨੇ ਪੌੜਾ ਸ਼ੂ, ਕਹਿੰਦੇ ਮੈਂ ਬੇਟੀ ਨੂੰ ਫਿਰ ਚੁੱਕ ਲਿਆ। ਉਸ ਤੋਂ ਬਾਅਦ ਤਾਂ ਫਿਰ ਲਗਾਤਾਰ ਗੋਲਾ 1 2 3 ਲਗਾਤਾਰ। ਫਿਰ ਤਾਂ ਤੁਹਾਨੂੰ ਪਤਾ ਹੀ ਹੈ ਕਿ 6 ਜੂਨ ਦਾ ਸਾਰਾ। ਫਿਰ ਇਹ ਹੌਲੀ ਹੌਲੀ ਨਿਕਲਾਉਂਦੇ ਰਾਤ ਨੂੰ ਇਹਨਾਂ ਨੂੰ ਕੁਝ ਸਿੰਘ ਜਿਹੜੇ ਸੀ ਉਹ ਕੱਢ ਕੇ ਲੈ ਗਏ ਥੰਮ ਦੇ ਨਾਲ। ਪ੍ਰਕਰਮਾਂ ਦੇ ਵਿੱਚੋਂ ਦੌੜ ਕੇ ਇੱਕ ਥੰਮ ਨਾਲ ਲੱਗਣਾ, ਫਿਰ ਦੌੜ ਕੇ ਅਗਲੇ ਥੰਮ ਨਾਲ, ਐਵੇਂ ਪ੍ਰਕਰਮਾ ਕਰਦੇ ਜਿੱਥੇ ਹੁਕਮਨਾਮਾ ਸਾਹਿਬ ਡਿਸਪਲੇ ਹੁੰਦਾ, ਉਲਟੇ ਚੱਲ ਰਹੇ ਸੀ ਨਾ, ਇਸ ਕੋਨੇ ਵਿੱਚ ਸੀ। ਤਾਂ ਜਿੱਥੇ ਡਿਸਪਲੇ ਹੁੰਦਾ ਹੁਕਮਨਾਮਾ, ਉੱਥੇ ਜਾ ਕੇ, ਕਿਉਂਕਿ ਅਗਲਾ ਖਾਲੀ ਏਰੀਆ ਆ ਗਿਆ ਅਕਾਲ ਤਖਤ ਸਾਹਿਬ ਦੇ ਅੱਗੋਂ, ਉਹ ਕਿਵੇਂ ਪਾਰ ਕਰਨਾ ਸੀ। ਤਾਂ ਸਿੰਘਾਂ ਨੇ ਮੇਰੇ ਸਿਸਟਰ ਨੂੰ ਚੁੱਕ ਲਿਆ ਸੀਗਾ ਕਿ ਤੁਸੀਂ ਦੌੜ ਨਹੀਂ ਸਕਦੇ ਇਸ ਹਾਲਤ ਵਿੱਚ, ਤਾਂ ਛੋਟੀ ਬੇਟੀ ਨੂੰ ਸਾਨੂੰ ਚੁਕਾ ਦਿਓ, ਅਸੀਂ ਇਹ ਏਰੀਆ ਆਪਾਂ ਨੂੰ ਭੱਜ ਕੇ ਕਵਰ ਕਰਨਾ ਪੈਣਾ, ਕਿਉਂਕਿ ਇੱਥੇ ਸਿੱਧੀ ਗੋਲੀ ਆ ਰਹੀ ਹੈ, ਇੱਥੇ ਕੋਈ ਹਿਡਨ ਹੈ ਨਹੀਂ ਸਾਡੇ ਕੋਲੇ ਲੁਕਣ ਨੂੰ ਕੋਈ ਬਰਾਂਡਾ। ਤਾਂ ਮੇਰੇ ਮਦਰ ਕਹਿੰਦੇ ਵੀ ਮੈਂ ਕਿਹਾ ਨਹੀਂ, ਕਹਿੰਦੇ ਮੈਂ ਸੋਚਿਆ ਕਿ ਜਦੋਂ ਭੱਜ ਕੇ ਲੰਘਣ ਲੱਗੇ ਪਤਾ ਨਹੀਂ ਕਿਹਦੇ ਗੋਲੀ ਵੱਜ ਜਾਣੀ, ਜੇ ਮੇਰੀ ਬੇਟੀ ਨੂੰ ਲੱਗ ਗਈ ਤਾਂ ਮੇਰਾ ਕਾਹਦਾ ਜੀਣਾ, ਮੈਂ ਕਿਵੇਂ ਜੀਊਂਗੀ, ਜੇ ਮੈਨੂੰ ਲੱਗ ਗਈ ਤਾਂ ਇਹ ਬੇਸਹਾਰਾ ਰਹੂਗੀ, ਜੇ ਲੱਗਣੀ ਆ ਤਾਂ ਇਕੱਠੀ ਲੱਗੂ, ਐਟਲੀਸਟ ਸਾਨੂੰ ਇੱਕ ਦੂਜੀ ਦਾ ਸਦਮਾ ਤਾਂ ਨਹੀਂ ਸਹਿਣਾ ਪਊਗਾ। ਕਹਿੰਦੇ ਮੈਂ ਕਿਹਾ ਮੈਂ ਨਹੀਂ ਬੇਟੀ ਨੂੰ ਦੇਣਾ। ਜੇ ਗੁਰੂ ਸਾਹਿਬ ਨੂੰ ਚਾਹਿਆ, ਉੱਥੇ ਮੇਰੇ ਫਾਦਰ ਸਾਹਿਬ ਫਿਰ ਮੇਰੇ ਮਦਰ ਨੂੰ ਮਿਲੇ ਅਕਾਲ ਤਖਤ ਸਾਹਿਬ ਤੋਂ। ਜਦੋਂ ਉਹਨਾਂ ਨੇ ਦੇਖਿਆ ਤਾਂ ਫਿਰ ਉਹਨਾਂ ਨੇ ਬੇਟੀ ਨੂੰ ਪਿਆਰ ਕੀਤਾ, ਛੋਟੀ ਸਿਸਟਰ ਨੂੰ ਮੇਰੀ ਨੂੰ। ਅੰਮ੍ਰਿਤ ਵੇਲੇ ਦੀ ਗੱਲ ਹੈ, ਹਨੇਰਾ ਸੀ। ਤਾਂ ਉਹ ਕਹਿੰਦੇ ਕੋਈ ਨਹੀਂ, ਚਲੋ ਤੁਸੀਂ, ਸਾਡੀ ਤਾਂ ਹੁਣ ਜੋ ਗੁਰੂ ਸਾਹਿਬ ਨੇ, ਜੋ ਸਾਡੀ ਅਰਦਾਸ ਬੇਨਤੀ ਹੈ। ਤੇ ਉਦੋਂ ਫਿਰ ਮੇਰੇ ਮਦਰ ਨੂੰ ਕਿਹਾ ਵੀ ਕੋਈ ਨਹੀਂ, ਤੁਸੀਂ ਜੇ ਗੁਰਸੰਤ ਕਰਤਾਰ ਸਿੰਘ ਦੀ ਜੜ ਲੱਗਣੀ ਹੋਈ ਤਾਂ ਬਚ ਜਾਓਗੇ ਤੁਸੀਂ। ਬਾਅਦ 'ਚ ਨਹੀਂ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ। ਉੱਥੇ ਲਾਸਟ ਮੇਰੇ ਮਦਰ ਨੂੰ ਮਿਲੇ ਆ। ਫਿਰ ਉਹ ਸਾਰੀ ਪ੍ਰਕਰਮਾ, ਉਹ ਜਿਹੜਾ ਸਾਰਾ ਕਿਲਿੰਗ ਗਰਾਊਂਡ ਮੈਂ ਕਹਿ ਲੂੰਗੀ ਵੀ ਉਹ ਸੀਗਾ ਜਿਹੜਾ ਮੇਨ ਟਾਰਗੇਟ ਸੀ ਅਕਾਲ ਤਖਤ ਸਾਹਿਬ। ਉਹ ਜਿਹੜੀ ਦਿਓੜੀ ਵਾਲਾ ਖਾਲੀ ਰਸਤਾ ਮੇਰੇ ਮਦਰ ਨੇ ਉਹ ਭੱਜ ਕੇ ਜਿਹੜਾ ਪੂਰਾ ਕੀਤਾ। ਤੇ ਰੱਬ ਦੀ ਕਿਰਪਾ, ਕਈਆਂ ਨੂੰ ਗੋਲੀ ਲੱਗ ਵੀ ਗਈ। ਮੇਰੇ ਮਦਰ ਕਹਿੰਦੇ ਕਈ ਡਿੱਗ ਵੀ ਪਏ, ਪੈਰਾਂ 'ਚ ਦਿਖਦਾ ਕੁਛ ਨਹੀਂ ਸੀ, ਕਈ ਕੁਛ ਖਿਲਰਿਆ ਪਿਆ ਸੀ ਉੱਥੇ, ਮਲਬਾ, ਗੋਲੀਆਂ, ਲਾਸ਼ਾਂ, ਪਰ ਅਸੀਂ ਥੱਲੇ ਨਹੀਂ ਦੇਖਿਆ। ਮੈਂ ਭੱਜਦੀ ਭਜਾਉਂਦੀ ਕੜਾਹ ਪ੍ਰਸ਼ਾਦ ਦੇ ਕਾਊਂਟਰ ਜਿੱਥੇ, ਉੱਥੇ ਪਹੁੰਚਣ 'ਚ ਕਾਮਯਾਬ ਹੋ ਗਏ। ਫਿਰ ਪਿੱਛੋਂ ਦੀ ਆ ਕੇ ਫਿਰ ਜਿੱਥੇ ਸੱਜੇ ਬੰਨੇ ਨੂੰ, ਜਿੱਥੇ ਬਾਬਾ ਦੀਪ ਸਿੰਘ ਜੀ ਹੋਣਾ ਦੀ ਯਾਦਗਾਰ ਬਣੀ, ਇੱਥੋਂ ਲਾਗੇ ਥੱਲਿਓਂ ਤਹਿਖਾਨੇ 'ਚੋਂ ਪੌੜੀਆਂ ਨਿਕਲਦੀਆਂ ਸੀ ਜਿਹੜੀਆਂ ਸਿੰਘ ਸਾਹਿਬ ਦੇ ਕੁਆਟਰ ਤੱਕ ਜਾਂਦੀਆਂ ਸੀ। ਉਹ ਸਿਰਫ ਸਿੰਘ ਸਾਹਿਬਾਂ ਲਈ ਰਸਤਾ ਖੁੱਲ੍ਹਦਾ ਸੀ।
ਉਧਰ ਦੀ ਥਾਂ ਨਹੀਂ ਅਸੀਂ ਬਚ ਬਚਾ ਕੇ ਕੁਆਟਰਾਂ ਤੱਕ ਪਹੁੰਚਣ ਦੇ ਵਿੱਚ ਕਿਵੇਂ ਨਾ ਕਿਵੇਂ ਗੁਰੂ ਸਾਹਿਬ ਦੀ ਬਖਸ਼ਿਸ਼ ਮੈਂ ਕਹੂੰਗੀ। ਬੀਬੀ ਜੀ ਅਖੀਰਲੇ ਸਵਾਲਾਂ ਤੇ ਆਉਂਦੇ ਆ। ਕਿਤਾਬਾਂ 'ਚ ਤਾਂ ਇਹ ਪੜ੍ਹਦੇ ਰਹਿੰਦੇ ਆ ਪਰ ਜ਼ੁਬਾਨੀ ਹੁੰਦੀ ਹੈ ਕਿ ਭਾਈ ਅਮਰੀਕ ਸਿੰਘ ਦੇ ਆਖਰੀ ਦਰਸ਼ਨ ਪਰਿਵਾਰ ਨੂੰ ਨਹੀਂ ਕਰਵਾਏ ਗਏ? ਨਹੀਂ ਅਸੀਂ ਤਾਂ ਮਤਲਬ ਅਸੀਂ ਤਾਂ ਕਿੰਨਾ ਸਾਲ ਨਾ ਬੱਚੇ ਮਦਰ ਨੂੰ ਤਾਂ ਪਤਾ ਸੀ ਵੀ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਅਰਦਾਸ ਕਰ ਲਈ ਸੀ ਸ਼ਹੀਦ ਹੋਣਾ ਤੇ ਤੁਸੀਂ ਵੀ ਸਾਡੀ ਅਰਦਾਸ ਕਰਿਓ ਤੇ ਅਟਲ ਸੱਚਾਈ ਹੈ। ਕਿਉਂਕਿ ਦੇਖੋ ਜਿੱਥੇ 5 ਜੂਨ ਦੀ ਰਾਤ ਨੂੰ ਜਦੋਂ ਵੱਡਾ ਮੁਕਾਬਲਾ ਹੁੰਦਾ ਹੈ, ਜਦੋਂ ਟੈਂਕ ਅੰਦਰ ਆ ਜਾਂਦੇ ਆ, 6 ਜੂਨ ਨੂੰ ਤਾਂ ਦੁਪਹਿਰ ਤੱਕ ਅੰਦਰੋਂ ਗੋਲਾਬਾਰੀ ਤਕਰੀਬਨ ਅੰਦਰਲੀ ਜਵਾਬੀ ਫਾਇਰਿੰਗ ਤਕਰੀਬਨ ਬੰਦ ਹੋ ਗਈ ਸੀ। ਇਟ ਮੀਨਸ ਕਿ ਸ਼ਹਾਦਤਾਂ ਹੋ ਚੁੱਕੀਆਂ। ਜਵਾਬੀ ਦੁਪਾਸੜ ਗੋਲੀ ਤੋਂ ਤੱਕ ਚੱਲਣੀ ਹੈ ਨਾ ਜਦੋਂ ਅਗਲਾ ਵੀ ਜਵਾਬ ਦੇ ਰਿਹਾ। ਤਾਂ ਸੂਤਰਾਂ ਮੁਤਾਬਕ ਸਵੇਰੇ ਜਿਹੜਾ 7 ਵਜੇ ਆਪਣੇ ਅਰਦਾਸੇ ਸੋਧ ਕੇ ਜਨਰਲ ਸ਼ਬੇਗ ਸਿੰਘ ਪਹਿਲਾਂ ਸ਼ਹੀਦ ਹੋ ਚੁੱਕੇ ਸੀ, ਬਾਬਾ ਠਾਰਾ ਸਿੰਘ ਨੇ ਦੁੱਖ ਭੰਜਨੀ ਬੇਰ ਥੱਲੇ ਗੋਲੀ ਲੱਗ ਚੁੱਕੀ ਸੀ, ਸ਼ਹੀਦੀ ਪ੍ਰਾਪਤ ਕਰ ਚੁੱਕੇ ਸੀ। ਤਾਂ ਜਿਹੜੇ ਗਿਣਤੀ ਦੇ ਸਿੰਘ ਸੰਤਾਂ ਨੇ ਕਿਹਾ ਸੀਗਾ ਭਾਈ ਅਮਰੀਕ ਸਿੰਘ ਨੂੰ, ਡੈਡੀ ਮੇਰਿਆਂ ਨੂੰ, ਭਾਈ ਅਮਰੀਕ ਸਿੰਘ ਤੁਸੀਂ ਚਲੇ ਜਾਓ ਬਾਹਰ, ਤੁਸੀਂ ਚਲੇ ਜਾਓ। ਨਿਕਲ ਸਕਦੇ ਸੀ, ਰਸਤੇ ਵੀ ਹੈਗੇ ਸੀ, ਸਭ ਕੁਝ ਸੀ। ਕਈਆਂ ਨੂੰ ਕੱਢਣ ਵੀ ਆਏ ਬਾਹਰ, ਸੇਫਲੀ ਕੱਢੇ ਜਿਹੜੇ ਅੱਜ ਤੱਕ ਜਿੰਦਾ ਨੇ। ਜਿਨ੍ਹਾਂ ਨੂੰ ਇਹ ਮੈਸੇਜ ਦਿੱਤਾ ਹੈ ਉਹ ਕਹਿੰਦੇ ਭਾਈ ਸਾਹਿਬ ਤੁਸੀਂ ਮੈਨੂੰ, ਇੱਕ ਰਾਗੀ ਸਿੰਘ ਸੀ ਜਿਹੜੇ ਉੱਥੇ ਫਸ ਗਏ ਸੀ, ਜਿਹੜੇ ਡਿਊਟੀ ਲਾ ਕੇ ਅੰਦਰੋਂ ਆਏ, ਉਹ ਥੰਮਲੇ ਨਾਲ ਲੋਕ ਕੇ ਬੈਠੇ ਸੀ ਤੇ ਮੇਰੇ ਡੈਡੀ ਨੇ ਵੇਖਿਆ, ਕਹਿੰਦੇ ਕਿਵੇਂ ਇੱਥੇ ਕੁੱਕੜ ਬਣ ਕੇ ਬੈਠੇ ਹੋ, ਕਿਵੇਂ ਬੈਠੇ ਹੋ, ਕਿਵੇਂ ਸੁੰਗੜੇ ਬੈਠੇ ਹੋ। ਇਹ ਮਜ਼ਾਕ ਕਰਦੇ ਸੀ। ਉਹ ਕਹਿੰਦਾ ਭਾਈ ਸਾਹਿਬ ਤੁਸੀਂ ਇੰਨੀ ਹਿੰਮਤ ਹੈ, ਇਸ ਸਮੇਂ 'ਚ ਵੀ ਮਜ਼ਾਕ ਸੋਚ ਰਹੇ। ਕਹਿੰਦੇ ਜੀ ਅਸੀਂ ਤਾਂ ਅੰਦਰੋਂ ਆਏ ਆ, ਮੇਰੇ ਨਾਲ ਦੇ ਨੂੰ ਗੋਲੀ ਲੱਗ ਗਈ, ਉਹ ਸ਼ਹੀਦ ਹੋ ਗਿਆ ਤੇ ਮੈਂ ਤਾਂ ਇੱਥੇ ਜਾਨ ਬਚਾ ਕੇ ਬੈਠਾ, ਫਸ ਗਏ ਸੀ। ਤੇ ਡੈਡੀ ਕਹਿੰਦੇ ਕਿਉਂ, ਮੌਤ ਤੋਂ ਡਰ ਲੱਗਦਾ? ਕਹਿੰਦਾ ਹਾਂਜੀ ਮੈਨੂੰ ਡਰ ਲੱਗਦਾ, ਮੈਂ ਮਰਨਾ ਨਹੀਂ ਚਾਹੁੰਦਾ। ਕਹਿੰਦੇ ਸਿੰਘਾ ਜੇ ਤੂੰ ਮਰਨਾ ਨਹੀਂ ਚਾਹੁੰਦਾ ਤੈਨੂੰ ਮਰਨ ਦਿੰਦੇ ਵੀ ਨਹੀਂ, ਬੇਫਿਕਰ ਹੋ ਜਾ। ਕਹਿੰਦੇ ਇੱਥੇ ਜਿਹੜਾ ਮਰਨਾ ਨਹੀਂ ਨਾ ਚਾਹੁੰਦਾ ਉਹਨੂੰ ਮਰਨ ਨਹੀਂ ਦਿੰਦੇ। ਜਾਲ ਕਹਿੰਦੇ ਤੈਨੂੰ ਮੈਂ ਬਾਹਰ ਕੱਢ ਕੇ ਆਵਾਂ, ਚਲਿਆ ਜਾ। ਉਹਨੂੰ ਅਕਾਲ ਤਖਤ ਸਾਹਿਬ ਦੇ ਪਿੱਛੋਂ ਦੀ ਭੀੜੀਆਂ ਗਲੀਆਂ ਦੇ ਵਿੱਚੋਂ ਕਹਿੰਦੇ ਸਿੱਧਾ ਤੁਰਿਆ ਜਾ, ਸੇਫ ਨਿਕਲ ਜਾ, ਕੁਛ ਨਹੀਂ ਹੁੰਦਾ ਤੈਨੂੰ। ਉਹ ਜਦੋਂ ਵਿਛੜਨ ਲੱਗਾ ਕਹਿੰਦੇ ਉਹਨੇ ਪੈਰ ਫੜ ਲਏ ਮੇਰੇ ਫਾਦਰ ਸਾਹਿਬ ਦੇ। ਕਹਿੰਦੇ ਜੀ ਮੈਂ ਬਾਹਰ ਜਾ ਕੇ ਕੀ ਸੁਨੇਹਾ ਦੇਵਾਂ? ਕਹਿੰਦਾ ਭਾਈ ਸਾਹਿਬ ਤੁਸੀਂ ਵੀ ਆ ਜਾਓ, ਤੁਸੀਂ ਵੀ ਬਚ ਜਾਓ, ਤੁਸੀਂ ਵੀ ਆ ਜਾਓ। ਕਹਿੰਦੇ ਜਿਹੜਾ ਤੈਨੂੰ ਕੰਮ ਕਿਹਾ ਤੂੰ ਉਹ ਕਰ, ਤੂੰ ਚੌਪੀ ਸਾਹਿਬ ਦੇ ਪਾਠ ਕਰਦਾ ਤੁਰਿਆ ਜਾ। ਅਸੀਂ ਤਾਂ ਹੁਣ ਅਰਦਾਸ ਕਰ ਲਈ, ਅਸੀਂ ਅਰਦਾਸ ਕਰਕੇ ਸਿੰਘ ਪਿੱਛੇ ਨਹੀਂ ਹਟਦੇ। ਅਸੀਂ ਤਾਂ ਇਹ ਮੌਕਾ ਲੱਭਦੇ ਸੀ, ਮਸਾ ਮੌਕਾ ਆਇਆ ਤੇ ਤੇਰਾ ਕੀ ਇਰਾਦਾ ਕਿ ਮੈਂ ਮੌਕਾ ਗਵਾ ਲਵਾਂ? ਇਹ ਪਤਾ ਨਹੀਂ ਕਿੰਨੀਆਂ ਸਦੀਆਂ ਦੀ ਭਗਤੀ ਤੋਂ ਬਾਅਦ ਜਿਹੇ ਜਿਹੇ ਮੌਕੇ ਮਿਲਦੇ ਆ। ਤੇ ਕਹਿੰਦਾ ਜੀ ਫਿਰ ਮੈਨੂੰ ਕੋਈ ਸੁਨੇਹਾ ਦੇ ਦਿਓ। ਮੈਂ ਕੀ ਸੁਨੇਹਾ ਦੇਵਾਂ? ਕਹਿੰਦੇ ਮੇਰੇ ਘਰ ਭਚੰਗੀ ਨੇ ਜਨਮ ਲੈਣਾ ਤੇ ਮੇਰੇ ਪਰਿਵਾਰ ਨੂੰ ਸੁਨੇਹਾ ਦੇਈਂ ਵੀ ਉਹਦੀ ਖੁਸ਼ੀ ਕਰਨੀ ਹੈ। ਉਹ ਜਿੰਦਾ ਹੈ ਅੱਜ ਵੀ ਸਿੰਘ। ਉਹ ਫਿਰ ਸਾਨੂੰ ਬਾਅਦ 'ਚ ਮਿਲਿਆ, ਉਹਨੇ ਸਾਰੇ ਬਚਨ ਸੁਣਾਏ ਤੇ ਅਸੀਂ ਰਿਕਾਰਡ ਕੀਤੇ, ਸਾਰਾ ਲਿਖਿਆ, ਸਾਰਾ ਵਾਰਤਾਲਾਪ। ਪਰ ਅਸੀਂ ਤਾਂ ਕਾਫੀ ਦਿਨ ਬੱਚੇ ਸੀ ਨਾ, ਅਸੀਂ ਤਾਂ ਉਡੀਕਦੇ ਹੀ ਰਹੇ। ਮੇਰੇ ਮਦਰ ਨੂੰ ਸਮਝਦੇ ਸੀਗੇ ਵੀ ਉਹ ਸ਼ਹੀਦੀ ਹੋ ਚੁੱਕੀ ਉਹਨਾਂ ਦੀ, ਕਿਉਂਕਿ ਇੱਕ ਕੰਧ ਦਾ ਹੀ ਓਲਾ ਸੀ ਨਾ ਜਿੱਥੇ ਬੈਠੇ ਸੀ ਉਹ, ਪਰ ਕਰਮਾਂ ਦੇ ਉੱਪਰ ਜਿਹੜੇ ਕੁਆਟਰ ਨੇ ਉਹਨਾਂ 'ਚ ਹੀ ਬੈਠੇ ਸੀ। ਇੱਕ ਕੰਧ ਦਾ ਹੀ ਓਲਾ ਸੀ, ਆਵਾਜ਼ ਤਾਂ ਸੁਣ ਰਹੀ ਸੀ ਕਿੰਨੇ ਗੋਲੇ ਵੱਜ ਰਹੇ ਆ, ਕਿੰਨੀ ਗੋਲੀ ਤਾੜ ਚੱਲ ਰਹੀ ਵੀ, ਇੱਕ ਕੀੜੀ ਵੀ ਨਹੀਂ ਲੰਘ ਰਹੀ। ਅਜਿਹੇ ਹਾਲਤਾਂ ਦੇ ਵਿੱਚ ਜਿਨ੍ਹਾਂ ਨੇ ਇਹ ਪ੍ਰਣ ਕੀਤਾ ਹੋਵੇ ਵੀ ਅਸੀਂ ਸ਼ਹੀਦ ਹੋਣਾ ਹੈ, ਉਹ ਬਚ ਕੇ ਕਿੱਥੇ ਜਾਣਗੇ? ਉਹ ਕਿਉਂ ਬਚਣਗੇ? ਨਾਲੇ ਤਾਂ ਉਹ ਤਾਂ ਸਮਝ ਚੁੱਕੇ ਸੀਗੇ ਕਿ ਭਾਣਾ ਵਰਤ ਚੁੱਕਿਆ। ਤੇ ਪਰ ਸਾਨੂੰ ਇਹ ਕਿਹਾ ਜਾਂਦਾ ਸੀਗਾ ਕਿ ਨਹੀਂ ਤੁਹਾਡੇ ਫਾਦਰ ਪਾਕਿਸਤਾਨ ਗਏ, ਉਹਨਾਂ ਨੇ ਆ ਜਾਣਾ। ਅਸੀਂ ਤਾਂ ਉਡੀਕਦੇ ਰਹੇ ਕਿੰਨੇ ਸਾਲ। ਹੌਲੀ ਹੌਲੀ ਸਮਝ ਪੈਣੀ ਸ਼ੁਰੂ ਹੋ ਗਈ, ਬਰਸੀਆਂ ਮਨਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਬਾਬਾ ਠਾਕਰ ਸਿੰਘ ਜੀ ਨੇ ਸਿੰਘ ਭੇਜੇ ਕਿ ਸਹਿਜ ਪਾਠ ਆਰੰਭ ਕਰ ਦਿਓ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਦਾ, ਕਿਉਂਕਿ ਸੰਤਾਂ ਬਾਰੇ ਕਈ ਤਰ੍ਹਾਂ ਦੀਆਂ ਕੰਟਰੋਵਰਸੀ ਸੀਗੀਆਂ ਵੀ। ਸੰਤ ਜਰਨੈਲ ਸਿੰਘ ਜਿੰਦਾ ਨੇ ਕਿੰਨੇ ਸਾਲ ਰਿਹਾ ਏ ਕੌਮ ਦੇ ਵਿੱਚ ਦੁਬਿਧਾ। ਹੌਲੀ ਹੌਲੀ ਕੁਝ ਗੱਲਾਂ ਕਲੀਅਰ ਹੋਈਆਂ, ਪਰ ਮੇਰੇ ਫਾਦਰ ਸਾਹਿਬ ਦਾ ਤਾਂ ਡੇ 1 ਤੋਂ ਹੀ ਇਹ ਕਲੀਅਰ ਹੋ ਚੁੱਕਿਆ ਸੀ। ਫਿਰ ਅਸੀਂ ਵੀ ਮੰਨ ਚੁੱਕੇ ਸੀਗੇ ਵੀ ਜੋ ਉਹਨਾਂ ਨੇ ਬਚਨ ਕੀਤੇ ਉਹ ਟਲ ਨੇ, ਤਾਂ ਸ਼ਹੀਦ ਹੋ ਚੁੱਕੇ ਆ। ਆਖਰੀ ਸਵਾਲ ਪੁੱਛੂੰਗੀ, ਸਿੱਖ ਕੌਮ ਤੋਂ ਜਿੰਨਾ ਸਨਮਾਨ, ਜਿੰਨਾ ਸਤਿਕਾਰ ਪਰਿਵਾਰ ਨੂੰ ਮਿਲਣਾ ਚਾਹੀਦਾ ਸੀ, ਪਰਿਵਾਰ ਨੂੰ ਉਹਨਾਂ ਮਿਲਿਆ? ਵਾਹਿਗੁਰੂ, ਤੁਸੀਂ ਕਿਹੋ ਜਿਹਾ ਕੁਐਸਚਨ ਪੁੱਛ ਰਹੇ ਹੋ ਗਗਨ? ਅਸੀਂ ਕਿਉਂਕਿ ਫਰਜ਼ ਆ। ਅੱਜ ਜੋ ਕੁਛ ਵੀ ਹੈ ਨਾ ਪਰਿਵਾਰ, ਇਹ ਕੌਮ ਦੀ ਬਦੌਲਤ ਹੈ। ਇਹ ਪਰਿਵਾਰ ਹੀ ਕੌਮ ਦਾ। ਤੁਹਾਨੂੰ ਪਤਾ ਮੈਂ ਹਮੇਸ਼ਾ ਹੀ ਅਰਦਾਸ ਕਰਦੀ ਹੁੰਦੀ ਹਾਂ ਕਿ ਜਦੋਂ ਮੱਥਾ ਟੇਕਦੇ ਮੈਂ ਕਿ ਸੱਚੇ ਪਾਤਸ਼ਾਹ ਸਾਨੂੰ ਸੱਚੇ ਸਿੱਖ ਬਣਾ ਲੈ। ਅਸੀਂ ਤਾਂ ਹਾਲੇ ਸੱਚੇ ਸਿੱਖ ਵੀ ਨਹੀਂ ਬਣ ਸਕੇ। ਜਿੰਨੀ ਵੱਡਿਆਂ ਦੀ ਕਮਾਈ ਹੈ ਨਾ, ਵੱਡਿਆਂ ਦੀ ਭਗਤੀ ਇੰਨੀ ਹੈ ਕਿ ਸਾਡੀਆਂ ਪੀੜ੍ਹੀਆਂ ਵੀ ਬਹਿ ਕੇ ਖਾਣ, ਮੁੱਕ ਨਹੀਂ ਸਕਦੀ। ਇਹ ਜਿੰਨਾ ਸਨਮਾਨ, ਜਿੰਨਾ ਪਿਆਰ ਕੌਮ ਨੇ ਦਿੱਤਾ, ਇੱਕ ਧਿਰ ਨੇ ਨਹੀਂ, ਇੱਕ ਪਾਰਟੀ ਨੇ ਨਹੀਂ, ਸਿੱਖ ਕੌਮ
ਕਿਸੇ ਵੀ ਭੇਸ 'ਚ ਬੈਠੀ ਆ, ਕਿਸੇ ਵੀ ਧਿਰ 'ਚ ਬੈਠੀ ਆ, ਕਿਸੇ ਵੀ ਪਾਰਟੀ 'ਚ ਬੈਠੀ ਆ, ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੀ ਆ, ਜਦੋਂ ਫਾਦਰ ਸਾਹਿਬ ਦਾ, ਵੱਡੇ ਮਹਾਂਪੁਰਸ਼ਾਂ ਦਾ, ਦਾਦਾ ਜੀ ਦਾ ਨਾਮ ਅੱਗੇ ਆ ਜਾਂਦਾ ਨਾ, ਤਾਂ ਜਦੋਂ ਉਹਨਾਂ ਦਾ ਸਿਰ ਝੁਕਦਾ ਹੈ ਤਾਂ ਸਾਨੂੰ ਆਪਣੇ ਆਪ ਦੇ ਵਿੱਚ ਇੱਕ ਇੰਨਾ ਕੁ ਮਾਣ ਮਹਿਸੂਸ ਹੁੰਦਾ, ਸ਼ੁਕਰਾਨਾ, ਕੋਟਾਨ-ਕੋਟ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ, ਇੰਨਾ ਪਿਆਰ ਮਿਲ ਰਿਹਾ। ਇਹ ਕੋਈ ਪੁਰਾਣੀ ਭਗਤੀ ਸੀ, ਉਹਨਾਂ ਦੇ ਘਰ ਜਨਮ ਲਿਆ ਤੇ ਉਹਨਾਂ ਦੇ ਬਦੌਲਤ ਇੰਨਾ ਸਨਮਾਨ ਮਿਲ ਰਿਹਾ। ਸ਼ਾਇਦ ਅਸੀਂ ਤਾਂ ਇਸ ਦੇ ਕਾਬਿਲ ਨਹੀਂ ਸੀ, ਇਹ ਉਹਨਾਂ ਵੱਡਿਆਂ ਦੀ ਬਦੌਲਤ ਇੰਨਾ ਪਿਆਰ। ਬਹੁਤ ਆਨੰਦ ਆ, ਬਹੁਤ ਖੁਸ਼ੀ ਆ, ਬਹੁਤ ਸੰਤੁਸ਼ਟੀ ਹੈ। ਬੜੀ ਸ਼ਿਕਾਇਤ ਕੌਮ ਤੋਂ, ਕੋਈ ਐਸੀ ਐਕਸੈਪਟੇਸ਼ਨ, ਕਿਉਂਕਿ ਸਾਡੇ ਚੈਨਲ ਦੇ ਮਾਧਿਅਮ ਦੌਰਾਨ ਭਾਈ ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ, ਤਾਂ ਜ਼ਰੂਰ ਪਤਾ ਲੱਗਣਾ ਚਾਹੀਦਾ ਹੈ ਕਿ ਪਰਿਵਾਰ ਦੀ ਐਸੀ ਕਿਹੜੀ ਮੰਗ ਆ ਜਾਂ ਐਸੀ ਕੀ ਜਿਹੜੀ ਸ਼ਿਕਾਇਤ ਆ ਪਰਿਵਾਰ ਨੂੰ, ਜੋ ਕੌਮ ਨਾਲ ਅਜੇ ਤੱਕ ਵੀ ਹੈ। ਨਹੀਂ, ਸ਼ਿਕਾਇਤ ਨਹੀਂ, ਕੋਈ ਸ਼ਿਕਾਇਤ ਨਹੀਂ। ਮੰਗ ਵੀ ਮੈਨੂੰ ਲੱਗਦਾ ਵੀ ਕਿਸੇ ਬੰਦੇ ਤੋਂ ਨਹੀਂ ਮੰਗਣੀ ਚਾਹੀਦੀ। ਠੀਕ ਹੈ ਜੀ, ਗੁਰੂ ਸਾਹਿਬ ਵੀ ਮੰਗਾਂ ਪੂਰੀਆਂ ਕਰ ਸਕਦੇ, ਬੰਦਾ ਕੋਈ ਕਿਸੇ ਦੀ ਮੰਗ ਨਹੀਂ ਪੂਰੀ ਕਰ ਸਕਦਾ। ਕੌਮ ਨੂੰ ਬੇਨਤੀ ਜ਼ਰੂਰ ਹੈ। ਇੱਕ ਤਾਂ ਇਹ ਕਿ ਮੇਰੇ ਫਾਦਰ ਸਾਹਿਬ ਦੀ ਆਇਡੈਂਟੀਟੀ ਸਿਰਫ ਇਹ ਨਹੀਂ ਸੀ ਕਿ ਉਹਨਾਂ ਨੇ ਹਥਿਆਰ ਚੁੱਕੇ, ਆਰਮੀ ਮਾਰੀ। ਹੀ ਵਾਜ਼ ਅ ਲਰਨਡ ਐਕੈਡਮਿਸ਼ਨ ਆਲਸੋ। ਸੰਤ ਗਿਆਨੀ ਖਾਲਸਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਪੁੱਤਰ ਤਾਂ ਸੀ, ਬੜੀ ਵੱਡੀ ਗੱਲ ਹੈ। ਤਰਾਸ਼ੇ ਸੀ ਉਹਨਾਂ ਨੇ, ਸੰਤਾਂ ਨੇ ਤਰਾਸ਼ਿਆ ਸੀ ਆਪਣੇ ਸਪੁੱਤਰ ਨੂੰ। ਸੰਤਾਂ ਨੇ, ਸੰਤ ਕਰਤਾਰ ਸਿੰਘ ਜੀ ਨੇ ਆਪ ਅਰਦਾਸ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਮੈਂ ਤੇਰਾ ਗਰੀਬ ਸਿੱਖ ਹਾਂ, ਮੈਂ ਤੇਰੀ ਇਹ ਕਾਪੀ ਨਹੀਂ ਕਰ ਸਕਦਾ, ਮੈਂ ਤੇਰੀ ਨਕਲ ਤਾਂ ਨਹੀਂ ਕਰ ਸਕਦਾ, ਨਾ ਹੀ ਤੇਰੇ ਵਰਗਾ ਹੋ ਸਕਦਾ ਹੈ। ਤੇਰੇ ਤਾਂ ਚਾਰ ਸੀ, ਤੂੰ ਚਾਰੇ ਸਾਡੇ ਤੋਂ ਵਾਰ ਤੇ, ਪਰ ਮੈਂ ਤੇਰਾ ਗਰੀਬ ਸਿੱਖ ਹੈ, ਮੇਰੇ ਦੋ ਨੇ, ਮੇਰਾ ਇੱਕ ਤਾਂ ਆਪਣੇ ਚਰਨਾਂ 'ਚ ਲਾ ਲੈ, ਕਿਰਪਾ ਕਰਕੇ ਮੇਰਾ ਇੱਕ ਪੁੱਤ ਪ੍ਰਵਾਨ ਕਰ ਲਈ। ਉਹਨਾਂ ਨੇ ਆਪ ਅਰਦਾਸ ਕੀਤੀ ਸੀ ਤੇ ਉਹਨਾਂ ਦੀ ਅਰਦਾਸਾਂ ਕਰਕੇ ਹੀ ਸ਼ਹਾਦਤ ਅਟਲ ਸੀ। ਫਿਰ ਗੁਰੂ ਸਾਹਿਬ ਸੰਤ ਕਰਤਾਰ ਸਿੰਘ ਦੀ ਅਰਦਾਸ ਕਿਉਂ ਨਾ ਸੁਣਦੇ, ਸੁਣੀ ਉਹਨਾਂ ਨੇ, ਆਪਣੇ ਲੇਖੇ ਲਾਇਆ। ਮੇਰਾ ਸਾਨੂੰ ਸਿਰਫ ਇਹੀ ਹੈ ਕਿ ਭਾਈ ਅਮਰੀਕ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸੀ, ਨੌਜਵਾਨਾਂ ਦੀ ਰੂਹੇ ਰਵਾਂ ਜਥੇਬੰਦੀ ਸੀ, ਹਰਿਆਵਲ ਦਸਤਾ ਸੀ ਸਿੱਖ ਨੌਜਵਾਨਾਂ ਦਾ, ਜਿਸ ਜਥੇਬੰਦੀ ਨੂੰ ਉਹ ਲੀਡ ਕਰਦੇ ਸੀ। ਉਹਨਾਂ ਦੇ ਨਾਂ ਨਾਲ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹਮੇਸ਼ਾ ਲਾਇਆ ਜਾਵੇ। ਉਹਨਾਂ ਦੀ ਇਹ ਇੱਕ ਆਇਡੈਂਟੀਟੀ ਸੀ। ਉਹ ਆਪਣੀ ਜਥੇਬੰਦੀ ਦੇ ਬਹੁਤ ਸਾਰੇ ਸਿੰਘਾਂ ਨਾਲ ਸ਼ਹੀਦ ਹੋਏ ਆ। ਦਮਦਮੀ ਟਕਸਾਲ ਦੀ ਰਹਿਨਮਾਈ ਹੇਠ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਰਹਿਨਮਾਈ ਹੇਠ, ਪਰ ਆਪਣੇ ਜਥੇਬੰਦੀ ਉਹਨਾਂ ਦੀ ਇੱਕ ਇੰਡੀਪੈਂਡੈਂਸ ਵੀ ਸੀਗੀ। ਉਹਨਾਂ ਦੀ ਜਥੇਬੰਦੀ ਤੇ ਬਹੁਤ ਸਾਰੇ ਸਿੰਘ, ਜਿਵੇਂ ਬੱਬਰ ਲੜੇ ਨੇ, ਕਾਰ ਸੇਵਾ ਵਾਲੇ ਸਿੰਘ ਵੀ ਲੜੇ ਨੇ, ਇਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਸ ਘੱਲੂ ਘਾਰੇ ਵਿੱਚ ਵੱਖਰਾ ਯੋਗਦਾਨ ਹੈ। ਉਹਨਾਂ ਦੀ ਆਇਡੈਂਟੀਟੀ ਨੂੰ ਇਗਨੋਰ ਨਾ ਕੀਤਾ ਜਾਵੇ। ਦੂਸਰਾ, ਇਹ ਸੋਸ਼ਲ ਮੀਡੀਆ ਦੇ ਉੱਤੇ ਮੈਨੂੰ ਬੜਾ ਦੁੱਖ ਲੱਗਦਾ ਹੈ, ਤੁਸੀਂ ਕਿਤੇ ਸਰਚ ਕਰਕੇ ਦੇਖ ਲਓ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਜਲਾਸ ਚੱਲ ਰਿਹਾ ਮੰਜੀ ਸਾਹਿਬ ਹਾਲ 'ਚ, ਸਾਰਿਆਂ ਦੀਆਂ ਸਪੀਚਾਂ ਨੇ, ਜਿਹਨੂੰ ਪ੍ਰਧਾਨ ਬਣਾਇਆ ਜਾ ਰਿਹਾ ਉਹਦੀ ਸਪੀਚ ਹੀ ਨਹੀਂ ਹੈ ਕਿਤੇ। ਪਤਾ ਨਹੀਂ ਕਿੰਨੇ ਇਹ ਸਪੀਚਾਂ, ਉਹਨਾਂ ਦੀਆਂ ਇੰਨੀਆਂ ਬੇਅੰਤ ਸਪੀਚਾਂ ਕਦੋਂ ਡਿਲੀਟ ਕੀਤੀਆਂ। ਤੁਸੀਂ ਇਹ ਕਦੀ ਸੁਣਿਆ ਹੋਏਗਾ ਕਿ ਜਿਸ ਪ੍ਰਧਾਨ ਨੂੰ ਚੁਣਨ ਲਈ ਇਜਲਾਸ ਰੱਖਿਆ ਹੋਵੇ ਉਹਦੇ ਉੱਤੇ ਜਨਰਲ ਸਕੱਤਰਾਂ ਦੀ ਸਪੀਚ ਹੈ, ਸੰਤਾਂ ਦੀਆਂ ਸਪੀਚਾਂ ਤਾਂ ਸ਼ੁਕਰ ਹੈ ਉਹ ਮਿਲ ਗਈਆਂ ਸਾਨੂੰ, ਉਹ ਨਹੀਂ ਡਿਲੀਟ ਹੋਈਆਂ। ਉਦੋਂ ਮੀਡੀਆ ਇੰਨਾ ਤੇਜ਼ ਨਹੀਂ ਸੀ, ਜੇ ਹੁੰਦਾ ਤਾਂ ਸ਼ਾਇਦ ਰਿਕਾਰਡਿੰਗਸ ਅਸੀਂ ਰੱਖ ਲੈਂਦੇ, ਸਾਨੂੰ ਵੀ ਇੰਨੀ ਸੋਝੀ ਨਹੀਂ ਸੀ। ਠੀਕ ਹੈ, ਤਾਂ ਕਿਤੇ ਵੀ ਮੈਨੂੰ ਕੋਈ ਸਪੀਚ ਨਹੀਂ ਮਿਲਦੀ। ਮੇਰੀ ਇਹੀ ਬੇਨਤੀ ਹੈ ਸਿੱਖ ਕੌਮ ਨੂੰ ਕਿ ਜੇ ਕਿਤੇ ਵੀ ਉਹਨਾਂ ਦੀ ਕੋਈ ਸਪੀਚ, ਕੋਈ ਉਹਨਾਂ ਦੀ ਵਰਡਿੰਗ ਕਿਸੇ ਕੋਲ ਵੀ ਕੋਈ ਹੈ ਤਾਂ ਕਿਰਪਾ ਕਰਕੇ ਸਾਡੇ ਤੱਕ ਜ਼ਰੂਰ ਪਹੁੰਚਾਓ। ਅਸੀਂ ਉਹਨਾਂ ਦਾ ਡਾਟਾ ਇਕੱਠਾ ਕਰ ਰਹੇ ਹਾਂ, ਪਰ ਉਹ ਬਹੁਤ ਕੁਝ ਅਧੂਰਾ ਹੈ। ਜਿੰਨਾ ਕੁ ਵੀ ਸਾਡੇ 'ਚ ਪਹੁੰਚ ਹੈ ਅਸੀਂ ਉਹ ਤਾਂ ਕਰ ਰਹੇ ਹਾਂ, ਲਿਖ ਰਹੇ ਹਾਂ, ਪੈਨ ਡਾਊਨ ਕਰ ਰਹੇ ਹਾਂ, ਪਰ ਮੈਂ ਫਿਰ ਵੀ ਬੇਨਤੀ ਕਰਦੀ ਹਾਂ ਕਿ ਉਹਨਾਂ ਦੀਆਂ ਵਿਲੱਖਣਤਾਵਾਂ, ਉਹਨਾਂ ਦੀਆਂ ਆਇਡੈਂਟੀਟੀਜ਼ ਆਪਣੇ ਤੱਕ ਸਾਂਭ ਕੇ ਨਾ ਰੱਖੋ। ਇਹ ਕੌਮ ਦੀਆਂ ਜਾਇਦਾਦਾਂ ਨੇ, ਕੌਮ 'ਚ ਵੰਡੀਏ, ਸੈਂਟਰਲਾਈਜ਼ਡ ਕਰੀਏ, ਦਸੀਏ, ਤਾਂ ਕਿ ਉਹਨਾਂ ਤੋਂ ਸੇਧਾਂ ਲੈ ਕੇ ਹੋਰ ਵੀ ਨੌਜਵਾਨ ਚੰਗੇ ਰਾਸਤੇ ਤੇ ਪੈ ਜਾਣ, ਚੰਗੀ ਰਾਹ ਤੇ ਪੈ ਜਾਣ। ਕੋਟਨ ਕੋਟ ਸ਼ੁਕਰਾਨਾ ਹੈ ਕੌਮ ਦਾ ਜਿਹੜੀ ਇੰਨੇ ਪਿਆਰ ਕਰਦੀ। ਧੰਨਵਾਦ ਹੈ, ਧੰਨਵਾਦ ਹੈ। ਤਾਂ ਇਹ ਬੀਬੀ ਸਤਵੰਤ ਕੌਰ ਜੀ ਮੇਰੇ ਨਾਲ ਮੌਜੂਦ ਸੀ। ਅੱਜ ਇਹਨਾਂ ਦੇ ਜ਼ੁਬਾਨੀ ਮੈਂ ਦਾਸਤਾਨ ਸੁਣੀ, ਕਿਉਂਕਿ ਕਿਤਾਬਾਂ ਦੇ ਵਿੱਚੋਂ ਜਾਂ ਗੂਗਲ ਦੇ ਉੱਤੋਂ ਅਸੀਂ ਜਿੰਨਾ ਕੁਝ ਵੀ ਪੜ੍ਹਦੇ ਹਾਂ, ਮੈਨੂੰ ਹਮੇਸ਼ਾ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਬਿਲਕੁਲ ਹੂਬਹੂ ਲਾਈਵ ਉਹ ਚੀਜ਼ਾਂ ਦਿਖਾਵਾਂ ਕਿ ਹਾਂ ਉਹ ਹਸਤੀਆਂ ਸੀ ਤੇ ਉਹਨਾਂ ਦੇ ਪਰਿਵਾਰ ਸੀ। ਤਾਂ ਉਹ ਦਾਸਤਾਨ, ਦਰਦ ਭਰੀ ਦਾਸਤਾਨ ਸੁਣਦੇ ਲੂੰ ਕੰਡਾ ਖੜਾ ਹੁੰਦਾ ਹੈ। ਉਹਨਾਂ ਨੇ ਜਿਹੜੇ 6 ਦਿਨਾਂ ਦਾ ਬਿਆਨ ਕੀਤਾ ਹੈ ਇਸ ਸਟੋਰੀ ਦੇ ਵਿੱਚ, ਔਰ ਨਾਲ ਹੀ ਉਹਨਾਂ ਨੇ ਜਿਹੜੇ ਮੈਸੇਜ ਲਾਏ ਆ, ਇਹ ਵੀ ਬੇਨਤੀ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਦੌਰਾਨ ਕਿ ਉਹਨਾਂ ਦੇ ਉੱਪਰ ਗੌਰ ਜ਼ਰੂਰ ਫਰਮਾਵੇ ਸਿੱਖ ਕੌਮ। ਕੈਮਰਾਮੈਨ ਜਸਵਿੰਦਰ ਦੇ ਨਾਲ ਮੈਂ ਗਗਨ ਸਿੱਧੂ, ਨੈਕਸਟ ਪੰਜਾਬ TV, ਖਰੜ।